ਸੁਲਤਾਨ ਨਿਆਮਰ ਪਾਪਾਕੂ ਸੰਗ ਲੈਜੈਂਡਾ ਡਰਾਮਾ ਇੱਕ ਸੰਪੂਰਨ ਸਮੀਖਿਆ। ਪੰਜਾਬੀ ਰੰਗਮੰਚ ਅਤੇ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਕਈ ਅਜਿਹੇ ਡਰਾਮੇ ਆਏ ਹਨ ਜਿਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ਤੇ ਆਪਣੀ ਛਾਪ ਛੱਡੀ ਹੈ, ਪਰ ਕੁਝ ਡਰਾਮੇ ਅਜਿਹੇ ਹੁੰਦੇ ਹਨ ਜੋ ਸਮੇਂ ਦੀਆਂ ਸੀਮਾਵਾਂ ਨੂੰ ਪਾਰ ਕਰ ਜਾਂਦੇ ਹਨ। ਸੁਲਤਾਨ ਨਿਆਮਰ ਪਾਪਾਕੂ ਸੰਗ ਲੈਜੈਂਡਾ ਅਜਿਹਾ ਹੀ ਇੱਕ ਅਦੁੱਤੀ ਡਰਾਮਾ ਹੈ ਜਿਸ ਨੇ ਨਾ ਸਿਰਫ ਪੰਜਾਬੀ ਸੱਭਿਆਚਾਰ ਨੂੰ ਇੱਕ ਨਵੀਂ ਪਛਾਣ ਦਿੱਤੀ, ਸਗੋਂ ਪਿਤਾ ਪੁੱਤਰ ਦੇ ਰਿਸ਼ਤੇ, ਵਫ਼ਾਦਾਰੀ, ਬਲੀਦਾਨ ਅਤੇ ਸੁਪਨਿਆਂ ਦੀ ਤਾਕਤ ਨੂੰ ਵੀ ਇੱਕ ਨਵੀਂ ਉਚਾਈ ਦਿਖਾਈ। ਇਹ ਲਿਖਤ ਉਸੇ ਡਰਾਮੇ ਦੀ ਸੰਪੂਰਨ ਸਮੀਖਿਆ ਹੈ ਜਿਸ ਨੂੰ ਪੰਜਾਬੀ ਦਰਸ਼ਕ ਅੱਜ ਵੀ ਲੈਜੈਂਡਾ ਕਹਿ ਕੇ ਯਾਦ ਕਰਦੇ ਹਨ। ਡਰਾਮੇ ਦੀ ਕਹਾਣੀ ਇੱਕ ਛੋਟੇ ਜਿਹੇ ਪਿੰਡ 'ਚੋਂ ਸ਼ੁਰੂ ਹੁੰਦੀ ਹੈ ਜਿੱਥੇ ਇੱਕ ਗਰੀਬ ਪਰ ਇਮਾਨਦਾਰ ਬੁੱਢੇ ਪਿਤਾ, ਪਾਪਾਕੂ, ਦੀ ਇੱਕੋ ਇੱਕ ਔਲਾਦ ਹੈ, ਸੁਲਤਾਨ ਨਿਆਮਰ। ਪਾਪਾਕੂ ਖੁਦ ਕਦੀ ਇੱਕ ਮਹਾਨ ਕਲਾਕਾਰ ਸੀ, ਪਰ ਸਮੇਂ ਦੀਆਂ ਮਾਰਾਂ ਅਤੇ ਲੋਕਾਂ ਦੀ ਬੇਰੁਖੀ ਨੇ ਉਸ ਨੂੰ ਤੋੜ ਦਿੱਤਾ ਸੀ। ਉਹ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਉਹ ਸਭ ਕੁਝ ਹਾਸਲ ਕਰੇ ਜੋ ਉਹ ਨਹੀਂ ਕਰ ਸਕਿਆ। ਸੁਲਤਾਨ ਇੱਕ ਅਜਿਹਾ ਸੁਪਨਾ ਦੇਖਦਾ ਹੈ, ਇੱਕ ਅਜਿਹਾ ਸੁਲਤਾਨ ਬਣਨ ਦਾ ਜੋ ਸਿਰਫ ਤਾਜ ਅਤੇ ਤਖ਼ਤ ਲਈ ਨਹੀਂ, ਸਗੋਂ ਆਪਣੇ ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ। ਪਰ ਇਹ ਰਾਹ ਆਸਾਨ ਨਹੀਂ ਸੀ। ਡਰਾਮੇ ਵਿੱਚ ਸੁਲਤਾਨ ਨੂੰ ਅਨੇਕਾਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸ਼ਕਤੀਸ਼ਾਲੀ ਦੁਸ਼ਮਣ, ਝੂਠੇ ਰਿਸ਼ਤੇ ਅਤੇ ਇੱਥੋਂ ਤੱਕ ਕਿ ਆਪਣੇ ਅੰਦਰਲੇ ਸ਼ੱਕ ਅਤੇ ਡਰ। ਪਰ ਹਰ ਵਾਰ ਉਸਦੇ ਪਿਤਾ ਪਾਪਾਕੂ ਦੀ ਸਿੱਖਿਆ ਅਤੇ ਪਿਆਰ ਉਸਨੂੰ ਮੁੜ ਤੋਂ ਖੜ੍ਹਾ ਕਰ ਦਿੰਦਾ ਹੈ। ਡਰਾਮੇ ਦੀ ਸਭ ਤੋਂ ਵੱਡੀ ਤਾਕਤ ਇਸ ਦਾ ਮੂਲ ਸੰਦੇਸ਼ ਹੈ, ਪਿਤਾ ਹੀ ਅਸਲੀ ਸੁਲਤਾਨ ਹੁੰਦਾ ਹੈ ਜੋ ਆਪਣੇ ਪੁੱਤਰ ਨੂੰ ਉੱਚਾ ਚੁੱਕਣ ਲਈ ਆਪਣੀਆਂ ਹੱਡੀਆਂ ਦਾ ਮਹਿਲ ਬਣਾ ਦਿੰਦਾ ਹੈ। ਇਹ ਡਰਾਮਾ ਕੇਵਲ ਮਨੋਰੰਜਨ ਨਹੀਂ ਕਰਦਾ, ਸਗੋਂ ਦਰਸ਼ਕ ਨੂੰ ਆਪਣੇ ਮਾਪਿਆਂ ਦੀ ਕੁਰਬਾਨੀ ਨੂੰ ਸਮਝਣ ਦੀ ਪ੍ਰੇਰਣਾ ਦਿੰਦਾ ਹੈ। ਹਰ ਐਪੀਸੋਡ ਵਿੱਚ ਸੁਲਤਾਨ ਦਾ ਸੰਘਰਸ਼ ਅਤੇ ਪਾਪਾਕੂ ਦਾ ਮੌਨ ਸਮਰਥਨ ਦਰਸ਼ਕਾਂ ਦੀਆਂ ਅੱਖਾਂ 'ਚ ਨਮੀ ਲਿਆ ਦਿੰਦਾ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਇਸ ਡਰਾਮੇ ਨੇ ਕਈ ਨਾਮਵਰ ਕਲਾਕਾਰਾਂ ਨੂੰ ਜਨਮ ਦਿੱਤਾ। ਸੁਲਤਾਨ ਦੇ ਕਿਰਦਾਰ ਵਿੱਚ ਇੱਕ ਅਜਿਹੀ ਕੱਚੀ ਪਰ ਦ੍ਰਿੜ ਊਰਜਾ ਸੀ, ਜਿਵੇਂ ਕੋਈ ਸ਼ੇਰ ਦਾ ਬੱਚਾ ਉੱਡਣਾ ਸਿੱਖ ਰਿਹਾ ਹੋਵੇ। ਉਸਦੀਆਂ ਅੱਖਾਂ ਵਿੱਚ ਇੱਕ ਅਜਿਹੀ ਚਮਕ ਸੀ ਜੋ ਦਰਸ਼ਕ ਨੂੰ ਕਹਿ ਰਹੀ ਸੀ, ਮੈਂ ਹਾਰਾਂਗਾ ਨਹੀਂ। ਪਰ ਅਸਲੀ ਜਾਦੂ ਸੀ ਪਾਪਾਕੂ ਦੇ ਕਿਰਦਾਰ ਵਿੱਚ। ਉਹ ਬੁੱਢਾ, ਥੱਕਿਆ, ਟੁੱਟਿਆ ਪਰ ਕਦੇ ਵੀ ਹਾਰ ਨਾ ਮੰਨਣ ਵਾਲਾ ਪਿਤਾ। ਉਸਦਾ ਹਰ ਸੰਵਾਦ ਸਿਰਫ ਡਾਇਲਾਗ ਨਹੀਂ ਸੀ, ਸਗੋਂ ਇੱਕ ਤਜਰਬੇ ਦੀ ਆਵਾਜ਼ ਸੀ। ਜਦੋਂ ਉਹ ਕਹਿੰਦਾ, ਪੁੱਤਰ, ਤੂੰ ਮੇਰੀ ਉਮੀਦ ਦਾ ਦਰਿਆ ਹੈ, ਮੈਂ ਤਾਂ ਰੇਤ ਦਾ ਕਿਨਾਰਾ ਹਾਂ, ਤਾਂ ਘਰ-ਘਰ ਵਿੱਚ ਖਾਮੋਸ਼ੀ ਛਾ ਜਾਂਦੀ ਸੀ। ਡਰਾਮੇ ਦਾ ਸੰਗੀਤ ਵੀ ਇਸ ਦੀ ਕਾਮਯਾਬੀ ਦਾ ਇੱਕ ਵੱਡਾ ਕਾਰਨ ਸੀ। ਹਰ ਐਪੀਸੋਡ ਦੇ ਪਿੱਛੇ ਲੱਗੇ ਗੀਤ, ਖਾਸ ਕਰਕੇ ਉਹ ਗੀਤ ਜਦੋਂ ਸੁਲਤਾਨ ਅਸਮਾਨ ਵੱਲ ਦੇਖ ਕੇ ਸੁਪਨਾ ਦੇਖਦਾ ਹੈ, ਮੈਂ ਉੱਡਣਾ ਹਾਂ, ਭਾਵੇਂ ਖੰਭ ਨਾ ਹੋਣ, ਅੱਜ ਵੀ ਪੰਜਾਬੀ ਯੂਥ ਦੇ ਕੰਨਾਂ 'ਚ ਗੂੰਜਦਾ ਹੈ। ਬੈਕਗਰਾਉਂਡ ਸਕੋਰ ਨੇ ਹਰ ਦ੍ਰਿਸ਼ ਦੀ ਭਾਵਨਾ ਨੂੰ ਦੁੱਗਣਾ ਕਰ ਦਿੱਤਾ। ਖੁਸ਼ੀ ਦੇ ਸੀਨ ਵਿੱਚ ਢੋਲਕੀ ਦੀਆਂ ਥਾਪੀਆਂ, ਗਮ ਦੇ ਸੀਨ ਵਿੱਚ ਅਲਗੋਜ਼ੇ ਦਾ ਰੋਣਾ ਅਤੇ ਜੰਗ ਦੇ ਸੀਨ ਵਿੱਚ ਨਗਾਰਿਆਂ ਦੀ ਗਰਜ, ਸਭ ਕੁਝ ਸੰਪੂਰਨ ਸੀ। ਨਿਰਦੇਸ਼ਕ ਦੀ ਪ੍ਰਤਿਭਾ ਵੀ ਕਾਬਿਲ ਇਹ ਤਾਰੀਫ ਹੈ। ਉਸਨੇ ਹਰ ਦ੍ਰਿਸ਼ ਨੂੰ ਇੱਕ ਪੇਂਟਿੰਗ ਵਾਂਗ ਸਜਾਇਆ ਹੈ। ਪਿੰਡ ਦੀਆਂ ਗਲੀਆਂ, ਖੇਤਾਂ ਵਿੱਚ ਸ਼ਾਮ ਦੀ ਧੁੱਪ, ਸੁਲਤਾਨ ਦੇ ਘਰ ਦੀ ਟੁੱਟੀ ਛੱਤ, ਸਭ ਕੁਝ ਬਹੁਤ ਹੀ ਸੁਹਜਾਤਮਿਕ ਅਤੇ ਯਥਾਰਥਵਾਦੀ ਹੈ। ਇੱਕ ਖਾਸ ਸੀਨ ਹੈ ਜਦੋਂ ਸੁਲਤਾਨ ਆਪਣੇ ਪਿਤਾ ਦੀ ਸਵਾਰੀ ਕਰਕੇ ਸ਼ਹਿਰ ਜਾਂਦਾ ਹੈ ਅਤੇ ਰਸਤੇ ਵਿੱਚ ਉਹ ਇੱਕ ਮਿਰਗ ਦੇ ਬੱਚੇ ਨੂੰ ਆਪਣੀ ਮਾਂ ਤੋਂ ਵਿਛੜਦੇ ਦੇਖਦਾ ਹੈ। ਇਹ ਦ੍ਰਿਸ਼ ਦੱਸਦਾ ਹੈ ਕਿ ਨਿਰਦੇਸ਼ਕ ਨੇ ਕਿਸ ਕਦਰ ਕਹਾਣੀ ਦੇ ਅੰਦਰਲੇ ਸੰਦੇਸ਼ ਨੂੰ ਸਮਝਿਆ। ਡਰਾਮੇ ਦੀ ਲਿਖਤ ਵੀ ਬਹੁਤ ਮਜ਼ਬੂਤ ਹੈ। ਸੰਵਾਦ ਪੰਜਾਬੀ ਦੇ ਅਸਲੀ ਲਹਿੰਦੇ ਅਤੇ ਮਾਝੇ ਦੇ ਮਿਸ਼ਰਣ ਵਿੱਚ ਲਿਖੇ ਗਏ ਹਨ, ਪਰ ਇੰਨੇ ਸਾਫ਼ ਕਿ ਕੋਈ ਵੀ ਪੰਜਾਬੀ ਉਨ੍ਹਾਂ ਨੂੰ ਸਮਝ ਸਕੇ। ਹਾਸੇ ਰਸ ਦੇ ਸੀਨ ਵਿੱਚ ਉਨ੍ਹਾਂ ਨੇ ਪਿੰਡ ਦੇ ਠੱਠੇ ਮਖੌਲ ਨੂੰ ਵਰਤਿਆ, ਜਦਕਿ ਗੰਭੀਰ ਸੀਨ ਵਿੱਚ ਉਨ੍ਹਾਂ ਨੇ ਬੁੱਲੇ ਸ਼ਾਹ ਅਤੇ ਵਾਰਿਸ ਸ਼ਾਹ ਦੇ ਅਰਥਾਂ ਨੂੰ ਆਮ ਭਾਸ਼ਾ ਵਿੱਚ ਢਾਲ ਦਿੱਤਾ। ਇੱਕ ਮਹੱਤਵਪੂਰਨ ਸੰਵਾਦ ਹੈ, ਸੁਲਤਾਨ ਉਹ ਨਹੀਂ ਜੋ ਤਖ਼ਤ 'ਤੇ ਬੈਠੇ, ਸੁਲਤਾਨ ਉਹ ਹੈ ਜੋ ਆਪਣੇ ਪਿਤਾ ਦੀ ਸੇਜ 'ਤੇ ਆਪਣਾ ਸਿਰ ਰੱਖ ਸਕੇ। ਡਰਾਮੇ ਦੇ ਦੁਸ਼ਮਣ ਵੀ ਇੱਕ ਅਯਾਮੀ ਨਹੀਂ ਹਨ। ਮੁੱਖ ਖਲਨਾਇਕ, ਜਿਸ ਦਾ ਨਾਂ ਸੀ ਮਿਰਜ਼ਾ ਕੁੱਤਾ, ਇੱਕ ਅਜਿਹਾ ਵਿਅਕਤੀ ਹੈ ਜਿਸ ਨੂੰ ਪਿਆਰ ਨਾ ਮਿਲਿਆ ਹੋਵੇ, ਇਸ ਲਈ ਉਹ ਦੂਜਿਆਂ ਦਾ ਪਿਆਰ ਤੋੜਨਾ ਚਾਹੁੰਦਾ ਹੈ। ਉਸ ਦਾ ਕਿਰਦਾਰ ਇੱਕ ਸਬਕ ਹੈ ਕਿ ਜਦੋਂ ਬੱਚੇ ਨੂੰ ਪਿਤਾ ਤੋਂ ਪਿਆਰ ਨਹੀਂ ਮਿਲਦਾ ਤਾਂ ਉਹ ਅੱਗ ਬਣ ਜਾਂਦਾ ਹੈ। ਪਰ ਸੁਲਤਾਨ ਅਤੇ ਪਾਪਾਕੂ ਦਾ ਰਿਸ਼ਤਾ ਉਸ ਅੱਗ 'ਤੇ ਪਾਣੀ ਦਾ ਕੰਮ ਕਰਦਾ ਹੈ। ਪੰਜਾਬੀ ਸੱਭਿਆਚਾਰ ਦੀ ਨੁਮਾਇੰਦਗੀ ਵੀ ਇਸ ਡਰਾਮੇ ਵਿੱਚ ਬਹੁਤ ਸੁਹਜ ਨਾਲ ਕੀਤੀ ਗਈ ਹੈ। ਲੋਕ ਗੀਤ, ਤੰਦਰੁਸਤੀ ਦੇ ਲੋਕ ਉਪਚਾਰ, ਪਿੰਡ ਦੀ ਪੰਚਾਇਤ, ਸੱਦਰਾਂ ਦੀਆਂ ਰਸਮਾਂ ਅਤੇ ਇੱਥੋਂ ਤੱਕ ਕਿ ਫਸਲਾਂ ਦੀ ਕਟਾਈ ਦੇ ਸੀਨ, ਹਰ ਪਹਿਲੂ ਨੂੰ ਬੜੇ ਸਜੀਵਤਾ ਨਾਲ ਦਿਖਾਇਆ ਗਿਆ ਹੈ। ਪਰ ਇਹ ਸਿਰਫ ਦਿਖਾਵਾ ਨਹੀਂ ਹੈ, ਸਗੋਂ ਕਹਾਣੀ ਦਾ ਹਿੱਸਾ ਹੈ। ਜਦੋਂ ਸੁਲਤਾਨ ਆਪਣੇ ਪਿਤਾ ਨਾਲ ਖੇਤਾਂ ਵਿੱਚ ਗੱਡੀ ਚਲਾਉਂਦਾ ਹੈ, ਉਸ ਸਮਾਂ ਉਸ ਨੂੰ ਜ਼ਿੰਦਗੀ ਦੇ ਅਸਲੀ ਸਬਕ ਸਿਖਾਉਂਦਾ ਹੈ, ਮਿਹਨਤ, ਸਬਰ ਅਤੇ ਧਰਤੀ ਦਾ ਸਤਿਕਾਰ। ਡਰਾਮੇ ਦੀ ਸਭ ਤੋਂ ਮਾਰਕੀਟਿੰਗ ਪਹਿਲੂ ਇਸ ਦਾ ਪ੍ਰਚਾਰ ਨਹੀਂ ਸੀ, ਸਗੋਂ ਮੂੰਹੋਂ ਮੂੰਹ ਸੀ।
ਇੱਕ ਵਿਅਕਤੀ ਨੇ ਦੂਜੇ ਨੂੰ ਦੱਸਿਆ, ਫਿਰ ਉਸਨੇ ਦੂਜੇ ਨੂੰ, ਅਤੇ ਜਲਦੀ ਹੀ ਇਹ ਅੱਗ ਵਾਂਗ ਫੈਲ ਗਿਆ। ਲੋਕ ਐਤਵਾਰ ਦੀ ਸ਼ਾਮ ਇਸ ਡਰਾਮੇ ਦੀ ਉਡੀਕ ਕਰਦੇ ਸਨ। ਦੁਕਾਨਾਂ ਬੰਦ ਹੋ ਜਾਂਦੀਆਂ ਸਨ, ਪਰਿਵਾਰ ਇਕੱਠੇ ਬੈਠ ਕੇ ਡਰਾਮਾ ਦੇਖਦੇ ਸਨ। ਹਰ ਐਪੀਸੋਡ ਦੇ ਅੰਤ ਤੇ ਅਗਲੇ ਹਫ਼ਤੇ ਦਾ ਪ੍ਰੋਮੋ ਦਿਖਾਇਆ ਜਾਂਦਾ ਅਤੇ ਲੋਕਾਂ ਦੇ ਦਿਲ ਧੜਕਣ ਲੱਗ ਪੈਂਦੇ ਸਨ। ਇਹ ਡਰਾਮਾ ਸਿਰਫ ਮਨੋਰੰਜਨ ਨਹੀਂ ਸੀ, ਸਗੋਂ ਇੱਕ ਸਮਾਜਕ ਦਸਤਾਵੇਜ਼ ਸੀ। ਇਸਨੇ ਦਿਖਾਇਆ ਕਿ ਇੱਕ ਗਰੀਬ ਪਰ ਪਿਆਰ ਕਰਨ ਵਾਲਾ ਪਿਤਾ ਆਪਣੇ ਪੁੱਤਰ ਨੂੰ ਕਿਵੇਂ ਦੁਨੀਆ ਦਾ ਸਭ ਤੋਂ ਵੱਡਾ ਸੁਲਤਾਨ ਬਣਾ ਸਕਦਾ ਹੈ। ਇਸਨੇ ਉਹਨਾਂ ਲਈ ਆਵਾਜ਼ ਬੁਲੰਦ ਕੀਤੀ ਜਿਹੜੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਅਧੂਰਾ ਛੱਡ ਕੇ ਸ਼ਹਿਰਾਂ ਵੱਲ ਭੱਜ ਗਏ। ਇਸਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਸੁਪਨੇ ਸਿਰਫ ਪੈਸੇ ਅਤੇ ਸ਼ੋਹਰਤ ਦੇ ਨਹੀਂ ਹੁੰਦੇ, ਸਗੋਂ ਉਸ ਵਿਅਕਤੀ ਦੀ ਮੁਸਕਰਾਹਟ ਦੇ ਵੀ ਹੁੰਦੇ ਹਨ ਜਿਸਨੇ ਤੁਹਾਨੂੰ ਉਠਾਇਆ। ਨਕਾਰਾਤਮਕ ਪੱਖਾਂ ਦੀ ਗੱਲ ਕਰੀਏ ਤਾਂ ਹਰ ਰਚਨਾ ਵਾਂਗ ਇਸ ਵਿੱਚ ਵੀ ਕੁਝ ਖਾਮੀਆਂ ਸਨ। ਕੁਝ ਐਪੀਸੋਡ ਵਿੱਚ ਕਹਾਣੀ ਥੋੜ੍ਹੀ ਖਿੱਚੀ ਹੋਈ ਲੱਗਦੀ ਸੀ, ਜਿਵੇਂ ਨਿਰਮਾਤਾ ਸੀਰੀਅਲ ਨੂੰ ਲੰਮਾ ਕਰਨ ਲਈ ਵਾਧੂ ਸੀਨ ਜੋੜ ਰਹੇ ਹੋਣ। ਇੱਕ ਖਾਸ ਟਰੈਕ ਜਿੱਥੇ ਸੁਲਤਾਨ ਇੱਕ ਸਾਲ ਲਈ ਗੁੰਮ ਹੋ ਜਾਂਦਾ ਹੈ, ਉਹ ਹੱਦੋਂ ਵੱਧ ਨਾਟਕੀ ਲੱਗਿਆ। ਇਸ ਤੋਂ ਇਲਾਵਾ ਕੁਝ ਸਹਾਇਕ ਕਿਰਦਾਰਾਂ ਦੀ ਅਦਾਕਾਰੀ ਓਨੀ ਪੱਕੀ ਨਹੀਂ ਸੀ ਜਿੰਨੀ ਮੁੱਖ ਕਿਰਦਾਰਾਂ ਦੀ ਸੀ। ਥੋੜੇ ਬਹੁਤੇ ਪਲਾਂ ਵਿੱਚ ਡਾਇਲਾਗ ਡਿਲੀਵਰੀ ਕਮਜ਼ੋਰ ਲੱਗੀ, ਪਰ ਇਹ ਖਾਮੀਆਂ ਮੁੱਖ ਪ੍ਰਭਾਵ ਦੇ ਅੱਗੇ ਬਹੁਤ ਛੋਟੀਆਂ ਸਨ। ਡਰਾਮੇ ਦਾ ਸਭ ਤੋਂ ਤਾਕਤਵਰ ਮੁਕਾਬਲਾ ਇਸ ਦੀ ਸਮਾਪਤੀ ਵਿੱਚ ਹੈ। ਜਦੋਂ ਸੁਲਤਾਨ ਸਾਰੀਆਂ ਮੁਸ਼ਕਿਲਾਂ ਪਾਰ ਕਰਕੇ ਆਪਣੇ ਪਿਤਾ ਦੇ ਖੁੰਡੇ ਹੋਏ ਪੈਰਾਂ ਕੋਲ ਬੈਠਦਾ ਹੈ ਅਤੇ ਕਹਿੰਦਾ ਹੈ, ਪਾਪਾਕੂ, ਮੈਂ ਤੁਹਾਡਾ ਸੁਲਤਾਨ ਨਹੀਂ, ਮੈਂ ਤੁਹਾਡਾ ਪੁੱਤਰ ਹਾਂ, ਤਾਂ ਡਰਾਮਾ ਦੇਖਣ ਵਾਲੇ ਹਰ ਵਿਅਕਤੀ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਹਨ। ਇਹ ਦ੍ਰਿਸ਼ ਪੰਜਾਬੀ ਟੈਲੀਵਿਜ਼ਨ ਦੇ ਸਭ ਤੋਂ ਯਾਦਗਾਰੀ ਦ੍ਰਿਸ਼ਾਂ ਵਿੱਚੋਂ ਇੱਕ ਹੈ। ਨਿਰਦੇਸ਼ਕ ਨੇ ਇਸ ਸੀਨ ਨੂੰ ਇੰਨੀ ਸ਼ਿੱਦਤ ਨਾਲ ਪੇਸ਼ ਕੀਤਾ ਕਿ ਇਹ ਸਿਰਫ ਪਰਦੇ ਤੱਕ ਸੀਮਤ ਨਾ ਰਿਹਾ, ਸਗੋਂ ਲੋਕਾਂ ਦੇ ਅਸਲ ਜੀਵਨ ਵਿੱਚ ਉਤਰ ਆਇਆ। ਸਮਕਾਲੀ ਪੰਜਾਬੀ ਡਰਾਮਿਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਅੱਜ ਦੇ ਬਹੁਤੇ ਡਰਾਮੇ ਪੱਛਮੀ ਕਲਚਰ ਦੀ ਨਕਲ ਕਰਦੇ ਹਨ, ਵਿਦੇਸ਼ੀ ਲੋਕੇਸ਼ਨਾਂ ਤੇ ਫਿਲਮਾਏ ਜਾਂਦੇ ਹਨ ਅਤੇ ਉਹਨਾਂ ਵਿੱਚ ਡੂੰਘਾਈ ਦੀ ਘਾਟ ਹੁੰਦੀ ਹੈ। ਸੁਲਤਾਨ ਨਿਆਮਰ ਪਾਪਾਕੂ ਇਸ ਮਾਮਲੇ ਵਿੱਚ ਬਿਲਕੁਲ ਵੱਖਰਾ ਹੈ। ਇਹ ਆਪਣੀਆਂ ਜੜ੍ਹਾਂ ਵਿੱਚ ਡੂੰਘਾ ਧੱਸਿਆ ਹੋਇਆ ਹੈ। ਇਸਨੇ ਬਿਨਾਂ ਕਿਸੇ ਸ਼ੋਆਫਟ ਦੇ ਸਿੱਧੇ ਦਿਲ ਤੇ ਵਾਰ ਕੀਤਾ। ਕਈ ਡਰਾਮੇ ਸਾਲਾਂ ਵਿੱਚ ਭੁੱਲ ਜਾਂਦੇ ਹਨ, ਪਰ ਇਸ ਦੇ ਸੰਵਾਦ ਅੱਜ ਵੀ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਜਾਂਦੇ ਹਨ। ਇਸ ਦੇ ਮੀਮਸ ਬਣਦੇ ਹਨ, ਇਸ ਦੇ ਗੀਤ ਰੀਮਿਕਸ ਹੁੰਦੇ ਹਨ ਅਤੇ ਨਵੀਂ ਪੀੜ੍ਹੀ ਵੀ ਇਸ ਨੂੰ ਖੋਜ ਕੇ ਦੇਖਦੀ ਹੈ। ਸਿੱਖਿਆ ਦੇ ਦ੍ਰਿਸ਼ਟੀਕੋਣ ਤੋਂ ਵੀ ਇਹ ਡਰਾਮਾ ਬਹੁਤ ਆਮ ਹੈ। ਅੱਜ ਦੇ ਸਮੇਂ ਵਿੱਚ ਜਦੋਂ ਬੱਚੇ ਮਾਪਿਆਂ ਦੀ ਕਦਰ ਨਹੀਂ ਕਰਦੇ, ਜਦੋਂ ਮੋਬਾਈਲ ਫੋਨਾਂ ਨੇ ਗੱਲਬਾਤ ਨੂੰ ਖਤਮ ਕਰ ਦਿੱਤਾ ਹੈ, ਇਹ ਡਰਾਮਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਇੱਕ ਪਿਤਾ ਦੀ ਕੁਰਬਾਨੀ ਕਦੇ ਵੀ ਬੇਅਸਰ ਨਹੀਂ ਹੁੰਦੀ। ਇਹ ਡਰਾਮਾ ਹਰ ਸਕੂਲ ਵਿੱਚ ਦਿਖਾਇਆ ਜਾਣਾ ਚਾਹੀਦਾ ਹੈ ਤਾਂ ਜੋ ਬੱਚੇ ਸਮਝ ਸਕਣ ਕਿ ਉਹਨਾਂ ਦੇ ਮਾਪੇ ਹੀ ਉਹਨਾਂ ਦੇ ਅਸਲੀ ਸੁਲਤਾਨ ਹਨ। ਜੇਕਰ ਅਸੀਂ ਇਸ ਡਰਾਮੇ ਦੇ ਪ੍ਰਭਾਵ ਨੂੰ ਮਾਪੀਏ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਨੇ ਪੰਜਾਬੀ ਡਰਾਮੇ ਨੂੰ ਇੱਕ ਨਵੀਂ ਪਛਾਣ ਦਿੱਤੀ। ਇਸ ਤੋਂ ਪਹਿਲਾਂ ਪੰਜਾਬੀ ਡਰਾਮੇ ਜਾਂ ਤਾਂ ਬਹੁਤ ਘੱਟ ਗੁਣਵੱਤਾ ਵਾਲੇ ਹੁੰਦੇ ਸਨ ਜਾਂ ਫਿਰ ਹਿੰਦੀ ਦੀ ਪੈਰੋਡੀ। ਸੁਲਤਾਨ ਨਿਆਮਰ ਪਾਪਾਕੂ ਨੇ ਸਾਬਤ ਕੀਤਾ ਕਿ ਪੰਜਾਬੀ ਵਿੱਚ ਵੀ ਗੰਭੀਰ, ਸੁਹਜਾਤਮਿਕ ਅਤੇ ਸੰਦੇਸ਼ਯੁਕਤ ਡਰਾਮੇ ਬਣ ਸਕਦੇ ਹਨ। ਇਸ ਨੇ ਨਵੇਂ ਲੇਖਕਾਂ, ਨਿਰਦੇਸ਼ਕਾਂ ਅਤੇ ਅਦਾਕਾਰਾਂ ਨੂੰ ਪ੍ਰੇਰਿਤ ਕੀਤਾ। ਇਸ ਡਰਾਮੇ ਨੇ ਇੱਕ ਹੋਰ ਆਮ ਕੰਮ ਕੀਤਾ, ਇਸ ਨੇ ਪੰਜਾਬੀ ਬੋਲੀ ਦੇ ਵੱਖ-ਵੱਖ ਲਹਿਜਿਆਂ ਨੂੰ ਇੱਕ ਸਾਂਝੇ ਮੰਚ ਤੇ ਪੇਸ਼ ਕੀਤਾ। ਮਾਲਵਈ, ਦੁਆਬੀ, ਪੁਆਧੀ ਅਤੇ ਮਾਝੇ ਦਾ ਸੁਮੇਲ ਇਸ ਡਰਾਮੇ ਨੂੰ ਇੱਕ ਅਜਿਹੀ ਸਾਂਝੀ ਪੰਜਾਬੀਅਤ ਬਣਾ ਦਿੰਦਾ ਹੈ। ਇੱਕ ਕਿਰਦਾਰ ਬਿਲਕੁਲ ਫਿਰੋਜ਼ਪੁਰ ਦਾ ਲੱਗਦਾ ਹੈ ਤਾਂ ਦੂਜਾ ਗੁਰਦਾਸਪੁਰ ਦਾ। ਇਹ ਵਿਭਿੰਨਤਾ ਡਰਾਮੇ ਦੀ ਜਾਨ ਹੈ। ਆਲੋਚਨਾ ਦੇ ਨਿਸ਼ਾਨੇ ਤੇ ਇੱਕ ਬਿੰਦੂ ਹੋਰ ਹੈ, ਡਰਾਮੇ ਦਾ ਸੈਕੰਡਰੀ ਟਰੈਕ, ਜਿਸ ਵਿੱਚ ਸੁਲਤਾਨ ਦੀ ਪ੍ਰੇਮਿਕਾ ਦੀ ਕਹਾਣੀ ਸੀ। ਉਹ ਕਿਰਦਾਰ ਬਹੁਤ ਘੱਟ ਸਕਰੀਨ ਟਾਈਮ ਮਿਲਣ ਕਾਰਨ ਅਧੂਰਾ ਰਹਿ ਗਿਆ। ਦਰਸ਼ਕਾਂ ਨੂੰ ਕਦੇ ਸਮਝ ਨਹੀਂ ਆਇਆ ਕਿ ਉਹ ਸੁਲਤਾਨ ਨੂੰ ਇੰਨਾ ਪਿਆਰ ਕਿਉਂ ਕਰਦੀ ਹੈ, ਸਿਰਫ ਇਸ ਲਈ ਕਿ ਉਹ ਸੁੰਦਰ ਹੈ। ਇਹ ਬਿੰਦੂ ਥੋੜਾ ਕੱਚਾ ਰਹਿ ਗਿਆ, ਪਰ ਮੁੱਖ ਕਹਾਣੀ ਇੰਨੀ ਸ਼ਕਤੀਸ਼ਾਲੀ ਹੈ ਕਿ ਇਹ ਕਮਜ਼ੋਰੀ ਨਜ਼ਰਅੰਦਾਜ਼ ਕੀਤੀ ਜਾ ਸਕਦੀ ਹੈ। ਡਰਾਮੇ ਦੀ ਲੰਬਾਈ ਵੀ ਇੱਕ ਆਮ ਪਹਿਲੂ ਹੈ। ਤਕਰੀਬਨ 40 ਐਪੀਸੋਡਾਂ ਵਿੱਚ ਫੈਲਿਆ ਇਹ ਡਰਾਮਾ ਕਈ ਵਾਰੀ ਕਹਾਣੀ ਨੂੰ ਘੁਮਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਆਖਰਕਾਰ ਹਰ ਮੋੜ ਨਵਾਂ ਅਰਥ ਲੈ ਕੇ ਆਉਂਦਾ ਹੈ। ਜੇਕਰ ਇਸ ਨੂੰ 25 ਤੋਂ 30 ਐਪੀਸੋਡਾਂ ਵਿੱਚ ਸਮੇਟਿਆ ਜਾਂਦਾ, ਤਾਂ ਸ਼ਾਇਦ ਇਸ ਦਾ ਪ੍ਰਭਾਵ ਹੋਰ ਵੀ ਤੇਜ਼ ਹੁੰਦਾ। ਪਰ ਫਿਰ ਵੀ ਪੰਜਾਬੀ ਦਰਸ਼ਕ ਨੇ ਸਾਰੇ ਐਪੀਸੋਡਾਂ ਨੂੰ ਉਸੇ ਸ਼ਿੱਦਤ ਨਾਲ ਦੇਖਿਆ ਜਿਵੇਂ ਪਹਿਲੇ ਐਪੀਸੋਡ ਨੂੰ। ਅੱਜ ਜਦੋਂ ਅਸੀਂ ਇਸ ਡਰਾਮੇ ਨੂੰ YouTube ਜਾਂ ਔਨਲਾਈਨ ਪਲੇਟਫਾਰਮਾਂ ਤੇ ਵਾਪਸ ਦੇਖਦੇ ਹਾਂ ਤਾਂ ਇਹ ਅਜੇ ਵੀ ਤਾਜ਼ਾ ਲੱਗਦਾ ਹੈ। ਇਸ ਦੇ ਵਿਜ਼ੂਅਲ ਇਫੈਕਟਸ ਅਤੇ ਪ੍ਰੋਡਕਸ਼ਨ ਕੁਆਲਿਟੀ ਮੌਜੂਦਾ ਸਮੇਂ ਦੇ ਹਿਸਾਬ ਨਾਲ ਪੁਰਾਣੀ ਲੱਗ ਸਕਦੀ ਹੈ, ਪਰ ਇਸ ਦੀ ਭਾਵਨਾ ਅਤੇ ਕਹਾਣੀ ਸਮੇਂ ਤੋਂ ਉੱਪਰ ਹੈ। ਅਦਾਕਾਰਾਂ ਨੇ ਆਪਣੇ ਕਿਰਦਾਰਾਂ ਵਿੱਚ ਇੰਨੀ ਜਾਨ ਪਾ ਦਿੱਤੀ ਕਿ ਅਸੀਂ ਅੱਜ ਵੀ ਪਾਪਾਕੂ ਨੂੰ ਉਸਦੀ ਲਾਠੀ ਅਤੇ ਪੱਗ ਨਾਲ ਅਤੇ ਸੁਲਤਾਨ ਨੂੰ ਉਸਦੀ ਚਮਕਦਾਰ ਅੱਖਾਂ ਨਾਲ ਪਛਾਣਦੇ ਹਾਂ।
ਸਮੀਖਿਆ ਦੇ ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਸੁਲਤਾਨ ਨਿਆਮਰ ਪਾਪਾਕੂ ਸੰਗ ਲੈਜੈਂਡਾ ਕੇਵਲ ਇੱਕ ਡਰਾਮਾ ਨਹੀਂ ਹੈ, ਸਗੋਂ ਇੱਕ ਅਨੁਭਵ ਹੈ। ਇਸਨੇ ਸਾਨੂੰ ਰੋਣਾ, ਹੱਸਣਾ, ਗੁੱਸਾ ਹੋਣਾ ਅਤੇ ਸਭ ਤੋਂ ਵੱਧ ਆਪਣੇ ਪਿਤਾ ਨੂੰ ਗੱਲੇ ਲਾਉਣ ਦੀ ਪ੍ਰੇਰਣਾ ਦਿੱਤੀ। ਜੇਕਰ ਤੁਸੀਂ ਪੰਜਾਬੀ ਹੋ ਤਾਂ ਤੁਹਾਨੂੰ ਇਹ ਡਰਾਮਾ ਜ਼ਰੂਰ ਦੇਖਣਾ ਚਾਹੀਦਾ ਹੈ। ਜੇਕਰ ਤੁਸੀਂ ਕਿਸੇ ਹੋਰ ਭਾਸ਼ਾ ਦੇ ਦਰਸ਼ਕ ਹੋ ਤਾਂ ਵੀ ਇਹ ਡਰਾਮਾ ਤੁਹਾਡੇ ਦਿਲ ਨੂੰ ਛੂਹ ਜਾਵੇਗਾ, ਕਿਉਂਕਿ ਪਿਤਾ ਪੁੱਤਰ ਦਾ ਪਿਆਰ ਸਾਰੀਆਂ ਭਾਸ਼ਾਵਾਂ ਵਿੱਚ ਇੱਕੋ ਜਿਹਾ ਹੁੰਦਾ ਹੈ। ਅਤੇ ਹਾਂ, ਜਦੋਂ ਤੁਸੀਂ ਇਸ ਨੂੰ ਦੇਖੋ ਤਾਂ ਆਪਣੇ ਪਾਪਾ ਨੂੰ ਇੱਕ ਵਾਰ ਜ਼ਰੂਰ ਗੱਲੇ ਲਾਉਂਦੇ, ਕਿਉਂਕਿ ਇਹੀ ਇਸ ਡਰਾਮੇ ਦਾ ਅਸਲੀ ਸੰਦੇਸ਼ ਹੈ। ਸੁਲਤਾਨ ਨਿਆਮਰ ਪਾਪਾਕੂ ਸੰਗ ਲੈਜੈਂਡਾ ਡਰਾਮਾ ਇੱਕ ਸੰਪੂਰਨ ਸਮੀਖਿਆ। ਪੰਜਾਬੀ ਰੰਗਮੰਚ ਅਤੇ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਕਈ ਅਜਿਹੇ ਡਰਾਮੇ ਆਏ ਹਨ ਜਿਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ਤੇ ਆਪਣੀ ਛਾਪ ਛੱਡੀ ਹੈ, ਪਰ ਕੁਝ ਡਰਾਮੇ ਅਜਿਹੇ ਹੁੰਦੇ ਹਨ ਜੋ ਸਮੇਂ ਦੀਆਂ ਸੀਮਾਵਾਂ ਨੂੰ ਪਾਰ ਕਰ ਜਾਂਦੇ ਹਨ। ਸੁਲਤਾਨ ਨਿਆਮਰ ਪਾਪਾਕੂ ਸੰਗ ਲੈਜੈਂਡਾ ਅਜਿਹਾ ਹੀ ਇੱਕ ਅਦੁੱਤੀ ਡਰਾਮਾ ਹੈ ਜਿਸਨੇ ਨਾ ਸਿਰਫ ਪੰਜਾਬੀ ਸੱਭਿਆਚਾਰ ਨੂੰ ਇੱਕ ਨਵੀਂ ਪਛਾਣ ਦਿੱਤੀ, ਸਗੋਂ ਪਿਤਾ ਪੁੱਤਰ ਦੇ ਰਿਸ਼ਤੇ, ਵਫ਼ਾਦਾਰੀ, ਬਲੀਦਾਨ ਅਤੇ ਸੁਪਨਿਆਂ ਦੀ ਤਾਕਤ ਨੂੰ ਵੀ ਇੱਕ ਨਵੀਂ ਉਚਾਈ ਦਿਖਾਈ। ਇਹ ਲਿਖਤ ਉਸੇ ਡਰਾਮੇ ਦੀ ਸੰਪੂਰਨ ਸਮੀਖਿਆ ਹੈ ਜਿਸ ਨੂੰ ਪੰਜਾਬੀ ਦਰਸ਼ਕ ਅੱਜ ਵੀ ਲੈਜੈਂਡਾ ਕਹਿ ਕੇ ਯਾਦ ਕਰਦੇ ਹਨ। ਡਰਾਮੇ ਦੀ ਕਹਾਣੀ ਇੱਕ ਛੋਟੇ ਜਿਹੇ ਪਿੰਡ 'ਚੋਂ ਸ਼ੁਰੂ ਹੁੰਦੀ ਹੈ ਜਿੱਥੇ ਇੱਕ ਗਰੀਬ ਪਰ ਇਮਾਨਦਾਰ ਬੁੱਢੇ ਪਿਤਾ ਪਾਪਾਕੂ ਦੀ ਇੱਕੋ ਇੱਕ ਔਲਾਦ ਹੈ, ਸੁਲਤਾਨ ਨਿਆਮਰ। ਪਾਪਾਕੂ ਖੁਦ ਕਦੀ ਇੱਕ ਮਹਾਨ ਕਲਾਕਾਰ ਸੀ, ਪਰ ਸਮੇਂ ਦੀਆਂ ਮਾਰਾਂ ਅਤੇ ਲੋਕਾਂ ਦੀ ਬੇਰੁਖੀ ਨੇ ਉਸ ਨੂੰ ਤੋੜ ਦਿੱਤਾ ਸੀ। ਉਹ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਉਹ ਸਭ ਕੁਝ ਹਾਸਲ ਕਰੇ ਜੋ ਉਹ ਨਹੀਂ ਕਰ ਸਕਿਆ। ਸੁਲਤਾਨ ਇੱਕ ਅਜਿਹਾ ਸੁਪਨਾ ਦੇਖਦਾ ਹੈ, ਇੱਕ ਅਜਿਹਾ ਸੁਲਤਾਨ ਬਣਨ ਦਾ ਜੋ ਸਿਰਫ ਤਾਜ ਅਤੇ ਤਖਤ ਲਈ ਨਹੀਂ, ਸਗੋਂ ਆਪਣੇ ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ। ਪਰ ਇਹ ਰਾਹ ਆਸਾਨ ਨਹੀਂ ਸੀ। ਡਰਾਮੇ ਵਿੱਚ ਸੁਲਤਾਨ ਨੂੰ ਅਨੇਕਾਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸ਼ਕਤੀਸ਼ਾਲੀ ਦੁਸ਼ਮਣ, ਝੂਠੇ ਰਿਸ਼ਤੇ ਅਤੇ ਇੱਥੋਂ ਤੱਕ ਕਿ ਆਪਣੇ ਅੰਦਰਲੇ ਸ਼ੱਕ ਅਤੇ ਡਰ। ਪਰ ਹਰ ਵਾਰ ਉਸਦੇ ਪਿਤਾ ਪਾਪਾਕੂ ਦੀ ਸਿੱਖਿਆ ਅਤੇ ਪਿਆਰ ਉਸ ਨੂੰ ਮੁੜ ਤੋਂ ਖੜ੍ਹਾ ਕਰ ਦਿੰਦਾ ਹੈ। ਡਰਾਮੇ ਦੀ ਸਭ ਤੋਂ ਵੱਡੀ ਤਾਕਤ ਇਸ ਦਾ ਮੂਲ ਸੰਦੇਸ਼ ਹੈ, ਪਿਤਾ ਹੀ ਅਸਲੀ ਸੁਲਤਾਨ ਹੁੰਦਾ ਹੈ ਜੋ ਆਪਣੇ ਪੁੱਤਰ ਨੂੰ ਉੱਚਾ ਚੁੱਕਣ ਲਈ ਆਪਣੀਆਂ ਹੱਡੀਆਂ ਦਾ ਮਹਿਲ ਬਣਾ ਦਿੰਦਾ ਹੈ। ਇਹ ਡਰਾਮਾ ਕੇਵਲ ਮਨੋਰੰਜਨ ਨਹੀਂ ਕਰਦਾ, ਸਗੋਂ ਦਰਸ਼ਕ ਨੂੰ ਆਪਣੇ ਮਾਪਿਆਂ ਦੀ ਕੁਰਬਾਨੀ ਨੂੰ ਸਮਝਣ ਦੀ ਪ੍ਰੇਰਣਾ ਦਿੰਦਾ ਹੈ। ਹਰ ਐਪੀਸੋਡ ਵਿੱਚ ਸੁਲਤਾਨ ਦਾ ਸੰਘਰਸ਼ ਅਤੇ ਪਾਪਾਕੂ ਦਾ ਮੌਨ ਸਮਰਥਨ ਦਰਸ਼ਕਾਂ ਦੀਆਂ ਅੱਖਾਂ 'ਚ ਨਮੀ ਲਿਆ ਦਿੰਦਾ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਇਸ ਡਰਾਮੇ ਨੇ ਕਈ ਨਾਮਵਰ ਕਲਾਕਾਰਾਂ ਨੂੰ ਜਨਮ ਦਿੱਤਾ। ਸੁਲਤਾਨ ਦੇ ਕਿਰਦਾਰ ਵਿੱਚ ਇੱਕ ਅਜਿਹੀ ਕੱਚੀ ਪਰ ਦ੍ਰਿੜ ਊਰਜਾ ਸੀ, ਜਿਵੇਂ ਕੋਈ ਸ਼ੇਰ ਦਾ ਬੱਚਾ ਉੱਡਣਾ ਸਿੱਖ ਰਿਹਾ ਹੋਵੇ। ਉਸ ਦੀਆਂ ਅੱਖਾਂ ਵਿੱਚ ਇੱਕ ਅਜਿਹੀ ਚਮਕ ਸੀ ਜੋ ਦਰਸ਼ਕ ਨੂੰ ਕਹਿ ਰਹੀ ਸੀ, ਮੈਂ ਹਾਰਾਂਗਾ ਨਹੀਂ। ਪਰ ਅਸਲੀ ਜਾਦੂ ਸੀ ਪਾਪਾਕੂ ਦੇ ਕਿਰਦਾਰ ਵਿੱਚ। ਉਹ ਬੁੱਢਾ, ਥੱਕਿਆ, ਟੁੱਟਿਆ ਪਰ ਕਦੇ ਵੀ ਹਾਰ ਨਾ ਮੰਨਣ ਵਾਲਾ ਪਿਤਾ। ਉਸਦਾ ਹਰ ਸੰਵਾਦ ਸਿਰਫ ਡਾਇਲਾਗ ਨਹੀਂ ਸੀ, ਸਗੋਂ ਇੱਕ ਤਜਰਬੇ ਦੀ ਆਵਾਜ਼ ਸੀ। ਜਦੋਂ ਉਹ ਕਹਿੰਦਾ, ਪੁੱਤਰ, ਤੂੰ ਮੇਰੀ ਉਮੀਦ ਦਾ ਦਰਿਆ ਹੈ, ਮੈਂ ਤਾਂ ਰੇਤ ਦਾ ਕਿਨਾਰਾ ਹਾਂ, ਤਾਂ ਘਰ-ਘਰ ਵਿੱਚ ਖਾਮੋਸ਼ੀ ਛਾ ਜਾਂਦੀ ਸੀ। ਡਰਾਮੇ ਦਾ ਸੰਗੀਤ ਵੀ ਇਸ ਦੀ ਕਾਮਯਾਬੀ ਦਾ ਇੱਕ ਵੱਡਾ ਕਾਰਨ ਸੀ। ਹਰ ਐਪੀਸੋਡ ਦੇ ਪਿੱਛੇ ਲੱਗੇ ਗੀਤ, ਖਾਸ ਕਰਕੇ ਉਹ ਗੀਤ ਜਦੋਂ ਸੁਲਤਾਨ ਅਸਮਾਨ ਵੱਲ ਦੇਖ ਕੇ ਸੁਪਨਾ ਦੇਖਦਾ ਹੈ, ਮੈਂ ਉੱਡਣਾ ਹਾਂ, ਭਾਵੇਂ ਖੰਭ ਨਾ ਹੋਣ, ਅੱਜ ਵੀ ਪੰਜਾਬੀ ਯੂਥ ਦੇ ਕੰਨਾਂ 'ਚ ਗੂੰਜਦਾ ਹੈ। ਬੈਕਗਰਾਉਂਡ ਸਕੋਰ ਨੇ ਹਰ ਦ੍ਰਿਸ਼ ਦੀ ਭਾਵਨਾ ਨੂੰ ਦੁੱਗਣਾ ਕਰ ਦਿੱਤਾ। ਖੁਸ਼ੀ ਦੇ ਸੀਨ ਵਿੱਚ ਢੋਲਕੀ ਦੀਆਂ ਥਾਪੀਆਂ, ਗਮ ਦੇ ਸੀਨ ਵਿੱਚ ਅਲਗੋਜ਼ੇ ਦਾ ਰੋਣਾ ਅਤੇ ਜੰਗ ਦੇ ਸੀਨ ਵਿੱਚ ਨਗਾਰਿਆਂ ਦੀ ਗਰਜ, ਸਭ ਕੁਝ ਸੰਪੂਰਨ ਸੀ। ਨਿਰਦੇਸ਼ਕ ਦੀ ਪ੍ਰਤਿਭਾ ਵੀ ਕਾਬਿਲ ਇਹ ਤਾਰੀਫ ਹੈ। ਉਸਨੇ ਹਰ ਦ੍ਰਿਸ਼ ਨੂੰ ਇੱਕ ਪੇਂਟਿੰਗ ਵਾਂਗ ਸਜਾਇਆ ਹੈ। ਪਿੰਡ ਦੀਆਂ ਗਲੀਆਂ, ਖੇਤਾਂ ਵਿੱਚ ਸ਼ਾਮ ਦੀ ਧੁੱਪ, ਸੁਲਤਾਨ ਦੇ ਘਰ ਦੀ ਟੁੱਟੀ ਛੱਤ, ਸਭ ਕੁਝ ਬਹੁਤ ਹੀ ਸੁਹਜਾਤਮਿਕ ਅਤੇ ਯਥਾਰਥਵਾਦੀ ਹੈ। ਇੱਕ ਖਾਸ ਸੀਨ ਹੈ ਜਦੋਂ ਸੁਲਤਾਨ ਆਪਣੇ ਪਿਤਾ ਦੀ ਸਵਾਰੀ ਕਰਕੇ ਸ਼ਹਿਰ ਜਾਂਦਾ ਹੈ ਅਤੇ ਰਸਤੇ ਵਿੱਚ ਉਹ ਇੱਕ ਮਿਰਗ ਦੇ ਬੱਚੇ ਨੂੰ ਆਪਣੀ ਮਾਂ ਤੋਂ ਵਿਛੜਦੇ ਦੇਖਦਾ ਹੈ। ਇਹ ਦ੍ਰਿਸ਼ ਦੱਸਦਾ ਹੈ ਕਿ ਨਿਰਦੇਸ਼ਕ ਨੇ ਕਿਸ ਕਦਰ ਕਹਾਣੀ ਦੇ ਅੰਦਰਲੇ ਸੰਦੇਸ਼ ਨੂੰ ਸਮਝਿਆ। ਡਰਾਮੇ ਦੀ ਲਿਖਤ ਵੀ ਬਹੁਤ ਮਜ਼ਬੂਤ ਹੈ। ਸੰਵਾਦ ਪੰਜਾਬੀ ਦੇ ਅਸਲੀ ਲਹਿੰਦੇ ਅਤੇ ਮਾਝੇ ਦੇ ਮਿਸ਼ਰਣ ਵਿੱਚ ਲਿਖੇ ਗਏ ਹਨ, ਪਰ ਇੰਨੇ ਸਾਫ਼ ਕਿ ਕੋਈ ਵੀ ਪੰਜਾਬੀ ਉਨ੍ਹਾਂ ਨੂੰ ਸਮਝ ਸਕੇ। ਹਾਸੇ ਰਸ ਦੇ ਸੀਨ ਵਿੱਚ ਉਨ੍ਹਾਂ ਨੇ ਪਿੰਡ ਦੇ ਠੱਠੇ ਮਖੌਲ ਨੂੰ ਵਰਤਿਆ, ਜਦਕਿ ਗੰਭੀਰ ਸੀਨ ਵਿੱਚ ਉਨ੍ਹਾਂ ਨੇ ਬੁੱਲੇ ਸ਼ਾਹ ਅਤੇ ਵਾਰਿਸ ਸ਼ਾਹ ਦੇ ਅਰਥਾਂ ਨੂੰ ਆਮ ਭਾਸ਼ਾ ਵਿੱਚ ਢਾਲ ਦਿੱਤਾ। ਇੱਕ ਮਹੱਤਵਪੂਰਨ ਸੰਵਾਦ ਹੈ, ਸੁਲਤਾਨ ਉਹ ਨਹੀਂ ਜੋ ਤਖਤ ਤੇ ਬੈਠੇ, ਸੁਲਤਾਨ ਉਹ ਹੈ ਜੋ ਆਪਣੇ ਪਿਤਾ ਦੀ ਸੇਜ ਤੇ ਆਪਣਾ ਸਿਰ ਰੱਖ ਸਕੇ। ਡਰਾਮੇ ਦੇ ਦੁਸ਼ਮਣ ਵੀ ਇੱਕ ਅਯਾਮੀ ਨਹੀਂ ਹਨ। ਮੁੱਖ ਖਲਨਾਇਕ, ਜਿਸ ਦਾ ਨਾਂ ਸੀ ਮਿਰਜ਼ਾ ਕੁੱਤਾ, ਇੱਕ ਅਜਿਹਾ ਵਿਅਕਤੀ ਹੈ ਜਿਸ ਨੂੰ ਪਿਆਰ ਨਾ ਮਿਲਿਆ ਹੋਵੇ, ਇਸ ਲਈ ਉਹ ਦੂਜਿਆਂ ਦਾ ਪਿਆਰ ਤੋੜਨਾ ਚਾਹੁੰਦਾ ਹੈ। ਉਸ ਦਾ ਕਿਰਦਾਰ ਇੱਕ ਸਬਕ ਹੈ ਕਿ ਜਦੋਂ ਬੱਚੇ ਨੂੰ ਪਿਤਾ ਤੋਂ ਪਿਆਰ ਨਹੀਂ ਮਿਲਦਾ ਤਾਂ ਉਹ ਅੱਗ ਬਣ ਜਾਂਦਾ ਹੈ।
ਪਰ ਸੁਲਤਾਨ ਅਤੇ ਪਾਪਾਕੂ ਦਾ ਰਿਸ਼ਤਾ ਉਸ ਅੱਗ ਤੇ ਪਾਣੀ ਦਾ ਕੰਮ ਕਰਦਾ ਹੈ। ਪੰਜਾਬੀ ਸੱਭਿਆਚਾਰ ਦੀ ਨੁਮਾਇੰਦਗੀ ਵੀ ਇਸ ਡਰਾਮੇ ਵਿੱਚ ਬਹੁਤ ਸੁਹਜ ਨਾਲ ਕੀਤੀ ਗਈ ਹੈ। ਲੋਕ ਗੀਤ, ਤੰਦਰੁਸਤੀ ਦੇ ਲੋਕ ਉਪਚਾਰ, ਪਿੰਡ ਦੀ ਪੰਚਾਇਤ, ਸੱਦਰਾਂ ਦੀਆਂ ਰਸਮਾਂ ਅਤੇ ਇੱਥੋਂ ਤੱਕ ਕਿ ਫਸਲਾਂ ਦੀ ਕਟਾਈ ਦੇ ਸੀਨ, ਹਰ ਪਹਿਲੂ ਨੂੰ ਬੜੇ ਸਜੀਵਤਾ ਨਾਲ ਦਿਖਾਇਆ ਗਿਆ ਹੈ। ਪਰ ਇਹ ਸਿਰਫ ਦਿਖਾਵਾ ਨਹੀਂ ਹੈ, ਸਗੋਂ ਕਹਾਣੀ ਦਾ ਹਿੱਸਾ ਹੈ। ਜਦੋਂ ਸੁਲਤਾਨ ਆਪਣੇ ਪਿਤਾ ਨਾਲ ਖੇਤਾਂ ਵਿੱਚ ਗੱਡੀ ਚਲਾਉਂਦਾ ਹੈ, ਉਸ ਸਮਾਂ ਉਸ ਨੂੰ ਜ਼ਿੰਦਗੀ ਦੇ ਅਸਲੀ ਸਬਕ ਸਿਖਾਉਂਦਾ ਹੈ: ਮਿਹਨਤ, ਸਬਰ ਅਤੇ ਧਰਤੀ ਦਾ ਸਤਿਕਾਰ। ਡਰਾਮੇ ਦੀ ਸਭ ਤੋਂ ਮਾਰਕੀਟਿੰਗ ਪਹਿਲੂ ਇਸ ਦਾ ਪ੍ਰਚਾਰ ਨਹੀਂ ਸੀ, ਸਗੋਂ ਮੂੰਹੋਂ-ਮੂੰਹ ਸੀ। ਇੱਕ ਵਿਅਕਤੀ ਨੇ ਦੂਜੇ ਨੂੰ ਦੱਸਿਆ, ਫਿਰ ਉਸਨੇ ਦੂਜੇ ਨੂੰ, ਅਤੇ ਜਲਦੀ ਹੀ ਇਹ ਅੱਗ ਵਾਂਗ ਫੈਲ ਗਿਆ। ਲੋਕ ਐਤਵਾਰ ਦੀ ਸ਼ਾਮ ਇਸ ਡਰਾਮੇ ਦੀ ਉਡੀਕ ਕਰਦੇ ਸਨ। ਦੁਕਾਨਾਂ ਬੰਦ ਹੋ ਜਾਂਦੀਆਂ ਸਨ, ਪਰਿਵਾਰ ਇਕੱਠੇ ਬੈਠ ਕੇ ਡਰਾਮਾ ਦੇਖਦੇ ਸਨ। ਹਰ ਐਪੀਸੋਡ ਦੇ ਅੰਤ ਤੇ ਅਗਲੇ ਹਫ਼ਤੇ ਦਾ ਪ੍ਰੋਮੋ ਦਿਖਾਇਆ ਜਾਂਦਾ ਅਤੇ ਲੋਕਾਂ ਦੇ ਦਿਲ ਧੜਕਣ ਲੱਗ ਪੈਂਦੇ ਸਨ। ਇਹ ਡਰਾਮਾ ਸਿਰਫ ਮਨੋਰੰਜਨ ਨਹੀਂ ਸੀ, ਸਗੋਂ ਇੱਕ ਸਮਾਜਕ ਦਸਤਾਵੇਜ਼ ਸੀ। ਇਸਨੇ ਦਿਖਾਇਆ ਕਿ ਇੱਕ ਗਰੀਬ ਪਰ ਪਿਆਰ ਕਰਨ ਵਾਲਾ ਪਿਤਾ ਆਪਣੇ ਪੁੱਤਰ ਨੂੰ ਕਿਵੇਂ ਦੁਨੀਆ ਦਾ ਸਭ ਤੋਂ ਵੱਡਾ ਸੁਲਤਾਨ ਬਣਾ ਸਕਦਾ ਹੈ। ਇਸਨੇ ਉਹਨਾਂ ਲਈ ਆਵਾਜ਼ ਬੁਲੰਦ ਕੀਤੀ ਜਿਹੜੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਅਧੂਰਾ ਛੱਡ ਕੇ ਸ਼ਹਿਰਾਂ ਵੱਲ ਭੱਜ ਗਏ। ਇਸਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਸੁਪਨੇ ਸਿਰਫ ਪੈਸੇ ਅਤੇ ਸ਼ੋਹਰਤ ਦੇ ਨਹੀਂ ਹੁੰਦੇ, ਸਗੋਂ ਉਸ ਵਿਅਕਤੀ ਦੀ ਮੁਸਕਰਾਹਟ ਦੇ ਵੀ ਹੁੰਦੇ ਹਨ ਜਿਸਨੇ ਤੁਹਾਨੂੰ ਉਠਾਇਆ। ਨਕਾਰਾਤਮਕ ਪੱਖਾਂ ਦੀ ਗੱਲ ਕਰੀਏ ਤਾਂ ਹਰ ਰਚਨਾ ਵਾਂਗ ਇਸ ਵਿੱਚ ਵੀ ਕੁਝ ਖਾਮੀਆਂ ਸਨ। ਕੁਝ ਐਪੀਸੋਡ ਵਿੱਚ ਕਹਾਣੀ ਥੋੜ੍ਹੀ ਖਿੱਚੀ ਹੋਈ ਲੱਗਦੀ ਸੀ, ਜਿਵੇਂ ਨਿਰਮਾਤਾ ਸੀਰੀਅਲ ਨੂੰ ਲੰਮਾ ਕਰਨ ਲਈ ਵਾਧੂ ਸੀਨ ਜੋੜ ਰਹੇ ਹੋਣ। ਇੱਕ ਖਾਸ ਟਰੈਕ ਜਿੱਥੇ ਸੁਲਤਾਨ 1 ਸਾਲ ਲਈ ਗੁੰਮ ਹੋ ਜਾਂਦਾ ਹੈ, ਉਹ ਹੱਦੋਂ ਵੱਧ ਨਾਟਕੀ ਲੱਗਿਆ। ਇਸ ਤੋਂ ਇਲਾਵਾ ਕੁਝ ਸਹਾਇਕ ਕਿਰਦਾਰਾਂ ਦੀ ਅਦਾਕਾਰੀ ਓਨੀ ਪੱਕੀ ਨਹੀਂ ਸੀ ਜਿੰਨੀ ਮੁੱਖ ਕਿਰਦਾਰਾਂ ਦੀ ਸੀ। ਥੋੜੇ ਬਹੁਤੇ ਪਲਾਂ ਵਿੱਚ ਡਾਇਲਾਗ ਡਿਲੀਵਰੀ ਕਮਜ਼ੋਰ ਲੱਗੀ, ਪਰ ਇਹ ਖਾਮੀਆਂ ਮੁੱਖ ਪ੍ਰਭਾਵ ਦੇ ਅੱਗੇ ਬਹੁਤ ਛੋਟੀਆਂ ਸਨ। ਡਰਾਮੇ ਦਾ ਸਭ ਤੋਂ ਤਾਕਤਵਰ ਮੁਕਾਬਲਾ ਇਸ ਦੀ ਸਮਾਪਤੀ ਵਿੱਚ ਹੈ। ਜਦੋਂ ਸੁਲਤਾਨ ਸਾਰੀਆਂ ਮੁਸ਼ਕਿਲਾਂ ਪਾਰ ਕਰਕੇ ਆਪਣੇ ਪਿਤਾ ਦੇ ਖੁੰਡੇ ਹੋਏ ਪੈਰਾਂ ਕੋਲ ਬੈਠਦਾ ਹੈ ਅਤੇ ਕਹਿੰਦਾ ਹੈ, ਪਾਪਾਕੂ, ਮੈਂ ਤੁਹਾਡਾ ਸੁਲਤਾਨ ਨਹੀਂ, ਮੈਂ ਤੁਹਾਡਾ ਪੁੱਤਰ ਹਾਂ, ਤਾਂ ਡਰਾਮਾ ਦੇਖਣ ਵਾਲੇ ਹਰ ਵਿਅਕਤੀ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਹਨ। ਇਹ ਦ੍ਰਿਸ਼ ਪੰਜਾਬੀ ਟੈਲੀਵਿਜ਼ਨ ਦੇ ਸਭ ਤੋਂ ਯਾਦਗਾਰੀ ਦ੍ਰਿਸ਼ਾਂ ਵਿੱਚੋਂ ਇੱਕ ਹੈ। ਨਿਰਦੇਸ਼ਕ ਨੇ ਇਸ ਸੀਨ ਨੂੰ ਇੰਨੀ ਸ਼ਿੱਦਤ ਨਾਲ ਪੇਸ਼ ਕੀਤਾ ਕਿ ਇਹ ਸਿਰਫ ਪਰਦੇ ਤੱਕ ਸੀਮਤ ਨਾ ਰਿਹਾ, ਸਗੋਂ ਲੋਕਾਂ ਦੇ ਅਸਲ ਜੀਵਨ ਵਿੱਚ ਉਤਰ ਆਇਆ। ਸਮਕਾਲੀ ਪੰਜਾਬੀ ਡਰਾਮਿਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਅੱਜ ਦੇ ਬਹੁਤੇ ਡਰਾਮੇ ਪੱਛਮੀ ਕਲਚਰ ਦੀ ਨਕਲ ਕਰਦੇ ਹਨ, ਵਿਦੇਸ਼ੀ ਲੋਕੇਸ਼ਨਾਂ ਤੇ ਫਿਲਮਾਏ ਜਾਂਦੇ ਹਨ ਅਤੇ ਉਹਨਾਂ ਵਿੱਚ ਡੂੰਘਾਈ ਦੀ ਘਾਟ ਹੁੰਦੀ ਹੈ। ਸੁਲਤਾਨ ਨਿਆਮਰ ਪਾਪਾਕੂ ਇਸ ਮਾਮਲੇ ਵਿੱਚ ਬਿਲਕੁਲ ਵੱਖਰਾ ਹੈ। ਇਹ ਆਪਣੀਆਂ ਜੜ੍ਹਾਂ ਵਿੱਚ ਡੂੰਘਾ ਧੱਸਿਆ ਹੋਇਆ ਹੈ। ਇਸਨੇ ਬਿਨਾਂ ਕਿਸੇ ਸ਼ੋਆਫਟ ਦੇ ਸਿੱਧੇ ਦਿਲ ਤੇ ਵਾਰ ਕੀਤਾ। ਕਈ ਡਰਾਮੇ ਸਾਲਾਂ ਵਿੱਚ ਭੁੱਲ ਜਾਂਦੇ ਹਨ, ਪਰ ਇਸ ਦੇ ਸੰਵਾਦ ਅੱਜ ਵੀ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਜਾਂਦੇ ਹਨ। ਇਸ ਦੇ ਮੀਮਸ ਬਣਦੇ ਹਨ, ਇਸ ਦੇ ਗੀਤ ਰੀਮਿਕਸ ਹੁੰਦੇ ਹਨ ਅਤੇ ਨਵੀਂ ਪੀੜ੍ਹੀ ਵੀ ਇਸ ਨੂੰ ਖੋਜ ਕੇ ਦੇਖਦੀ ਹੈ। ਸਿੱਖਿਆ ਦੇ ਦ੍ਰਿਸ਼ਟੀਕੋਣ ਤੋਂ ਵੀ ਇਹ ਡਰਾਮਾ ਬਹੁਤ ਆਮ ਹੈ। ਅੱਜ ਦੇ ਸਮੇਂ ਵਿੱਚ ਜਦੋਂ ਬੱਚੇ ਮਾਪਿਆਂ ਦੀ ਕਦਰ ਨਹੀਂ ਕਰਦੇ, ਜਦੋਂ ਮੋਬਾਈਲ ਫੋਨਾਂ ਨੇ ਗੱਲਬਾਤ ਨੂੰ ਖਤਮ ਕਰ ਦਿੱਤਾ ਹੈ, ਇਹ ਡਰਾਮਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਇੱਕ ਪਿਤਾ ਦੀ ਕੁਰਬਾਨੀ ਕਦੇ ਵੀ ਬੇਅਸਰ ਨਹੀਂ ਹੁੰਦੀ। ਇਹ ਡਰਾਮਾ ਹਰ ਸਕੂਲ ਵਿੱਚ ਦਿਖਾਇਆ ਜਾਣਾ ਚਾਹੀਦਾ ਹੈ ਤਾਂ ਜੋ ਬੱਚੇ ਸਮਝ ਸਕਣ ਕਿ ਉਹਨਾਂ ਦੇ ਮਾਪੇ ਹੀ ਉਹਨਾਂ ਦੇ ਅਸਲੀ ਸੁਲਤਾਨ ਹਨ। ਜੇਕਰ ਅਸੀਂ ਇਸ ਡਰਾਮੇ ਦੇ ਪ੍ਰਭਾਵ ਨੂੰ ਮਾਪੀਏ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਨੇ ਪੰਜਾਬੀ ਡਰਾਮੇ ਨੂੰ ਇੱਕ ਨਵੀਂ ਪਛਾਣ ਦਿੱਤੀ। ਇਸ ਤੋਂ ਪਹਿਲਾਂ ਪੰਜਾਬੀ ਡਰਾਮੇ ਜਾਂ ਤਾਂ ਬਹੁਤ ਘੱਟ ਗੁਣਵੱਤਾ ਵਾਲੇ ਹੁੰਦੇ ਸਨ ਜਾਂ ਫਿਰ ਹਿੰਦੀ ਦੀ ਪੈਰੋਡੀ। ਸੁਲਤਾਨ ਨਿਆਮਰ ਪਾਪਾਕੂ ਨੇ ਸਾਬਤ ਕੀਤਾ ਕਿ ਪੰਜਾਬੀ ਵਿੱਚ ਵੀ ਗੰਭੀਰ, ਸੁਹਜਾਤਮਿਕ ਅਤੇ ਸੰਦੇਸ਼ਯੁਕਤ ਡਰਾਮੇ ਬਣ ਸਕਦੇ ਹਨ। ਇਸ ਨੇ ਨਵੇਂ ਲੇਖਕਾਂ, ਨਿਰਦੇਸ਼ਕਾਂ ਅਤੇ ਅਦਾਕਾਰਾਂ ਨੂੰ ਪ੍ਰੇਰਿਤ ਕੀਤਾ। ਇਸ ਡਰਾਮੇ ਨੇ ਇੱਕ ਹੋਰ ਆਮ ਕੰਮ ਕੀਤਾ, ਇਸ ਨੇ ਪੰਜਾਬੀ ਬੋਲੀ ਦੇ ਵੱਖ-ਵੱਖ ਲਹਿਜਿਆਂ ਨੂੰ ਇੱਕ ਸਾਂਝੇ ਮੰਚ ਤੇ ਪੇਸ਼ ਕੀਤਾ। ਮਾਲਵਈ, ਦੁਆਬੀ, ਪੁਆਧੀ ਅਤੇ ਮਾਝੇ ਦਾ ਸੁਮੇਲ ਇਸ ਡਰਾਮੇ ਨੂੰ ਇੱਕ ਅਜਿਹੀ ਸਾਂਝੀ ਪੰਜਾਬੀਅਤ ਬਣਾ ਦਿੰਦਾ ਹੈ। ਇੱਕ ਕਿਰਦਾਰ ਬਿਲਕੁਲ ਫਿਰੋਜ਼ਪੁਰ ਦਾ ਲੱਗਦਾ ਹੈ ਤਾਂ ਦੂਜਾ ਗੁਰਦਾਸਪੁਰ ਦਾ। ਇਹ ਵਿਭਿੰਨਤਾ ਡਰਾਮੇ ਦੀ ਜਾਨ ਹੈ। ਆਲੋਚਨਾ ਦੇ ਨਿਸ਼ਾਨੇ ਤੇ ਇੱਕ ਬਿੰਦੂ ਹੋਰ ਹੈ, ਡਰਾਮੇ ਦਾ ਸੈਕੰਡਰੀ ਟਰੈਕ, ਜਿਸ ਵਿੱਚ ਸੁਲਤਾਨ ਦੀ ਪ੍ਰੇਮਿਕਾ ਦੀ ਕਹਾਣੀ ਸੀ। ਉਹ ਕਿਰਦਾਰ ਬਹੁਤ ਘੱਟ ਸਕਰੀਨ ਟਾਈਮ ਮਿਲਣ ਕਾਰਨ ਅਧੂਰਾ ਰਹਿ ਗਿਆ। ਦਰਸ਼ਕਾਂ ਨੂੰ ਕਦੇ ਸਮਝ ਨਹੀਂ ਆਇਆ ਕਿ ਉਹ ਸੁਲਤਾਨ ਨੂੰ ਇੰਨਾ ਪਿਆਰ ਕਿਉਂ ਕਰਦੀ ਹੈ, ਸਿਰਫ ਇਸ ਲਈ ਕਿ ਉਹ ਸੁੰਦਰ ਹੈ। ਇਹ ਬਿੰਦੂ ਥੋੜਾ ਕੱਚਾ ਰਹਿ ਗਿਆ, ਪਰ ਮੁੱਖ ਕਹਾਣੀ ਇੰਨੀ ਸ਼ਕਤੀਸ਼ਾਲੀ ਹੈ ਕਿ ਇਹ ਕਮਜ਼ੋਰੀ ਨਜ਼ਰਅੰਦਾਜ਼ ਕੀਤੀ ਜਾ ਸਕਦੀ ਹੈ। ਡਰਾਮੇ ਦੀ ਲੰਬਾਈ ਵੀ ਇੱਕ ਆਮ ਪਹਿਲੂ ਹੈ। ਤਕਰੀਬਨ 40 ਐਪੀਸੋਡਾਂ ਵਿੱਚ ਫੈਲਿਆ ਇਹ ਡਰਾਮਾ ਕਈ ਵਾਰੀ ਕਹਾਣੀ ਨੂੰ ਘੁਮਾਉਣ ਦੀ ਕੋਸ਼ਿਸ਼ ਕਰਦਾ ਹੈ,
ਪਰ ਆਖਰਕਾਰ ਹਰ ਮੋੜ ਨਵਾਂ ਅਰਥ ਲੈ ਕੇ ਆਉਂਦਾ ਹੈ। ਜੇਕਰ ਇਸ ਨੂੰ 25 ਤੋਂ 30 ਐਪੀਸੋਡਾਂ ਵਿੱਚ ਸਮੇਟਿਆ ਜਾਂਦਾ ਤਾਂ ਸ਼ਾਇਦ ਇਸ ਦਾ ਪ੍ਰਭਾਵ ਹੋਰ ਵੀ ਤੇਜ਼ ਹੁੰਦਾ। ਪਰ ਫਿਰ ਵੀ ਪੰਜਾਬੀ ਦਰਸ਼ਕ ਨੇ ਸਾਰੇ ਐਪੀਸੋਡਾਂ ਨੂੰ ਉਸੇ ਸ਼ਿੱਦਤ ਨਾਲ ਦੇਖਿਆ ਜਿਵੇਂ ਪਹਿਲੇ ਐਪੀਸੋਡ ਨੂੰ। ਅੱਜ ਜਦੋਂ ਅਸੀਂ ਇਸ ਡਰਾਮੇ ਨੂੰ YouTube ਜਾਂ ਔਨਲਾਈਨ ਪਲੇਟਫਾਰਮਾਂ ਤੇ ਵਾਪਸ ਦੇਖਦੇ ਹਾਂ ਤਾਂ ਇਹ ਅਜੇ ਵੀ ਤਾਜ਼ਾ ਲੱਗਦਾ ਹੈ। ਇਸ ਦੇ ਵਿਜ਼ੂਅਲ ਇਫੈਕਟਸ ਅਤੇ ਪ੍ਰੋਡਕਸ਼ਨ ਕੁਆਲਿਟੀ ਮੌਜੂਦਾ ਸਮੇਂ ਦੇ ਹਿਸਾਬ ਨਾਲ ਪੁਰਾਣੀ ਲੱਗ ਸਕਦੀ ਹੈ, ਪਰ ਇਸ ਦੀ ਭਾਵਨਾ ਅਤੇ ਕਹਾਣੀ ਸਮੇਂ ਤੋਂ ਉੱਪਰ ਹੈ। ਅਦਾਕਾਰਾਂ ਨੇ ਆਪਣੇ ਕਿਰਦਾਰਾਂ ਵਿੱਚ ਇੰਨੀ ਜਾਨ ਪਾ ਦਿੱਤੀ ਕਿ ਅਸੀਂ ਅੱਜ ਵੀ ਪਾਪਾਕੂ ਨੂੰ ਉਸਦੀ ਲਾਠੀ ਅਤੇ ਪੱਗ ਨਾਲ ਅਤੇ ਸੁਲਤਾਨ ਨੂੰ ਉਸਦੀ ਚਮਕਦਾਰ ਅੱਖਾਂ ਨਾਲ ਪਛਾਣਦੇ ਹਾਂ। ਸਮੀਖਿਆ ਦੇ ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਸੁਲਤਾਨ ਨਿਆਮਰ ਪਾਪਾਕੂ ਸੰਗ ਲੈਜੈਂਡਾ ਕੇਵਲ ਇੱਕ ਡਰਾਮਾ ਨਹੀਂ ਹੈ, ਸਗੋਂ ਇੱਕ ਅਨੁਭਵ ਹੈ। ਇਸਨੇ ਸਾਨੂੰ ਰੋਣਾ, ਹੱਸਣਾ, ਗੁੱਸਾ ਹੋਣਾ ਅਤੇ ਸਭ ਤੋਂ ਵੱਧ ਆਪਣੇ ਪਿਤਾ ਨੂੰ ਗੱਲੇ ਲਾਉਣ ਦੀ ਪ੍ਰੇਰਣਾ ਦਿੱਤੀ। ਜੇਕਰ ਤੁਸੀਂ ਪੰਜਾਬੀ ਹੋ ਤਾਂ ਤੁਹਾਨੂੰ ਇਹ ਡਰਾਮਾ ਜ਼ਰੂਰ ਦੇਖਣਾ ਚਾਹੀਦਾ ਹੈ। ਜੇਕਰ ਤੁਸੀਂ ਕਿਸੇ ਹੋਰ ਭਾਸ਼ਾ ਦੇ ਦਰਸ਼ਕ ਹੋ ਤਾਂ ਵੀ ਇਹ ਡਰਾਮਾ ਤੁਹਾਡੇ ਦਿਲ ਨੂੰ ਛੂਹ ਜਾਵੇਗਾ, ਕਿਉਂਕਿ ਪਿਤਾ ਪੁੱਤਰ ਦਾ ਪਿਆਰ ਸਾਰੀਆਂ ਭਾਸ਼ਾਵਾਂ ਵਿੱਚ ਇੱਕੋ ਜਿਹਾ ਹੁੰਦਾ ਹੈ। ਅਤੇ ਹਾਂ, ਜਦੋਂ ਤੁਸੀਂ ਇਸ ਨੂੰ ਦੇਖੋ ਤਾਂ ਆਪਣੇ ਪਾਪਾ ਨੂੰ ਇੱਕ ਵਾਰ ਜ਼ਰੂਰ ਗੱਲੇ ਲਾਉਂਦੇ, ਕਿਉਂਕਿ ਇਹੀ ਇਸ ਡਰਾਮੇ ਦਾ ਅਸਲੀ ਸੰਦੇਸ਼ ਹੈ। ਸੁਲਤਾਨ ਨਿਆਮਰ ਪਾਪਾਕੂ ਸੰਗ ਲੈਜੈਂਡਾ ਡਰਾਮਾ ਇੱਕ ਸੰਪੂਰਨ ਸਮੀਖਿਆ। ਪੰਜਾਬੀ ਰੰਗਮੰਚ ਅਤੇ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਕਈ ਅਜਿਹੇ ਡਰਾਮੇ ਆਏ ਹਨ ਜਿਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ਤੇ ਆਪਣੀ ਛਾਪ ਛੱਡੀ ਹੈ, ਪਰ ਕੁਝ ਡਰਾਮੇ ਅਜਿਹੇ ਹੁੰਦੇ ਹਨ ਜੋ ਸਮੇਂ ਦੀਆਂ ਸੀਮਾਵਾਂ ਨੂੰ ਪਾਰ ਕਰ ਜਾਂਦੇ ਹਨ। ਸੁਲਤਾਨ ਨਿਆਮਰ ਪਾਪਾਕੂ ਸੰਗ ਲੈਜੈਂਡਾ ਅਜਿਹਾ ਹੀ ਇੱਕ ਅਦੁੱਤੀ ਡਰਾਮਾ ਹੈ ਜਿਸਨੇ ਨਾ ਸਿਰਫ ਪੰਜਾਬੀ ਸੱਭਿਆਚਾਰ ਨੂੰ ਇੱਕ ਨਵੀਂ ਪਛਾਣ ਦਿੱਤੀ, ਸਗੋਂ ਪਿਤਾ ਪੁੱਤਰ ਦੇ ਰਿਸ਼ਤੇ, ਵਫ਼ਾਦਾਰੀ, ਬਲੀਦਾਨ ਅਤੇ ਸੁਪਨਿਆਂ ਦੀ ਤਾਕਤ ਨੂੰ ਵੀ ਇੱਕ ਨਵੀਂ ਉਚਾਈ ਦਿਖਾਈ। ਇਹ ਲਿਖਤ ਉਸੇ ਡਰਾਮੇ ਦੀ ਸੰਪੂਰਨ ਸਮੀਖਿਆ ਹੈ ਜਿਸ ਨੂੰ ਪੰਜਾਬੀ ਦਰਸ਼ਕ ਅੱਜ ਵੀ ਲੈਜੈਂਡਾ ਕਹਿ ਕੇ ਯਾਦ ਕਰਦੇ ਹਨ। ਡਰਾਮੇ ਦੀ ਕਹਾਣੀ ਇੱਕ ਛੋਟੇ ਜਿਹੇ ਪਿੰਡ 'ਚੋਂ ਸ਼ੁਰੂ ਹੁੰਦੀ ਹੈ ਜਿੱਥੇ ਇੱਕ ਗਰੀਬ ਪਰ ਇਮਾਨਦਾਰ ਬੁੱਢੇ ਪਿਤਾ ਪਾਪਾਕੂ ਦੀ ਇੱਕੋ ਇੱਕ ਔਲਾਦ ਹੈ, ਸੁਲਤਾਨ ਨਿਆਮਰ। ਪਾਪਾਕੂ ਖੁਦ ਕਦੀ ਇੱਕ ਮਹਾਨ ਕਲਾਕਾਰ ਸੀ, ਪਰ ਸਮੇਂ ਦੀਆਂ ਮਾਰਾਂ ਅਤੇ ਲੋਕਾਂ ਦੀ ਬੇਰੁਖੀ ਨੇ ਉਸ ਨੂੰ ਤੋੜ ਦਿੱਤਾ ਸੀ। ਉਹ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਉਹ ਸਭ ਕੁਝ ਹਾਸਲ ਕਰੇ ਜੋ ਉਹ ਨਹੀਂ ਕਰ ਸਕਿਆ। ਸੁਲਤਾਨ ਇੱਕ ਅਜਿਹਾ ਸੁਪਨਾ ਦੇਖਦਾ ਹੈ, ਇੱਕ ਅਜਿਹਾ ਸੁਲਤਾਨ ਬਣਨ ਦਾ ਜੋ ਸਿਰਫ ਤਾਜ ਅਤੇ ਤਖਤ ਲਈ ਨਹੀਂ, ਸਗੋਂ ਆਪਣੇ ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ। ਪਰ ਇਹ ਰਾਹ ਆਸਾਨ ਨਹੀਂ ਸੀ। ਡਰਾਮੇ ਵਿੱਚ ਸੁਲਤਾਨ ਨੂੰ ਅਨੇਕਾਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸ਼ਕਤੀਸ਼ਾਲੀ ਦੁਸ਼ਮਣ, ਝੂਠੇ ਰਿਸ਼ਤੇ ਅਤੇ ਇੱਥੋਂ ਤੱਕ ਕਿ ਆਪਣੇ ਅੰਦਰਲੇ ਸ਼ੱਕ ਅਤੇ ਡਰ। ਪਰ ਹਰ ਵਾਰ ਉਸਦੇ ਪਿਤਾ ਪਾਪਾਕੂ ਦੀ ਸਿੱਖਿਆ ਅਤੇ ਪਿਆਰ ਉਸ ਨੂੰ ਮੁੜ ਤੋਂ ਖੜ੍ਹਾ ਕਰ ਦਿੰਦਾ ਹੈ। ਡਰਾਮੇ ਦੀ ਸਭ ਤੋਂ ਵੱਡੀ ਤਾਕਤ ਇਸ ਦਾ ਮੂਲ ਸੰਦੇਸ਼ ਹੈ, ਪਿਤਾ ਹੀ ਅਸਲੀ ਸੁਲਤਾਨ ਹੁੰਦਾ ਹੈ ਜੋ ਆਪਣੇ ਪੁੱਤਰ ਨੂੰ ਉੱਚਾ ਚੁੱਕਣ ਲਈ ਆਪਣੀਆਂ ਹੱਡੀਆਂ ਦਾ ਮਹਿਲ ਬਣਾ ਦਿੰਦਾ ਹੈ। ਇਹ ਡਰਾਮਾ ਕੇਵਲ ਮਨੋਰੰਜਨ ਨਹੀਂ ਕਰਦਾ, ਸਗੋਂ ਦਰਸ਼ਕ ਨੂੰ ਆਪਣੇ ਮਾਪਿਆਂ ਦੀ ਕੁਰਬਾਨੀ ਨੂੰ ਸਮਝਣ ਦੀ ਪ੍ਰੇਰਣਾ ਦਿੰਦਾ ਹੈ। ਹਰ ਐਪੀਸੋਡ ਵਿੱਚ ਸੁਲਤਾਨ ਦਾ ਸੰਘਰਸ਼ ਅਤੇ ਪਾਪਾਕੂ ਦਾ ਮੌਨ ਸਮਰਥਨ ਦਰਸ਼ਕਾਂ ਦੀਆਂ ਅੱਖਾਂ 'ਚ ਨਮੀ ਲਿਆ ਦਿੰਦਾ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਇਸ ਡਰਾਮੇ ਨੇ ਕਈ ਨਾਮਵਰ ਕਲਾਕਾਰਾਂ ਨੂੰ ਜਨਮ ਦਿੱਤਾ। ਸੁਲਤਾਨ ਦੇ ਕਿਰਦਾਰ ਵਿੱਚ ਇੱਕ ਅਜਿਹੀ ਕੱਚੀ ਪਰ ਦ੍ਰਿੜ ਊਰਜਾ ਸੀ ਜਿਵੇਂ ਕੋਈ ਸ਼ੇਰ ਦਾ ਬੱਚਾ ਉੱਡਣਾ ਸਿੱਖ ਰਿਹਾ ਹੋਵੇ। ਉਸ ਦੀਆਂ ਅੱਖਾਂ ਵਿੱਚ ਇੱਕ ਅਜਿਹੀ ਚਮਕ ਸੀ ਜੋ ਦਰਸ਼ਕ ਨੂੰ ਕਹਿ ਰਹੀ ਸੀ, ਮੈਂ ਹਾਰਾਂਗਾ ਨਹੀਂ। ਪਰ ਅਸਲੀ ਜਾਦੂ ਸੀ ਪਾਪਾਕੂ ਦੇ ਕਿਰਦਾਰ ਵਿੱਚ। ਉਹ ਬੁੱਢਾ, ਥੱਕਿਆ, ਟੁੱਟਿਆ ਪਰ ਕਦੇ ਵੀ ਹਾਰ ਨਾ ਮੰਨਣ ਵਾਲਾ ਪਿਤਾ। ਉਸਦਾ ਹਰ ਸੰਵਾਦ ਸਿਰਫ ਡਾਇਲਾਗ ਨਹੀਂ ਸੀ, ਸਗੋਂ ਇੱਕ ਤਜਰਬੇ ਦੀ ਆਵਾਜ਼ ਸੀ। ਜਦੋਂ ਉਹ ਕਹਿੰਦਾ, ਪੁੱਤਰ, ਤੂੰ ਮੇਰੀ ਉਮੀਦ ਦਾ ਦਰਿਆ ਹੈ, ਮੈਂ ਤਾਂ ਰੇਤ ਦਾ ਕਿਨਾਰਾ ਹਾਂ, ਤਾਂ ਘਰ-ਘਰ ਵਿੱਚ ਖਾਮੋਸ਼ੀ ਛਾ ਜਾਂਦੀ ਸੀ। ਡਰਾਮੇ ਦਾ ਸੰਗੀਤ ਵੀ ਇਸ ਦੀ ਕਾਮਯਾਬੀ ਦਾ ਇੱਕ ਵੱਡਾ ਕਾਰਨ ਸੀ। ਹਰ ਐਪੀਸੋਡ ਦੇ ਪਿੱਛੇ ਲੱਗੇ ਗੀਤ, ਖਾਸ ਕਰਕੇ ਉਹ ਗੀਤ ਜਦੋਂ ਸੁਲਤਾਨ ਅਸਮਾਨ ਵੱਲ ਦੇਖ ਕੇ ਸੁਪਨਾ ਦੇਖਦਾ ਹੈ, ਮੈਂ ਉੱਡਣਾ ਹਾਂ, ਭਾਵੇਂ ਖੰਭ ਨਾ ਹੋਣ, ਅੱਜ ਵੀ ਪੰਜਾਬੀ ਯੂਥ ਦੇ ਕੰਨਾਂ 'ਚ ਗੂੰਜਦਾ ਹੈ। ਬੈਕਗਰਾਉਂਡ ਸਕੋਰ ਨੇ ਹਰ ਦ੍ਰਿਸ਼ ਦੀ ਭਾਵਨਾ ਨੂੰ ਦੁੱਗਣਾ ਕਰ ਦਿੱਤਾ। ਖੁਸ਼ੀ ਦੇ ਸੀਨ ਵਿੱਚ ਢੋਲਕੀ ਦੀਆਂ ਥਾਪੀਆਂ, ਗਮ ਦੇ ਸੀਨ ਵਿੱਚ ਅਲਗੋਜ਼ੇ ਦਾ ਰੋਣਾ ਅਤੇ ਜੰਗ ਦੇ ਸੀਨ ਵਿੱਚ ਨਗਾਰਿਆਂ ਦੀ ਗਰਜ, ਸਭ ਕੁਝ ਸੰਪੂਰਨ ਸੀ। ਨਿਰਦੇਸ਼ਕ ਦੀ ਪ੍ਰਤਿਭਾ ਵੀ ਕਾਬਿਲ ਇਹ ਤਾਰੀਫ ਹੈ। ਉਸਨੇ ਹਰ ਦ੍ਰਿਸ਼ ਨੂੰ ਇੱਕ ਪੇਂਟਿੰਗ ਵਾਂਗ ਸਜਾਇਆ ਹੈ। ਪਿੰਡ ਦੀਆਂ ਗਲੀਆਂ, ਖੇਤਾਂ ਵਿੱਚ ਸ਼ਾਮ ਦੀ ਧੁੱਪ, ਸੁਲਤਾਨ ਦੇ ਘਰ ਦੀ ਟੁੱਟੀ ਛੱਤ, ਸਭ ਕੁਝ ਬਹੁਤ ਹੀ ਸੁਹਜਾਤਮਿਕ ਅਤੇ ਯਥਾਰਥਵਾਦੀ ਹੈ। ਇੱਕ ਖਾਸ ਸੀਨ ਹੈ ਜਦੋਂ ਸੁਲਤਾਨ ਆਪਣੇ ਪਿਤਾ ਦੀ ਸਵਾਰੀ ਕਰਕੇ ਸ਼ਹਿਰ ਜਾਂਦਾ ਹੈ ਅਤੇ ਰਸਤੇ ਵਿੱਚ ਉਹ ਇੱਕ ਮਿਰਗ ਦੇ ਬੱਚੇ ਨੂੰ ਆਪਣੀ ਮਾਂ ਤੋਂ ਵਿਛੜਦੇ ਦੇਖਦਾ ਹੈ। ਇਹ ਦ੍ਰਿਸ਼ ਦੱਸਦਾ ਹੈ ਕਿ ਨਿਰਦੇਸ਼ਕ ਨੇ ਕਿਸ ਕਦਰ ਕਹਾਣੀ ਦੇ ਅੰਦਰਲੇ ਸੰਦੇਸ਼ ਨੂੰ ਸਮਝਿਆ। ਡਰਾਮੇ ਦੀ ਲਿਖਤ ਵੀ ਬਹੁਤ ਮਜ਼ਬੂਤ ਹੈ।
ਸੰਵਾਦ ਪੰਜਾਬੀ ਦੇ ਅਸਲੀ ਲਹਿੰਦੇ ਅਤੇ ਮਾਝੇ ਦੇ ਮਿਸ਼ਰਣ ਵਿੱਚ ਲਿਖੇ ਗਏ ਹਨ, ਪਰ ਇੰਨੇ ਸਾਫ਼ ਕਿ ਕੋਈ ਵੀ ਪੰਜਾਬੀ ਉਨ੍ਹਾਂ ਨੂੰ ਸਮਝ ਸਕੇ। ਹਾਸੇ ਰਸ ਦੇ ਸੀਨ ਵਿੱਚ ਉਨ੍ਹਾਂ ਨੇ ਪਿੰਡ ਦੇ ਠੱਠੇ ਮਖੌਲ ਨੂੰ ਵਰਤਿਆ, ਜਦਕਿ ਗੰਭੀਰ ਸੀਨ ਵਿੱਚ ਉਨ੍ਹਾਂ ਨੇ ਬੁੱਲ੍ਹੇ ਸ਼ਾਹ ਅਤੇ ਵਾਰਿਸ ਸ਼ਾਹ ਦੇ ਅਰਥਾਂ ਨੂੰ ਆਮ ਭਾਸ਼ਾ ਵਿੱਚ ਟਾਲ ਦਿੱਤਾ। ਇੱਕ ਮਹੱਤਵਪੂਰਨ ਸੰਵਾਦ ਹੈ, ਸੁਲਤਾਨ ਉਹ ਨਹੀਂ ਜੋ ਤਖ਼ਤ ਤੇ ਬੈਠੇ, ਸੁਲਤਾਨ ਉਹ ਹੈ ਜੋ ਆਪਣੇ ਪਿਤਾ ਦੀ ਸੇਜ ਤੇ ਆਪਣਾ ਸਿਰ ਰੱਖ ਸਕੇ। ਡਰਾਮੇ ਦੇ ਦੁਸ਼ਮਣ ਵੀ ਇੱਕ ਅਯਾਮੀ ਨਹੀਂ ਹਨ। ਮੁੱਖ ਖਲਨਾਇਕ, ਜਿਸ ਦਾ ਨਾਂ ਸੀ ਮਿਰਜ਼ਾ ਕੁੱਤਾ, ਇੱਕ ਅਜਿਹਾ ਵਿਅਕਤੀ ਹੈ ਜਿਸ ਨੂੰ ਪਿਆਰ ਨਾ ਮਿਲਿਆ ਹੋਵੇ, ਇਸ ਲਈ ਉਹ ਦੂਜਿਆਂ ਦਾ ਪਿਆਰ ਤੋੜਨਾ ਚਾਹੁੰਦਾ ਹੈ। ਉਸ ਦਾ ਕਿਰਦਾਰ ਇੱਕ ਸਬਕ ਹੈ ਕਿ ਜਦੋਂ ਬੱਚੇ ਨੂੰ ਪਿਤਾ ਤੋਂ ਪਿਆਰ ਨਹੀਂ ਮਿਲਦਾ ਤਾਂ ਉਹ ਅੱਗ ਬਣ ਜਾਂਦਾ ਹੈ। ਪਰ ਸੁਲਤਾਨ ਅਤੇ ਪਾਪਾਕੂ ਦਾ ਰਿਸ਼ਤਾ ਉਸ ਅੱਗ ਤੇ ਪਾਣੀ ਦਾ ਕੰਮ ਕਰਦਾ ਹੈ। ਪੰਜਾਬੀ ਸੱਭਿਆਚਾਰ ਦੀ ਨੁਮਾਇੰਦਗੀ ਵੀ ਇਸ ਡਰਾਮੇ ਵਿੱਚ ਬਹੁਤ ਸੁਹਜ ਨਾਲ ਕੀਤੀ ਗਈ ਹੈ। ਲੋਕ ਗੀਤ, ਤੰਦਰੁਸਤੀ ਦੇ ਲੋਕ ਉਪਚਾਰ, ਪਿੰਡ ਦੀ ਪੰਚਾਇਤ, ਸੱਦਰਾਂ ਦੀਆਂ ਰਸਮਾਂ ਅਤੇ ਇੱਥੋਂ ਤੱਕ ਕਿ ਫਸਲਾਂ ਦੀ ਕਟਾਈ ਦੇ ਸੀਨ, ਹਰ ਪਹਿਲੂ ਨੂੰ ਬੜੇ ਸਜੀਵਤਾ ਨਾਲ ਦਿਖਾਇਆ ਗਿਆ ਹੈ। ਪਰ ਇਹ ਸਿਰਫ ਦਿਖਾਵਾ ਨਹੀਂ ਹੈ, ਸਗੋਂ ਕਹਾਣੀ ਦਾ ਹਿੱਸਾ ਹੈ। ਜਦੋਂ ਸੁਲਤਾਨ ਆਪਣੇ ਪਿਤਾ ਨਾਲ ਖੇਤਾਂ ਵਿੱਚ ਗੱਡੀ ਚਲਾਉਂਦਾ ਹੈ, ਉਸ ਸਮਾਂ ਉਸ ਨੂੰ ਜ਼ਿੰਦਗੀ ਦੇ ਅਸਲੀ ਸਬਕ ਸਿਖਾਉਂਦਾ ਹੈ, ਮਿਹਨਤ, ਸਬਰ ਅਤੇ ਧਰਤੀ ਦਾ ਸਤਿਕਾਰ। ਡਰਾਮੇ ਦੀ ਸਭ ਤੋਂ ਮਾਰਕੀਟਿੰਗ ਪਹਿਲੂ ਇਸ ਦਾ ਪ੍ਰਚਾਰ ਨਹੀਂ ਸੀ, ਸਗੋਂ ਮੂੰਹੋਂ ਸੀ। ਇੱਕ ਵਿਅਕਤੀ ਨੇ ਦੂਜੇ ਨੂੰ ਦੱਸਿਆ, ਫਿਰ ਉਸਨੇ ਦੂਜੇ ਨੂੰ, ਅਤੇ ਜਲਦੀ ਹੀ ਇਹ ਅੱਗ ਵਾਂਗ ਫੈਲ ਗਿਆ। ਲੋਕ ਐਤਵਾਰ ਦੀ ਸ਼ਾਮ ਇਸ ਡਰਾਮੇ ਦੀ ਉਡੀਕ ਕਰਦੇ ਸਨ। ਦੁਕਾਨਾਂ ਬੰਦ ਹੋ ਜਾਂਦੀਆਂ ਸਨ, ਪਰਿਵਾਰ ਇਕੱਠੇ ਬੈਠ ਕੇ ਡਰਾਮਾ ਦੇਖਦੇ ਸਨ। ਹਰ ਐਪੀਸੋਡ ਦੇ ਅੰਤ ਤੇ ਅਗਲੇ ਹਫ਼ਤੇ ਦਾ ਪ੍ਰੋਮੋ ਦਿਖਾਇਆ ਜਾਂਦਾ ਅਤੇ ਲੋਕਾਂ ਦੇ ਦਿਲ ਧੜਕਣ ਲੱਗ ਪੈਂਦੇ ਸਨ। ਇਹ ਡਰਾਮਾ ਸਿਰਫ ਮਨੋਰੰਜਨ ਨਹੀਂ ਸੀ, ਸਗੋਂ ਇੱਕ ਸਮਾਜਕ ਦਸਤਾਵੇਜ਼ ਸੀ। ਇਸਨੇ ਦਿਖਾਇਆ ਕਿ ਇੱਕ ਗਰੀਬ ਪਰ ਪਿਆਰ ਕਰਨ ਵਾਲਾ ਪਿਤਾ ਆਪਣੇ ਪੁੱਤਰ ਨੂੰ ਕਿਵੇਂ ਦੁਨੀਆ ਦਾ ਸਭ ਤੋਂ ਵੱਡਾ ਸੁਲਤਾਨ ਬਣਾ ਸਕਦਾ ਹੈ। ਇਸਨੇ ਉਹਨਾਂ ਲਈ ਆਵਾਜ਼ ਬੁਲੰਦ ਕੀਤੀ ਜਿਹੜੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਅਧੂਰਾ ਛੱਡ ਕੇ ਸ਼ਹਿਰਾਂ ਵੱਲ ਭੱਜ ਗਏ। ਇਸਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਸੁਪਨੇ ਸਿਰਫ ਪੈਸੇ ਅਤੇ ਸ਼ੋਹਰਤ ਦੇ ਨਹੀਂ ਹੁੰਦੇ, ਸਗੋਂ ਉਸ ਵਿਅਕਤੀ ਦੀ ਮੁਸਕਰਾਹਟ ਦੇ ਵੀ ਹੁੰਦੇ ਹਨ ਜਿਸਨੇ ਤੁਹਾਨੂੰ ਉਠਾਇਆ। ਨਕਾਰਾਤਮਕ ਪੱਖਾਂ ਦੀ ਗੱਲ ਕਰੀਏ ਤਾਂ ਹਰ ਰਚਨਾ ਵਾਂਗ ਇਸ ਵਿੱਚ ਵੀ ਕੁਝ ਖਾਮੀਆਂ ਸਨ। ਕੁਝ ਐਪੀਸੋਡ ਵਿੱਚ ਕਹਾਣੀ ਥੋੜੀ ਖਿੱਚੀ ਹੋਈ ਲੱਗਦੀ ਸੀ, ਜਿਵੇਂ ਨਿਰਮਾਤਾ ਸੀਰੀਅਲ ਨੂੰ ਲੰਮਾ ਕਰਨ ਲਈ ਵਾਧੂ ਸੀਨ ਜੋੜ ਰਹੇ ਹੋਣ। ਇੱਕ ਖਾਸ ਟਰੈਕ ਜਿੱਥੇ ਸੁਲਤਾਨ ਇੱਕ ਸਾਲ ਲਈ ਗੁੰਮ ਹੋ ਜਾਂਦਾ ਹੈ, ਉਹ ਹੱਦੋਂ ਵੱਧ ਨਾਟਕੀ ਲੱਗਿਆ। ਇਸ ਤੋਂ ਇਲਾਵਾ ਕੁਝ ਸਹਾਇਕ ਕਿਰਦਾਰਾਂ ਦੀ ਅਦਾਕਾਰੀ ਓਨੀ ਪੱਕੀ ਨਹੀਂ ਸੀ ਜਿੰਨੀ ਮੁੱਖ ਕਿਰਦਾਰਾਂ ਦੀ ਸੀ। ਥੋੜੇ ਬਹੁਤੇ ਪਲਾਂ ਵਿੱਚ ਡਾਇਲਾਗ ਡਿਲੀਵਰੀ ਕਮਜ਼ੋਰ ਲੱਗੀ, ਪਰ ਇਹ ਖਾਮੀਆਂ ਮੁੱਖ ਪ੍ਰਭਾਵ ਦੇ ਅੱਗੇ ਬਹੁਤ ਛੋਟੀਆਂ ਸਨ। ਡਰਾਮੇ ਦਾ ਸਭ ਤੋਂ ਤਾਕਤਵਰ ਮੁਕਾਬਲਾ ਇਸ ਦੀ ਸਮਾਪਤੀ ਵਿੱਚ ਹੈ, ਜਦੋਂ ਸੁਲਤਾਨ ਸਾਰੀਆਂ ਮੁਸ਼ਕਿਲਾਂ ਪਾਰ ਕਰਕੇ ਆਪਣੇ ਪਿਤਾ ਦੇ ਖੁੰਡੇ ਹੋਏ ਪੈਰਾਂ ਕੋਲ ਬੈਠਦਾ ਹੈ ਅਤੇ ਕਹਿੰਦਾ ਹੈ, ਪਾਪਾਕੂ, ਮੈਂ ਤੁਹਾਡਾ ਸੁਲਤਾਨ ਨਹੀਂ, ਮੈਂ ਤੁਹਾਡਾ ਪੁੱਤਰ ਹਾਂ, ਤਾਂ ਡਰਾਮਾ ਦੇਖਣ ਵਾਲੇ ਹਰ ਵਿਅਕਤੀ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਹਨ। ਇਹ ਦ੍ਰਿਸ਼ ਪੰਜਾਬੀ ਟੈਲੀਵਿਜ਼ਨ ਦੇ ਸਭ ਤੋਂ ਯਾਦਗਾਰੀ ਦ੍ਰਿਸ਼ਾਂ ਵਿੱਚੋਂ ਇੱਕ ਹੈ। ਨਿਰਦੇਸ਼ਕ ਨੇ ਇਸ ਸੀਨ ਨੂੰ ਇੰਨੀ ਸ਼ਿੱਦਤ ਨਾਲ ਪੇਸ਼ ਕੀਤਾ ਕਿ ਇਹ ਸਿਰਫ ਪਰਦੇ ਤੱਕ ਸੀਮਤ ਨਾ ਰਿਹਾ, ਸਗੋਂ ਲੋਕਾਂ ਦੇ ਅਸਲ ਜੀਵਨ ਵਿੱਚ ਉਤਰ ਆਇਆ। ਸਮਕਾਲੀ ਪੰਜਾਬੀ ਡਰਾਮਿਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਅੱਜ ਦੇ ਬਹੁਤੇ ਡਰਾਮੇ ਪੱਛਮੀ ਕਲਚਰ ਦੀ ਨਕਲ ਕਰਦੇ ਹਨ, ਵਿਦੇਸ਼ੀ ਲੋਕੇਸ਼ਨਾਂ ਤੇ ਫਿਲਮਾਏ ਜਾਂਦੇ ਹਨ ਅਤੇ ਉਹਨਾਂ ਵਿੱਚ ਡੂੰਘਾਈ ਦੀ ਘਾਟ ਹੁੰਦੀ ਹੈ। ਸੁਲਤਾਨ ਨਿਆਮਰ ਪਾਪਾਕੂ ਇਸ ਮਾਮਲੇ ਵਿੱਚ ਬਿਲਕੁਲ ਵੱਖਰਾ ਹੈ। ਇਹ ਆਪਣੀਆਂ ਜੜ੍ਹਾਂ ਵਿੱਚ ਡੂੰਘਾ ਧੱਸਿਆ ਹੋਇਆ ਹੈ। ਇਸਨੇ ਬਿਨਾਂ ਕਿਸੇ ਸ਼ੋਆਫਟ ਦੇ ਸਿੱਧੇ ਦਿਲ ਤੇ ਵਾਰ ਕੀਤਾ। ਕਈ ਡਰਾਮੇ ਸਾਲਾਂ ਵਿੱਚ ਭੁੱਲ ਜਾਂਦੇ ਹਨ, ਪਰ ਇਸ ਦੇ ਸੰਵਾਦ ਅੱਜ ਵੀ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਜਾਂਦੇ ਹਨ। ਇਸ ਦੇ ਮੀਮਸ ਬਣਦੇ ਹਨ, ਇਸ ਦੇ ਗੀਤ ਰੀਮਿਕਸ ਹੁੰਦੇ ਹਨ ਅਤੇ ਨਵੀਂ ਪੀੜ੍ਹੀ ਵੀ ਇਸ ਨੂੰ ਖੋਜ ਕੇ ਦੇਖਦੀ ਹੈ। ਸਿੱਖਿਆ ਦੇ ਦ੍ਰਿਸ਼ਟੀਕੋਣ ਤੋਂ ਵੀ ਇਹ ਡਰਾਮਾ ਬਹੁਤ ਆਮ ਹੈ। ਅੱਜ ਦੇ ਸਮੇਂ ਵਿੱਚ ਜਦੋਂ ਬੱਚੇ ਮਾਪਿਆਂ ਦੀ ਕਦਰ ਨਹੀਂ ਕਰਦੇ, ਜਦੋਂ ਮੋਬਾਈਲ ਫੋਨਾਂ ਨੇ ਗੱਲਬਾਤ ਨੂੰ ਖਤਮ ਕਰ ਦਿੱਤਾ ਹੈ, ਇਹ ਡਰਾਮਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਇੱਕ ਪਿਤਾ ਦੀ ਕੁਰਬਾਨੀ ਕਦੇ ਵੀ ਬੇਅਸਰ ਨਹੀਂ ਹੁੰਦੀ। ਇਹ ਡਰਾਮਾ ਹਰ ਸਕੂਲ ਵਿੱਚ ਦਿਖਾਇਆ ਜਾਣਾ ਚਾਹੀਦਾ ਹੈ ਤਾਂ ਜੋ ਬੱਚੇ ਸਮਝ ਸਕਣ ਕਿ ਉਹਨਾਂ ਦੇ ਮਾਪੇ ਹੀ ਉਹਨਾਂ ਦੇ ਅਸਲੀ ਸੁਲਤਾਨ ਹਨ। ਜੇਕਰ ਅਸੀਂ ਇਸ ਡਰਾਮੇ ਦੇ ਪ੍ਰਭਾਵ ਨੂੰ ਮਾਪੀਏ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਨੇ ਪੰਜਾਬੀ ਡਰਾਮੇ ਨੂੰ ਇੱਕ ਨਵੀਂ ਪਛਾਣ ਦਿੱਤੀ। ਇਸ ਤੋਂ ਪਹਿਲਾਂ ਪੰਜਾਬੀ ਡਰਾਮੇ ਜਾਂ ਤਾਂ ਬਹੁਤ ਘੱਟ ਗੁਣਵੱਤਾ ਵਾਲੇ ਹੁੰਦੇ ਸਨ ਜਾਂ ਫਿਰ ਹਿੰਦੀ ਦੀ ਪੈਰੋਡੀ। ਸੁਲਤਾਨ ਨਿਆਮਰ ਪਾਪਾਕੂ ਨੇ ਸਾਬਤ ਕੀਤਾ ਕਿ ਪੰਜਾਬੀ ਵਿੱਚ ਵੀ ਗੰਭੀਰ, ਸੁਹਜਾਤਮਿਕ ਅਤੇ ਸੰਦੇਸ਼ਯੁਕਤ ਡਰਾਮੇ ਬਣ ਸਕਦੇ ਹਨ। ਇਸ ਨੇ ਨਵੇਂ ਲੇਖਕਾਂ, ਨਿਰਦੇਸ਼ਕਾਂ ਅਤੇ ਅਦਾਕਾਰਾਂ ਨੂੰ ਪ੍ਰੇਰਿਤ ਕੀਤਾ। ਇਸ ਡਰਾਮੇ ਨੇ ਇੱਕ ਹੋਰ ਆਮ ਕੰਮ ਕੀਤਾ, ਇਸ ਨੇ ਪੰਜਾਬੀ ਬੋਲੀ ਦੇ ਵੱਖ-ਵੱਖ ਲਹਿਜਿਆਂ ਨੂੰ ਇੱਕ ਸਾਂਝੇ ਮੰਚ ਤੇ ਪੇਸ਼ ਕੀਤਾ। ਮਾਲਵਈ, ਦੁਆਬੀ,
ਪੁਆਧੀ ਅਤੇ ਮਾਝੇ ਦਾ ਸੁਮੇਲ ਇਸ ਡਰਾਮੇ ਨੂੰ ਇੱਕ ਅਜਿਹੀ ਸਾਂਝੀ ਪੰਜਾਬੀਅਤ ਬਣਾ ਦਿੰਦਾ ਹੈ। ਇੱਕ ਕਿਰਦਾਰ ਬਿਲਕੁਲ ਫਿਰੋਜ਼ਪੁਰ ਦਾ ਲੱਗਦਾ ਹੈ ਤਾਂ ਦੂਜਾ ਗੁਰਦਾਸਪੁਰ ਦਾ। ਇਹ ਵਿਭਿੰਨਤਾ ਡਰਾਮੇ ਦੀ ਜਾਨ ਹੈ। ਆਲੋਚਨਾ ਦੇ ਨਿਸ਼ਾਨੇ ਤੇ ਇੱਕ ਬਿੰਦੂ ਹੋਰ ਹੈ, ਡਰਾਮੇ ਦਾ ਸੈਕੰਡਰੀ ਟਰੈਕ, ਜਿਸ ਵਿੱਚ ਸੁਲਤਾਨ ਦੀ ਪ੍ਰੇਮਿਕਾ ਦੀ ਕਹਾਣੀ ਸੀ। ਉਹ ਕਿਰਦਾਰ ਬਹੁਤ ਘੱਟ ਸਕਰੀਨ ਟਾਈਮ ਮਿਲਣ ਕਾਰਨ ਅਧੂਰਾ ਰਹਿ ਗਿਆ। ਦਰਸ਼ਕਾਂ ਨੂੰ ਕਦੇ ਸਮਝ ਨਹੀਂ ਆਇਆ ਕਿ ਉਹ ਸੁਲਤਾਨ ਨੂੰ ਇੰਨਾ ਪਿਆਰ ਕਿਉਂ ਕਰਦੀ ਹੈ, ਸਿਰਫ ਇਸ ਲਈ ਕਿ ਉਹ ਸੁੰਦਰ ਹੈ। ਇਹ ਬਿੰਦੂ ਥੋੜਾ ਕੱਚਾ ਰਹਿ ਗਿਆ। ਪਰ ਮੁੱਖ ਕਹਾਣੀ ਇੰਨੀ ਸ਼ਕਤੀਸ਼ਾਲੀ ਹੈ ਕਿ ਇਹ ਕਮਜ਼ੋਰੀ ਨਜ਼ਰਅੰਦਾਜ਼ ਕੀਤੀ ਜਾ ਸਕਦੀ ਹੈ। ਡਰਾਮੇ ਦੀ ਲੰਬਾਈ ਵੀ ਇੱਕ ਆਮ ਪਹਿਲੂ ਹੈ। ਤਕਰੀਬਨ 40 ਐਪੀਸੋਡਾਂ ਵਿੱਚ ਫੈਲਿਆ ਇਹ ਡਰਾਮਾ ਕਈ ਵਾਰੀ ਕਹਾਣੀ ਨੂੰ ਘੁਮਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਆਖਰਕਾਰ ਹਰ ਮੋੜ ਨਵਾਂ ਅਰਥ ਲੈ ਕੇ ਆਉਂਦਾ ਹੈ। ਜੇਕਰ ਇਸ ਨੂੰ 25 ਤੋਂ 30 ਐਪੀਸੋਡਾਂ ਵਿੱਚ ਸਮੇਟਿਆ ਜਾਂਦਾ ਤਾਂ ਸ਼ਾਇਦ ਇਸ ਦਾ ਪ੍ਰਭਾਵ ਹੋਰ ਵੀ ਤੇਜ਼ ਹੁੰਦਾ। ਪਰ ਫਿਰ ਵੀ ਪੰਜਾਬੀ ਦਰਸ਼ਕ ਨੇ ਸਾਰੇ ਐਪੀਸੋਡਾਂ ਨੂੰ ਉਸੇ ਸ਼ਿੱਦਤ ਨਾਲ ਦੇਖਿਆ ਜਿਵੇਂ ਪਹਿਲੇ ਐਪੀਸੋਡ ਨੂੰ। ਅੱਜ ਜਦੋਂ ਅਸੀਂ ਇਸ ਡਰਾਮੇ ਨੂੰ YouTube ਜਾਂ ਆਨਲਾਈਨ ਪਲੇਟਫਾਰਮਾਂ ਤੇ ਵਾਪਸ ਦੇਖਦੇ ਹਾਂ ਤਾਂ ਇਹ ਅਜੇ ਵੀ ਤਾਜ਼ਾ ਲੱਗਦਾ ਹੈ। ਇਸ ਦੇ ਵਿਜ਼ੂਅਲ ਇਫੈਕਟਸ ਅਤੇ ਪ੍ਰੋਡਕਸ਼ਨ ਕੁਆਲਿਟੀ ਮੌਜੂਦਾ ਸਮੇਂ ਦੇ ਹਿਸਾਬ ਨਾਲ ਪੁਰਾਣੀ ਲੱਗ ਸਕਦੀ ਹੈ, ਪਰ ਇਸ ਦੀ ਭਾਵਨਾ ਅਤੇ ਕਹਾਣੀ ਸਮੇਂ ਤੋਂ ਉੱਪਰ ਹੈ। ਅਦਾਕਾਰਾਂ ਨੇ ਆਪਣੇ ਕਿਰਦਾਰਾਂ ਵਿੱਚ ਇੰਨੀ ਜਾਨ ਪਾ ਦਿੱਤੀ ਕਿ ਅਸੀਂ ਅੱਜ ਵੀ ਪਾਪਾਕੂ ਨੂੰ ਉਸਦੀ ਲਾਠੀ ਅਤੇ ਪੱਗ ਨਾਲ ਅਤੇ ਸੁਲਤਾਨ ਨੂੰ ਉਸਦੀ ਚਮਕਦਾਰ ਅੱਖਾਂ ਨਾਲ ਪਛਾਣਦੇ ਹਾਂ। ਸਮੀਖਿਆ ਦੇ ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਸੁਲਤਾਨ ਨਿਆਮਰ ਪਾਪਾਕੂ ਸੰਗ ਲੈਜੈਂਡਾ ਕੇਵਲ ਇੱਕ ਡਰਾਮਾ ਨਹੀਂ ਹੈ, ਸਗੋਂ ਇੱਕ ਅਨੁਭਵ ਹੈ। ਇਸਨੇ ਸਾਨੂੰ ਰੋਣਾ, ਹੱਸਣਾ, ਗੁੱਸਾ ਹੋਣਾ ਅਤੇ ਸਭ ਤੋਂ ਵੱਧ ਆਪਣੇ ਪਿਤਾ ਨੂੰ ਗਲੇ ਲਾਉਣ ਦੀ ਪ੍ਰੇਰਣਾ ਦਿੱਤੀ। ਜੇਕਰ ਤੁਸੀਂ ਪੰਜਾਬੀ ਹੋ ਤਾਂ ਤੁਹਾਨੂੰ ਇਹ ਡਰਾਮਾ ਜ਼ਰੂਰ ਦੇਖਣਾ ਚਾਹੀਦਾ ਹੈ। ਜੇਕਰ ਤੁਸੀਂ ਕਿਸੇ ਹੋਰ ਭਾਸ਼ਾ ਦੇ ਦਰਸ਼ਕ ਹੋ ਤਾਂ ਵੀ ਇਹ ਡਰਾਮਾ ਤੁਹਾਡੇ ਦਿਲ ਨੂੰ ਛੂਹ ਜਾਵੇਗਾ, ਕਿਉਂਕਿ ਪਿਤਾ ਪੁੱਤਰ ਦਾ ਪਿਆਰ ਸਾਰੀਆਂ ਭਾਸ਼ਾਵਾਂ ਵਿੱਚ ਇੱਕੋ ਜਿਹਾ ਹੁੰਦਾ ਹੈ। ਅਤੇ ਹਾਂ, ਜਦੋਂ ਤੁਸੀਂ ਇਸ ਨੂੰ ਦੇਖੋ ਤਾਂ ਆਪਣੇ ਪਾਪਾ ਨੂੰ ਇੱਕ ਵਾਰ ਜ਼ਰੂਰ ਗਲੇ ਲਾਉਂਦੇ, ਕਿਉਂਕਿ ਇਹੀ ਇਸ ਡਰਾਮੇ ਦਾ ਅਸਲੀ ਸੰਦੇਸ਼ ਹੈ। ਸੁਲਤਾਨ ਨਿਆਮਰ ਪਾਪਾਕੂ ਸੰਗ ਲੈਜੈਂਡਾ ਡਰਾਮਾ ਇੱਕ ਸੰਪੂਰਨ ਸਮੀਖਿਆ। ਪੰਜਾਬੀ ਰੰਗਮੰਚ ਅਤੇ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਕਈ ਅਜਿਹੇ ਡਰਾਮੇ ਆਏ ਹਨ ਜਿਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ਤੇ ਆਪਣੀ ਛਾਪ ਛੱਡੀ ਹੈ, ਪਰ ਕੁਝ ਡਰਾਮੇ ਅਜਿਹੇ ਹੁੰਦੇ ਹਨ ਜੋ ਸਮੇਂ ਦੀਆਂ ਸੀਮਾਵਾਂ ਨੂੰ ਪਾਰ ਕਰ ਜਾਂਦੇ ਹਨ। ਸੁਲਤਾਨ ਨਿਆਮਰ ਪਾਪਾਕੂ ਸੰਗ ਲੈਜੈਂਡਾ ਅਜਿਹਾ ਹੀ ਇੱਕ ਅਦੁੱਤੀ ਡਰਾਮਾ ਹੈ ਜਿਸਨੇ ਨਾ ਸਿਰਫ ਪੰਜਾਬੀ ਸੱਭਿਆਚਾਰ ਨੂੰ ਇੱਕ ਨਵੀਂ ਪਛਾਣ ਦਿੱਤੀ, ਸਗੋਂ ਪਿਤਾ ਪੁੱਤਰ ਦੇ ਰਿਸ਼ਤੇ, ਵਫ਼ਾਦਾਰੀ, ਬਲੀਦਾਨ ਅਤੇ ਸੁਪਨਿਆਂ ਦੀ ਤਾਕਤ ਨੂੰ ਵੀ ਇੱਕ ਨਵੀਂ ਉਚਾਈ ਦਿਖਾਈ। ਇਹ ਲਿਖਤ ਉਸੇ ਡਰਾਮੇ ਦੀ ਸੰਪੂਰਨ ਸਮੀਖਿਆ ਹੈ ਜਿਸ ਨੂੰ ਪੰਜਾਬੀ ਦਰਸ਼ਕ ਅੱਜ ਵੀ ਲੈਜੈਂਡਾ ਕਹਿ ਕੇ ਯਾਦ ਕਰਦੇ ਹਨ। ਡਰਾਮੇ ਦੀ ਕਹਾਣੀ ਇੱਕ ਛੋਟੇ ਜਿਹੇ ਪਿੰਡ 'ਚੋਂ ਸ਼ੁਰੂ ਹੁੰਦੀ ਹੈ ਜਿੱਥੇ ਇੱਕ ਗਰੀਬ ਪਰ ਇਮਾਨਦਾਰ ਬੁੱਢੇ ਪਿਤਾ, ਪਾਪਾਕੂ, ਦੀ ਇੱਕੋ ਇੱਕ ਔਲਾਦ ਹੈ, ਸੁਲਤਾਨ ਨਿਆਮਰ। ਪਾਪਾਕੂ ਖੁਦ ਕਦੀ ਇੱਕ ਮਹਾਨ ਕਲਾਕਾਰ ਸੀ, ਪਰ ਸਮੇਂ ਦੀਆਂ ਮਾਰਾਂ ਅਤੇ ਲੋਕਾਂ ਦੀ ਬੇਰੁਖੀ ਨੇ ਉਸ ਨੂੰ ਤੋੜ ਦਿੱਤਾ ਸੀ। ਉਹ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਉਹ ਸਭ ਕੁਝ ਹਾਸਲ ਕਰੇ ਜੋ ਉਹ ਨਹੀਂ ਕਰ ਸਕਿਆ। ਸੁਲਤਾਨ ਇੱਕ ਅਜਿਹਾ ਸੁਪਨਾ ਦੇਖਦਾ ਹੈ, ਇੱਕ ਅਜਿਹਾ ਸੁਲਤਾਨ ਬਣਨ ਦਾ ਜੋ ਸਿਰਫ ਤਾਜ ਅਤੇ ਤਖਤ ਲਈ ਨਹੀਂ, ਸਗੋਂ ਆਪਣੇ ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ। ਪਰ ਇਹ ਰਾਹ ਆਸਾਨ ਨਹੀਂ ਸੀ। ਡਰਾਮੇ ਵਿੱਚ ਸੁਲਤਾਨ ਨੂੰ ਅਨੇਕਾਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸ਼ਕਤੀਸ਼ਾਲੀ ਦੁਸ਼ਮਣ, ਝੂਠੇ ਰਿਸ਼ਤੇ ਅਤੇ ਇੱਥੋਂ ਤੱਕ ਕਿ ਆਪਣੇ ਅੰਦਰਲੇ ਸ਼ੱਕ ਅਤੇ ਡਰ। ਪਰ ਹਰ ਵਾਰ ਉਸਦੇ ਪਿਤਾ ਪਾਪਾਕੂ ਦੀ ਸਿੱਖਿਆ ਅਤੇ ਪਿਆਰ ਉਸਨੂੰ ਮੁੜ ਤੋਂ ਖੜ੍ਹਾ ਕਰ ਦਿੰਦਾ ਹੈ। ਡਰਾਮੇ ਦੀ ਸਭ ਤੋਂ ਵੱਡੀ ਤਾਕਤ ਇਸ ਦਾ ਮੂਲ ਸੰਦੇਸ਼ ਹੈ, ਪਿਤਾ ਹੀ ਅਸਲੀ ਸੁਲਤਾਨ ਹੁੰਦਾ ਹੈ ਜੋ ਆਪਣੇ ਪੁੱਤਰ ਨੂੰ ਉੱਚਾ ਚੁੱਕਣ ਲਈ ਆਪਣੀਆਂ ਹੱਡੀਆਂ ਦਾ ਮਹਿਲ ਬਣਾ ਦਿੰਦਾ ਹੈ। ਇਹ ਡਰਾਮਾ ਕੇਵਲ ਮਨੋਰੰਜਨ ਨਹੀਂ ਕਰਦਾ, ਸਗੋਂ ਦਰਸ਼ਕ ਨੂੰ ਆਪਣੇ ਮਾਪਿਆਂ ਦੀ ਕੁਰਬਾਨੀ ਨੂੰ ਸਮਝਣ ਦੀ ਪ੍ਰੇਰਣਾ ਦਿੰਦਾ ਹੈ। ਹਰ ਐਪੀਸੋਡ ਵਿੱਚ ਸੁਲਤਾਨ ਦਾ ਸੰਘਰਸ਼ ਅਤੇ ਪਾਪਾਕੂ ਦਾ ਮੌਨ ਸਮਰਥਨ ਦਰਸ਼ਕਾਂ ਦੀਆਂ ਅੱਖਾਂ 'ਚ ਨਮੀ ਲਿਆ ਦਿੰਦਾ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਇਸ ਡਰਾਮੇ ਨੇ ਕਈ ਨਾਮਵਰ ਕਲਾਕਾਰਾਂ ਨੂੰ ਜਨਮ ਦਿੱਤਾ। ਸੁਲਤਾਨ ਦੇ ਕਿਰਦਾਰ ਵਿੱਚ ਇੱਕ ਅਜਿਹੀ ਕੱਚੀ ਪਰ ਦ੍ਰਿੜ ਊਰਜਾ ਸੀ, ਜਿਵੇਂ ਕੋਈ ਸ਼ੇਰ ਦਾ ਬੱਚਾ ਉੱਡਣਾ ਸਿੱਖ ਰਿਹਾ ਹੋਵੇ। ਉਸ ਦੀਆਂ ਅੱਖਾਂ ਵਿੱਚ ਇੱਕ ਅਜਿਹੀ ਚਮਕ ਸੀ ਜੋ ਦਰਸ਼ਕ ਨੂੰ ਕਹਿ ਰਹੀ ਸੀ, ਮੈਂ ਹਾਰਾਂਗਾ ਨਹੀਂ। ਪਰ ਅਸਲੀ ਜਾਦੂ ਸੀ ਪਾਪਾਕੂ ਦੇ ਕਿਰਦਾਰ ਵਿੱਚ। ਉਹ ਬੁੱਢਾ, ਥੱਕਿਆ, ਟੁੱਟਿਆ ਪਰ ਕਦੇ ਵੀ ਹਾਰ ਨਾ ਮੰਨਣ ਵਾਲਾ ਪਿਤਾ। ਉਸਦਾ ਹਰ ਸੰਵਾਦ ਸਿਰਫ ਡਾਇਲਾਗ ਨਹੀਂ ਸੀ, ਸਗੋਂ ਇੱਕ ਤਜਰਬੇ ਦੀ ਆਵਾਜ਼ ਸੀ। ਜਦੋਂ ਉਹ ਕਹਿੰਦਾ, ਪੁੱਤਰ, ਤੂੰ ਮੇਰੀ ਉਮੀਦ ਦਾ ਦਰਿਆ ਹੈ, ਮੈਂ ਤਾਂ ਰੇਤ ਦਾ ਕਿਨਾਰਾ ਹਾਂ, ਤਾਂ ਘਰ-ਘਰ ਵਿੱਚ ਖਾਮੋਸ਼ੀ ਛਾ ਜਾਂਦੀ ਸੀ। ਡਰਾਮੇ ਦਾ ਸੰਗੀਤ ਵੀ ਇਸ ਦੀ ਕਾਮਯਾਬੀ ਦਾ ਇੱਕ ਵੱਡਾ ਕਾਰਨ ਸੀ। ਹਰ ਐਪੀਸੋਡ ਦੇ ਪਿੱਛੇ ਲੱਗੇ ਗੀਤ, ਖਾਸ ਕਰਕੇ ਉਹ ਗੀਤ ਜਦੋਂ ਸੁਲਤਾਨ ਅਸਮਾਨ ਵੱਲ ਦੇਖ ਕੇ ਸੁਪਨਾ ਦੇਖਦਾ ਹੈ, ਮੈਂ ਉੱਡਣਾ ਹਾਂ, ਭਾਵੇਂ ਖੰਭ ਨਾ ਹੋਣ, ਅੱਜ ਵੀ ਪੰਜਾਬੀ ਯੂਥ ਦੇ ਕੰਨਾਂ 'ਚ ਗੂੰਜਦਾ ਹੈ।
ਬੈਕਗਰਾਉਂਡ ਸਕੋਰ ਨੇ ਹਰ ਦਰਿਸ਼ ਦੀ ਭਾਵਨਾ ਨੂੰ ਦੁੱਗਣਾ ਕਰ ਦਿੱਤਾ। ਖੁਸ਼ੀ ਦੇ ਸੀਨ ਵਿੱਚ ਢੋਲਕੀ ਦੀਆਂ ਥਾਪੀਆਂ, ਗਮ ਦੇ ਸੀਨ ਵਿੱਚ ਅਲਗੋਜ਼ੇ ਦਾ ਰੋਣਾ ਅਤੇ ਜੰਗ ਦੇ ਸੀਨ ਵਿੱਚ ਨਗਾਰਿਆਂ ਦੀ ਗਰਜ ਸਭ ਕੁਝ ਸੰਪੂਰਨ ਸੀ। ਨਿਰਦੇਸ਼ਕ ਦੀ ਪ੍ਰਤਿਭਾ ਵੀ ਕਾਬਿਲ ਇਹ ਤਾਰੀਫ ਹੈ। ਉਸਨੇ ਹਰ ਦਰਿਸ਼ ਨੂੰ ਇੱਕ ਪੇਂਟਿੰਗ ਵਾਂਗ ਸਜਾਇਆ ਹੈ। ਪਿੰਡ ਦੀਆਂ ਗਲੀਆਂ, ਖੇਤਾਂ ਵਿੱਚ ਸ਼ਾਮ ਦੀ ਧੁੱਪ, ਸੁਲਤਾਨ ਦੇ ਘਰ ਦੀ ਟੁੱਟੀ ਛੱਤ, ਸਭ ਕੁਝ ਬਹੁਤ ਹੀ ਸੁਹਜਾਤਮਿਕ ਅਤੇ ਯਥਾਰਥਵਾਦੀ ਹੈ। ਇੱਕ ਖਾਸ ਸੀਨ ਹੈ ਜਦੋਂ ਸੁਲਤਾਨ ਆਪਣੇ ਪਿਤਾ ਦੀ ਸਵਾਰੀ ਕਰਕੇ ਸ਼ਹਿਰ ਜਾਂਦਾ ਹੈ ਅਤੇ ਰਸਤੇ ਵਿੱਚ ਉਹ ਇੱਕ ਮਿਰਗ ਦੇ ਬੱਚੇ ਨੂੰ ਆਪਣੀ ਮਾਂ ਤੋਂ ਵਿਛੜਦੇ ਦੇਖਦਾ ਹੈ। ਇਹ ਦਰਿਸ਼ ਦੱਸਦਾ ਹੈ ਕਿ ਨਿਰਦੇਸ਼ਕ ਨੇ ਕਿਸ ਕਦਰ ਕਹਾਣੀ ਦੇ ਅੰਦਰਲੇ ਸੰਦੇਸ਼ ਨੂੰ ਸਮਝਿਆ। ਡਰਾਮੇ ਦੀ ਲਿਖਤ ਵੀ ਬਹੁਤ ਮਜ਼ਬੂਤ ਹੈ। ਸੰਵਾਦ ਪੰਜਾਬੀ ਦੇ ਅਸਲੀ ਲਹਿੰਦੇ ਅਤੇ ਮਾਝੇ ਦੇ ਮਿਸ਼ਰਣ ਵਿੱਚ ਲਿਖੇ ਗਏ ਹਨ, ਪਰ ਇੰਨੇ ਸਾਫ਼ ਕਿ ਕੋਈ ਵੀ ਪੰਜਾਬੀ ਉਨ੍ਹਾਂ ਨੂੰ ਸਮਝ ਸਕੇ। ਹਾਸੇ ਰਸ ਦੇ ਸੀਨ ਵਿੱਚ ਉਨ੍ਹਾਂ ਨੇ ਪਿੰਡ ਦੇ ਠੱਠੇ ਮਖੌਲ ਨੂੰ ਵਰਤਿਆ, ਜਦਕਿ ਗੰਭੀਰ ਸੀਨ ਵਿੱਚ ਉਨ੍ਹਾਂ ਨੇ ਬੁੱਲੇ ਸ਼ਾਹ ਅਤੇ ਵਾਰਿਸ ਸ਼ਾਹ ਦੇ ਅਰਥਾਂ ਨੂੰ ਆਮ ਭਾਸ਼ਾ ਵਿੱਚ ਢਾਲ ਦਿੱਤਾ। ਇੱਕ ਮਹੱਤਵਪੂਰਨ ਸੰਵਾਦ ਹੈ, ਸੁਲਤਾਨ ਉਹ ਨਹੀਂ ਜੋ ਤਖ਼ਤ ਤੇ ਬੈਠੇ, ਸੁਲਤਾਨ ਉਹ ਹੈ ਜੋ ਆਪਣੇ ਪਿਤਾ ਦੀ ਸੇਜ ਤੇ ਆਪਣਾ ਸਿਰ ਰੱਖ ਸਕੇ। ਡਰਾਮੇ ਦੇ ਦੁਸ਼ਮਣ ਵੀ ਇੱਕ ਅਯਾਮੀ ਨਹੀਂ ਹਨ। ਮੁੱਖ ਖਲਨਾਇਕ, ਜਿਸ ਦਾ ਨਾਂ ਸੀ ਮਿਰਜ਼ਾ ਕੁੱਤਾ, ਇੱਕ ਅਜਿਹਾ ਵਿਅਕਤੀ ਹੈ ਜਿਸ ਨੂੰ ਪਿਆਰ ਨਾ ਮਿਲਿਆ ਹੋਵੇ, ਇਸ ਲਈ ਉਹ ਦੂਜਿਆਂ ਦਾ ਪਿਆਰ ਤੋੜਨਾ ਚਾਹੁੰਦਾ ਹੈ। ਉਸ ਦਾ ਕਿਰਦਾਰ ਇੱਕ ਸਬਕ ਹੈ ਕਿ ਜਦੋਂ ਬੱਚੇ ਨੂੰ ਪਿਤਾ ਤੋਂ ਪਿਆਰ ਨਹੀਂ ਮਿਲਦਾ ਤਾਂ ਉਹ ਅੱਗ ਬਣ ਜਾਂਦਾ ਹੈ। ਪਰ ਸੁਲਤਾਨ ਅਤੇ ਪਾਪਾਕੂ ਦਾ ਰਿਸ਼ਤਾ ਉਸ ਅੱਗ ਤੇ ਪਾਣੀ ਦਾ ਕੰਮ ਕਰਦਾ ਹੈ। ਪੰਜਾਬੀ ਸੱਭਿਆਚਾਰ ਦੀ ਨੁਮਾਇੰਦਗੀ ਵੀ ਇਸ ਡਰਾਮੇ ਵਿੱਚ ਬਹੁਤ ਸੁਹਜ ਨਾਲ ਕੀਤੀ ਗਈ ਹੈ। ਲੋਕ ਗੀਤ, ਤੰਦਰੁਸਤੀ ਦੇ ਲੋਕ ਉਪਚਾਰ, ਪਿੰਡ ਦੀ ਪੰਚਾਇਤ, ਸੱਦਰਾਂ ਦੀਆਂ ਰਸਮਾਂ ਅਤੇ ਇੱਥੋਂ ਤੱਕ ਕਿ ਫਸਲਾਂ ਦੀ ਕਟਾਈ ਦੇ ਸੀਨ, ਹਰ ਪਹਿਲੂ ਨੂੰ ਬੜੇ ਸਜੀਵਤਾ ਨਾਲ ਦਿਖਾਇਆ ਗਿਆ ਹੈ। ਪਰ ਇਹ ਸਿਰਫ ਦਿਖਾਵਾ ਨਹੀਂ ਹੈ, ਸਗੋਂ ਕਹਾਣੀ ਦਾ ਹਿੱਸਾ ਹੈ। ਜਦੋਂ ਸੁਲਤਾਨ ਆਪਣੇ ਪਿਤਾ ਨਾਲ ਖੇਤਾਂ ਵਿੱਚ ਗੱਡੀ ਚਲਾਉਂਦਾ ਹੈ, ਉਸ ਸਮਾਂ ਉਸ ਨੂੰ ਜ਼ਿੰਦਗੀ ਦੇ ਅਸਲੀ ਸਬਕ ਸਿਖਾਉਂਦਾ ਹੈ, ਮਿਹਨਤ, ਸਬਰ ਅਤੇ ਧਰਤੀ ਦਾ ਸਤਿਕਾਰ। ਡਰਾਮੇ ਦੀ ਸਭ ਤੋਂ ਮਾਰਕੀਟਿੰਗ ਪਹਿਲੂ ਇਸ ਦਾ ਪ੍ਰਚਾਰ ਨਹੀਂ ਸੀ, ਸਗੋਂ ਮੂੰਹੋਂ ਮੂੰਹ ਸੀ। ਇੱਕ ਵਿਅਕਤੀ ਨੇ ਦੂਜੇ ਨੂੰ ਦੱਸਿਆ, ਫਿਰ ਉਸਨੇ ਦੂਜੇ ਨੂੰ, ਅਤੇ ਜਲਦੀ ਹੀ ਇਹ ਅੱਗ ਵਾਂਗ ਫੈਲ ਗਿਆ। ਲੋਕ ਐਤਵਾਰ ਦੀ ਸ਼ਾਮ ਇਸ ਡਰਾਮੇ ਦੀ ਉਡੀਕ ਕਰਦੇ ਸਨ। ਦੁਕਾਨਾਂ ਬੰਦ ਹੋ ਜਾਂਦੀਆਂ ਸਨ, ਪਰਿਵਾਰ ਇਕੱਠੇ ਬੈਠ ਕੇ ਡਰਾਮਾ ਦੇਖਦੇ ਸਨ। ਹਰ ਐਪੀਸੋਡ ਦੇ ਅੰਤ ਤੇ ਅਗਲੇ ਹਫ਼ਤੇ ਦਾ ਪ੍ਰੋਮੋ ਦਿਖਾਇਆ ਜਾਂਦਾ ਅਤੇ ਲੋਕਾਂ ਦੇ ਦਿਲ ਧੜਕਣ ਲੱਗ ਪੈਂਦੇ ਸਨ। ਇਹ ਡਰਾਮਾ ਸਿਰਫ ਮਨੋਰੰਜਨ ਨਹੀਂ ਸੀ, ਸਗੋਂ ਇੱਕ ਸਮਾਜਕ ਦਸਤਾਵੇਜ਼ ਸੀ। ਇਸਨੇ ਦਿਖਾਇਆ ਕਿ ਇੱਕ ਗਰੀਬ ਪਰ ਪਿਆਰ ਕਰਨ ਵਾਲਾ ਪਿਤਾ ਆਪਣੇ ਪੁੱਤਰ ਨੂੰ ਕਿਵੇਂ ਦੁਨੀਆ ਦਾ ਸਭ ਤੋਂ ਵੱਡਾ ਸੁਲਤਾਨ ਬਣਾ ਸਕਦਾ ਹੈ। ਇਸਨੇ ਉਹਨਾਂ ਲਈ ਆਵਾਜ਼ ਬੁਲੰਦ ਕੀਤੀ ਜਿਹੜੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਅਧੂਰਾ ਛੱਡ ਕੇ ਸ਼ਹਿਰਾਂ ਵੱਲ ਭੱਜ ਗਏ। ਇਸਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਸੁਪਨੇ ਸਿਰਫ ਪੈਸੇ ਅਤੇ ਸ਼ੋਹਰਤ ਦੇ ਨਹੀਂ ਹੁੰਦੇ, ਸਗੋਂ ਉਸ ਵਿਅਕਤੀ ਦੀ ਮੁਸਕਰਾਹਟ ਦੇ ਵੀ ਹੁੰਦੇ ਹਨ ਜਿਸਨੇ ਤੁਹਾਨੂੰ ਉਠਾਇਆ। ਨਕਾਰਾਤਮਕ ਪੱਖਾਂ ਦੀ ਗੱਲ ਕਰੀਏ ਤਾਂ ਹਰ ਰਚਨਾ ਵਾਂਗ ਇਸ ਵਿੱਚ ਵੀ ਕੁਝ ਖਾਮੀਆਂ ਸਨ। ਕੁਝ ਐਪੀਸੋਡ ਵਿੱਚ ਕਹਾਣੀ ਥੋੜੀ ਖਿੱਚੀ ਹੋਈ ਲੱਗਦੀ ਸੀ, ਜਿਵੇਂ ਨਿਰਮਾਤਾ ਸੀਰੀਅਲ ਨੂੰ ਲੰਮਾ ਕਰਨ ਲਈ ਵਾਧੂ ਸੀਨ ਜੋੜ ਰਹੇ ਹੋਣ। ਇੱਕ ਖਾਸ ਟਰੈਕ ਜਿੱਥੇ ਸੁਲਤਾਨ ਇੱਕ ਸਾਲ ਲਈ ਗੁੰਮ ਹੋ ਜਾਂਦਾ ਹੈ, ਉਹ ਹੱਦੋਂ ਵੱਧ ਨਾਟਕੀ ਲੱਗਿਆ। ਇਸ ਤੋਂ ਇਲਾਵਾ ਕੁਝ ਸਹਾਇਕ ਕਿਰਦਾਰਾਂ ਦੀ ਅਦਾਕਾਰੀ ਓਨੀ ਪੱਕੀ ਨਹੀਂ ਸੀ ਜਿੰਨੀ ਮੁੱਖ ਕਿਰਦਾਰਾਂ ਦੀ ਸੀ। ਥੋੜੇ ਬਹੁਤੇ ਪਲਾਂ ਵਿੱਚ ਡਾਇਲਾਗ ਡਿਲੀਵਰੀ ਕਮਜ਼ੋਰ ਲੱਗੀ, ਪਰ ਇਹ ਖਾਮੀਆਂ ਮੁੱਖ ਪ੍ਰਭਾਵ ਦੇ ਅੱਗੇ ਬਹੁਤ ਛੋਟੀਆਂ ਸਨ। ਡਰਾਮੇ ਦਾ ਸਭ ਤੋਂ ਤਾਕਤਵਰ ਮੁਕਾਬਲਾ ਇਸ ਦੀ ਸਮਾਪਤੀ ਵਿੱਚ ਹੈ, ਜਦੋਂ ਸੁਲਤਾਨ ਸਾਰੀਆਂ ਮੁਸ਼ਕਿਲਾਂ ਪਾਰ ਕਰਕੇ ਆਪਣੇ ਪਿਤਾ ਦੇ ਖੁੰਡੇ ਹੋਏ ਪੈਰਾਂ ਕੋਲ ਬੈਠਦਾ ਹੈ ਅਤੇ ਕਹਿੰਦਾ ਹੈ, ਪਾਪਾਕੂ, ਮੈਂ ਤੁਹਾਡਾ ਸੁਲਤਾਨ ਨਹੀਂ, ਮੈਂ ਤੁਹਾਡਾ ਪੁੱਤਰ ਹਾਂ, ਤਾਂ ਡਰਾਮਾ ਦੇਖਣ ਵਾਲੇ ਹਰ ਵਿਅਕਤੀ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਹਨ। ਇਹ ਦਰਿਸ਼ ਪੰਜਾਬੀ ਟੈਲੀਵਿਜ਼ਨ ਦੇ ਸਭ ਤੋਂ ਯਾਦਗਾਰੀ ਦ੍ਰਿਸ਼ਾਂ ਵਿੱਚੋਂ ਇੱਕ ਹੈ। ਨਿਰਦੇਸ਼ਕ ਨੇ ਇਸ ਸੀਨ ਨੂੰ ਇੰਨੀ ਸ਼ਿੱਦਤ ਨਾਲ ਪੇਸ਼ ਕੀਤਾ ਕਿ ਇਹ ਸਿਰਫ ਪਰਦੇ ਤੱਕ ਸੀਮਤ ਨਾ ਰਿਹਾ, ਸਗੋਂ ਲੋਕਾਂ ਦੇ ਅਸਲ ਜੀਵਨ ਵਿੱਚ ਉਤਰ ਆਇਆ। ਸਮਕਾਲੀ ਪੰਜਾਬੀ ਡਰਾਮਿਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਅੱਜ ਦੇ ਬਹੁਤੇ ਡਰਾਮੇ ਪੱਛਮੀ ਕਲਚਰ ਦੀ ਨਕਲ ਕਰਦੇ ਹਨ, ਵਿਦੇਸ਼ੀ ਲੋਕੇਸ਼ਨਾਂ ਤੇ ਫਿਲਮਾਏ ਜਾਂਦੇ ਹਨ ਅਤੇ ਉਹਨਾਂ ਵਿੱਚ ਡੂੰਘਾਈ ਦੀ ਘਾਟ ਹੁੰਦੀ ਹੈ। ਸੁਲਤਾਨ ਨਿਆਮਰ ਪਾਪਾਕੂ ਇਸ ਮਾਮਲੇ ਵਿੱਚ ਬਿਲਕੁਲ ਵੱਖਰਾ ਹੈ। ਇਹ ਆਪਣੀਆਂ ਜੜ੍ਹਾਂ ਵਿੱਚ ਡੂੰਘਾ ਧੱਸਿਆ ਹੋਇਆ ਹੈ। ਇਸਨੇ ਬਿਨਾਂ ਕਿਸੇ ਸ਼ੋਆਫਟ ਦੇ ਸਿੱਧੇ ਦਿਲ ਤੇ ਵਾਰ ਕੀਤਾ। ਕਈ ਡਰਾਮੇ ਸਾਲਾਂ ਵਿੱਚ ਭੁੱਲ ਜਾਂਦੇ ਹਨ, ਪਰ ਇਸ ਦੇ ਸੰਵਾਦ ਅੱਜ ਵੀ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਜਾਂਦੇ ਹਨ। ਇਸ ਦੇ ਮੀਮਸ ਬਣਦੇ ਹਨ, ਇਸ ਦੇ ਗੀਤ ਰੀਮਿਕਸ ਹੁੰਦੇ ਹਨ ਅਤੇ ਨਵੀਂ ਪੀੜ੍ਹੀ ਵੀ ਇਸ ਨੂੰ ਖੋਜ ਕੇ ਦੇਖਦੀ ਹੈ। ਸਿੱਖਿਆ ਦੇ ਦ੍ਰਿਸ਼ਟੀਕੋਣ ਤੋਂ ਵੀ ਇਹ ਡਰਾਮਾ ਬਹੁਤ ਆਮ ਹੈ। ਅੱਜ ਦੇ ਸਮੇਂ ਵਿੱਚ ਜਦੋਂ ਬੱਚੇ ਮਾਪਿਆਂ ਦੀ ਕਦਰ ਨਹੀਂ ਕਰਦੇ, ਜਦੋਂ ਮੋਬਾਈਲ ਫੋਨਾਂ ਨੇ ਗੱਲਬਾਤ ਨੂੰ ਖਤਮ ਕਰ ਦਿੱਤਾ ਹੈ, ਇਹ ਡਰਾਮਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਇੱਕ ਪਿਤਾ ਦੀ ਕੁਰਬਾਨੀ ਕਦੇ ਵੀ ਬੇਅਸਰ ਨਹੀਂ ਹੁੰਦੀ।
ਇਹ ਡਰਾਮਾ ਹਰ ਸਕੂਲ ਵਿੱਚ ਦਿਖਾਇਆ ਜਾਣਾ ਚਾਹੀਦਾ ਹੈ ਤਾਂ ਜੋ ਬੱਚੇ ਸਮਝ ਸਕਣ ਕਿ ਉਹਨਾਂ ਦੇ ਮਾਪੇ ਹੀ ਉਹਨਾਂ ਦੇ ਅਸਲੀ ਸੁਲਤਾਨ ਹਨ। ਜੇਕਰ ਅਸੀਂ ਇਸ ਡਰਾਮੇ ਦੇ ਪ੍ਰਭਾਵ ਨੂੰ ਮਾਪੀਏ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਨੇ ਪੰਜਾਬੀ ਡਰਾਮੇ ਨੂੰ ਇੱਕ ਨਵੀਂ ਪਛਾਣ ਦਿੱਤੀ। ਇਸ ਤੋਂ ਪਹਿਲਾਂ ਪੰਜਾਬੀ ਡਰਾਮੇ ਜਾਂ ਤਾਂ ਬਹੁਤ ਘੱਟ ਗੁਣਵੱਤਾ ਵਾਲੇ ਹੁੰਦੇ ਸਨ ਜਾਂ ਫਿਰ ਹਿੰਦੀ ਦੀ ਪੈਰੋਡੀ। ਸੁਲਤਾਨ ਨਿਆਮਰ ਪਾਪਾਕੂ ਨੇ ਸਾਬਤ ਕੀਤਾ ਕਿ ਪੰਜਾਬੀ ਵਿੱਚ ਵੀ ਗੰਭੀਰ, ਸੁਹਜਾਤਮਿਕ ਅਤੇ ਸੰਦੇਸ਼ਯੁਕਤ ਡਰਾਮੇ ਬਣ ਸਕਦੇ ਹਨ। ਇਸ ਨੇ ਨਵੇਂ ਲੇਖਕਾਂ, ਨਿਰਦੇਸ਼ਕਾਂ ਅਤੇ ਅਦਾਕਾਰਾਂ ਨੂੰ ਪ੍ਰੇਰਿਤ ਕੀਤਾ। ਇਸ ਡਰਾਮੇ ਨੇ ਇੱਕ ਹੋਰ ਅਹਿਮ ਕੰਮ ਕੀਤਾ, ਇਸ ਨੇ ਪੰਜਾਬੀ ਬੋਲੀ ਦੇ ਵੱਖ-ਵੱਖ ਲਹਿਜਿਆਂ ਨੂੰ ਇੱਕ ਸਾਂਝੇ ਮੰਚ ਤੇ ਪੇਸ਼ ਕੀਤਾ। ਮਾਲਵਈ, ਦੁਆਬੀ, ਪੁਆਧੀ ਅਤੇ ਮਾਝੇ ਦਾ ਸੁਮੇਲ ਇਸ ਡਰਾਮੇ ਨੂੰ ਇੱਕ ਅਜਿਹੀ ਸਾਂਝੀ ਪੰਜਾਬੀਅਤ ਬਣਾ ਦਿੰਦਾ ਹੈ। ਇੱਕ ਕਿਰਦਾਰ ਬਿਲਕੁਲ ਫਿਰੋਜ਼ਪੁਰ ਦਾ ਲੱਗਦਾ ਹੈ ਤਾਂ ਦੂਜਾ ਗੁਰਦਾਸਪੁਰ ਦਾ। ਇਹ ਵਿਭਿੰਨਤਾ ਡਰਾਮੇ ਦੀ ਜਾਨ ਹੈ। ਆਲੋਚਨਾ ਦੇ ਨਿਸ਼ਾਨੇ ਤੇ ਇੱਕ ਬਿੰਦੂ ਹੋਰ ਹੈ, ਡਰਾਮੇ ਦਾ ਸੈਕੰਡਰੀ ਟਰੈਕ, ਜਿਸ ਵਿੱਚ ਸੁਲਤਾਨ ਦੀ ਪ੍ਰੇਮਿਕਾ ਦੀ ਕਹਾਣੀ ਸੀ। ਉਹ ਕਿਰਦਾਰ ਬਹੁਤ ਘੱਟ ਸਕਰੀਨ ਟਾਈਮ ਮਿਲਣ ਕਾਰਨ ਅਧੂਰਾ ਰਹਿ ਗਿਆ। ਦਰਸ਼ਕਾਂ ਨੂੰ ਕਦੇ ਸਮਝ ਨਹੀਂ ਆਇਆ ਕਿ ਉਹ ਸੁਲਤਾਨ ਨੂੰ ਇੰਨਾ ਪਿਆਰ ਕਿਉਂ ਕਰਦੀ ਹੈ, ਸਿਰਫ ਇਸ ਲਈ ਕਿ ਉਹ ਸੁੰਦਰ ਹੈ। ਇਹ ਬਿੰਦੂ ਥੋੜਾ ਕੱਚਾ ਰਹਿ ਗਿਆ। ਪਰ ਮੁੱਖ ਕਹਾਣੀ ਇੰਨੀ ਸ਼ਕਤੀਸ਼ਾਲੀ ਹੈ ਕਿ ਇਹ ਕਮਜ਼ੋਰੀ ਨਜ਼ਰਅੰਦਾਜ਼ ਕੀਤੀ ਜਾ ਸਕਦੀ ਹੈ। ਡਰਾਮੇ ਦੀ ਲੰਬਾਈ ਵੀ ਇੱਕ ਆਮ ਪਹਿਲੂ ਹੈ। ਤਕਰੀਬਨ 40 ਐਪੀਸੋਡਾਂ ਵਿੱਚ ਫੈਲਿਆ ਇਹ ਡਰਾਮਾ ਕਈ ਵਾਰੀ ਕਹਾਣੀ ਨੂੰ ਘੁਮਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਆਖਰਕਾਰ ਹਰ ਮੋੜ ਨਵਾਂ ਅਰਥ ਲੈ ਕੇ ਆਉਂਦਾ ਹੈ। ਜੇਕਰ ਇਸ ਨੂੰ 25 ਤੋਂ 30 ਐਪੀਸੋਡਾਂ ਵਿੱਚ ਸਮੇਟਿਆ ਜਾਂਦਾ ਤਾਂ ਸ਼ਾਇਦ ਇਸ ਦਾ ਪ੍ਰਭਾਵ ਹੋਰ ਵੀ ਤੇਜ਼ ਹੁੰਦਾ। ਪਰ ਫਿਰ ਵੀ ਪੰਜਾਬੀ ਦਰਸ਼ਕ ਨੇ ਸਾਰੇ ਐਪੀਸੋਡਾਂ ਨੂੰ ਉਸੇ ਸ਼ਿੱਦਤ ਨਾਲ ਦੇਖਿਆ ਜਿਵੇਂ ਪਹਿਲੇ ਐਪੀਸੋਡ ਨੂੰ। ਅੱਜ ਜਦੋਂ ਅਸੀਂ ਇਸ ਡਰਾਮੇ ਨੂੰ YouTube ਜਾਂ ਆਨਲਾਈਨ ਪਲੇਟਫਾਰਮਾਂ ਤੇ ਵਾਪਸ ਦੇਖਦੇ ਹਾਂ ਤਾਂ ਇਹ ਅਜੇ ਵੀ ਤਾਜ਼ਾ ਲੱਗਦਾ ਹੈ। ਇਸ ਦੇ ਵਿਜ਼ੂਅਲ ਇਫੈਕਟਸ ਅਤੇ ਪ੍ਰੋਡਕਸ਼ਨ ਕੁਆਲਿਟੀ ਮੌਜੂਦਾ ਸਮੇਂ ਦੇ ਹਿਸਾਬ ਨਾਲ ਪੁਰਾਣੀ ਲੱਗ ਸਕਦੀ ਹੈ, ਪਰ ਇਸ ਦੀ ਭਾਵਨਾ ਅਤੇ ਕਹਾਣੀ ਸਮੇਂ ਤੋਂ ਉੱਪਰ ਹੈ। ਅਦਾਕਾਰਾਂ ਨੇ ਆਪਣੇ ਕਿਰਦਾਰਾਂ ਵਿੱਚ ਇੰਨੀ ਜਾਨ ਪਾ ਦਿੱਤੀ ਕਿ ਅਸੀਂ ਅੱਜ ਵੀ ਪਾਪਾਕੂ ਨੂੰ ਉਸਦੀ ਲਾਠੀ ਅਤੇ ਪੱਗ ਨਾਲ ਅਤੇ ਸੁਲਤਾਨ ਨੂੰ ਉਸਦੀ ਚਮਕਦਾਰ ਅੱਖਾਂ ਨਾਲ ਪਛਾਣਦੇ ਹਾਂ। ਸਮੀਖਿਆ ਦੇ ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਸੁਲਤਾਨ ਨਿਆਮਰ ਪਾਪਾਕੂ ਸੰਗ ਲੈਜੈਂਡਾ ਕੇਵਲ ਇੱਕ ਡਰਾਮਾ ਨਹੀਂ ਹੈ, ਸਗੋਂ ਇੱਕ ਅਨੁਭਵ ਹੈ। ਇਸ ਨੇ ਸਾਨੂੰ ਰੋਣਾ, ਹੱਸਣਾ, ਗੁੱਸਾ ਹੋਣਾ ਅਤੇ ਸਭ ਤੋਂ ਵੱਧ ਆਪਣੇ ਪਿਤਾ ਨੂੰ ਗਲੇ ਲਾਉਣ ਦੀ ਪ੍ਰੇਰਣਾ ਦਿੱਤੀ। ਜੇਕਰ ਤੁਸੀਂ ਪੰਜਾਬੀ ਹੋ ਤਾਂ ਤੁਹਾਨੂੰ ਇਹ ਡਰਾਮਾ ਜ਼ਰੂਰ ਦੇਖਣਾ ਚਾਹੀਦਾ ਹੈ। ਜੇਕਰ ਤੁਸੀਂ ਕਿਸੇ ਹੋਰ ਭਾਸ਼ਾ ਦੇ ਦਰਸ਼ਕ ਹੋ ਤਾਂ ਵੀ ਇਹ ਡਰਾਮਾ ਤੁਹਾਡੇ ਦਿਲ ਨੂੰ ਛੂਹ ਜਾਵੇਗਾ ਕਿਉਂਕਿ ਪਿਤਾ ਪੁੱਤਰ ਦਾ ਪਿਆਰ ਸਾਰੀਆਂ ਭਾਸ਼ਾਵਾਂ ਵਿੱਚ ਇੱਕੋ ਜਿਹਾ ਹੁੰਦਾ ਹੈ। ਅਤੇ ਹਾਂ, ਜਦੋਂ ਤੁਸੀਂ ਇਸ ਨੂੰ ਦੇਖੋ ਤਾਂ ਆਪਣੇ ਪਾਪਾ ਨੂੰ ਇੱਕ ਵਾਰ ਜ਼ਰੂਰ ਗਲੇ ਲਾਉਂਦੇ ਕਿਉਂਕਿ ਇਹੀ ਇਸ ਡਰਾਮੇ ਦਾ ਅਸਲੀ ਸੰਦੇਸ਼ ਹੈ। ਸੁਲਤਾਨ ਨਿਆਮਰ ਪਾਪਾਕੂ ਸੰਗ ਲੈਜੈਂਡਾ ਡਰਾਮਾ ਇੱਕ ਸੰਪੂਰਨ ਸਮੀਖਿਆ। ਪੰਜਾਬੀ ਰੰਗਮੰਚ ਅਤੇ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਕਈ ਅਜਿਹੇ ਡਰਾਮੇ ਆਏ ਹਨ ਜਿਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ਤੇ ਆਪਣੀ ਛਾਪ ਛੱਡੀ ਹੈ, ਪਰ ਕੁਝ ਡਰਾਮੇ ਅਜਿਹੇ ਹੁੰਦੇ ਹਨ ਜੋ ਸਮੇਂ ਦੀਆਂ ਸੀਮਾਵਾਂ ਨੂੰ ਪਾਰ ਕਰ ਜਾਂਦੇ ਹਨ। ਸੁਲਤਾਨ ਨਿਆਮਰ ਪਾਪਾਕੂ ਸੰਗ ਲੈਜੈਂਡਾ ਅਜਿਹਾ ਹੀ ਇੱਕ ਅਦੁੱਤੀ ਡਰਾਮਾ ਹੈ ਜਿਸ ਨੇ ਨਾ ਸਿਰਫ ਪੰਜਾਬੀ ਸੱਭਿਆਚਾਰ ਨੂੰ ਇੱਕ ਨਵੀਂ ਪਛਾਣ ਦਿੱਤੀ, ਸਗੋਂ ਪਿਤਾ ਪੁੱਤਰ ਦੇ ਰਿਸ਼ਤੇ, ਵਫ਼ਾਦਾਰੀ, ਬਲੀਦਾਨ ਅਤੇ ਸੁਪਨਿਆਂ ਦੀ ਤਾਕਤ ਨੂੰ ਵੀ ਇੱਕ ਨਵੀਂ ਉਚਾਈ ਦਿਖਾਈ। ਇਹ ਲਿਖਤ ਉਸੇ ਡਰਾਮੇ ਦੀ ਸੰਪੂਰਨ ਸਮੀਖਿਆ ਹੈ ਜਿਸ ਨੂੰ ਪੰਜਾਬੀ ਦਰਸ਼ਕ ਅੱਜ ਵੀ ਲੈਜੈਂਡਾ ਕਹਿ ਕੇ ਯਾਦ ਕਰਦੇ ਹਨ। ਡਰਾਮੇ ਦੀ ਕਹਾਣੀ ਇੱਕ ਛੋਟੇ ਜਿਹੇ ਪਿੰਡ 'ਚੋਂ ਸ਼ੁਰੂ ਹੁੰਦੀ ਹੈ ਜਿੱਥੇ ਇੱਕ ਗਰੀਬ ਪਰ ਇਮਾਨਦਾਰ ਬੁੱਢੇ ਪਿਤਾ, ਪਾਪਾਕੂ, ਦੀ ਇੱਕੋ ਇੱਕ ਔਲਾਦ ਹੈ, ਸੁਲਤਾਨ ਨਿਆਮਰ। ਪਾਪਾਕੂ ਖੁਦ ਕਦੀ ਇੱਕ ਮਹਾਨ ਕਲਾਕਾਰ ਸੀ, ਪਰ ਸਮੇਂ ਦੀਆਂ ਮਾਰਾਂ ਅਤੇ ਲੋਕਾਂ ਦੀ ਬੇਰੁਖੀ ਨੇ ਉਸ ਨੂੰ ਤੋੜ ਦਿੱਤਾ ਸੀ। ਉਹ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਉਹ ਸਭ ਕੁਝ ਹਾਸਲ ਕਰੇ ਜੋ ਉਹ ਨਹੀਂ ਕਰ ਸਕਿਆ। ਸੁਲਤਾਨ ਇੱਕ ਅਜਿਹਾ ਸੁਪਨਾ ਦੇਖਦਾ ਹੈ, ਇੱਕ ਅਜਿਹਾ ਸੁਲਤਾਨ ਬਣਨ ਦਾ ਜੋ ਸਿਰਫ ਤਾਜ ਅਤੇ ਤਖਤ ਲਈ ਨਹੀਂ, ਸਗੋਂ ਆਪਣੇ ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ। ਪਰ ਇਹ ਰਾਹ ਆਸਾਨ ਨਹੀਂ ਸੀ। ਡਰਾਮੇ ਵਿੱਚ ਸੁਲਤਾਨ ਨੂੰ ਅਨੇਕਾਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸ਼ਕਤੀਸ਼ਾਲੀ ਦੁਸ਼ਮਣ, ਝੂਠੇ ਰਿਸ਼ਤੇ ਅਤੇ ਇੱਥੋਂ ਤੱਕ ਕਿ ਆਪਣੇ ਅੰਦਰਲੇ ਸ਼ੱਕ ਅਤੇ ਡਰ। ਪਰ ਹਰ ਵਾਰ ਉਸਦੇ ਪਿਤਾ ਪਾਪਾਕੂ ਦੀ ਸਿੱਖਿਆ ਅਤੇ ਪਿਆਰ ਉਸ ਨੂੰ ਮੁੜ ਤੋਂ ਖੜ੍ਹਾ ਕਰ ਦਿੰਦਾ ਹੈ। ਡਰਾਮੇ ਦੀ ਸਭ ਤੋਂ ਵੱਡੀ ਤਾਕਤ ਇਸ ਦਾ ਮੂਲ ਸੰਦੇਸ਼ ਹੈ, ਪਿਤਾ ਹੀ ਅਸਲੀ ਸੁਲਤਾਨ ਹੁੰਦਾ ਹੈ ਜੋ ਆਪਣੇ ਪੁੱਤਰ ਨੂੰ ਉੱਚਾ ਚੁੱਕਣ ਲਈ ਆਪਣੀਆਂ ਹੱਡੀਆਂ ਦਾ ਮਹਿਲ ਬਣਾ ਦਿੰਦਾ ਹੈ। ਇਹ ਡਰਾਮਾ ਕੇਵਲ ਮਨੋਰੰਜਨ ਨਹੀਂ ਕਰਦਾ, ਸਗੋਂ ਦਰਸ਼ਕ ਨੂੰ ਆਪਣੇ ਮਾਪਿਆਂ ਦੀ ਕੁਰਬਾਨੀ ਨੂੰ ਸਮਝਣ ਦੀ ਪ੍ਰੇਰਣਾ ਦਿੰਦਾ ਹੈ। ਹਰ ਐਪੀਸੋਡ ਵਿੱਚ ਸੁਲਤਾਨ ਦਾ ਸੰਘਰਸ਼ ਅਤੇ ਪਾਪਾਕੂ ਦਾ ਮੌਨ ਸਮਰਥਨ ਦਰਸ਼ਕਾਂ ਦੀਆਂ ਅੱਖਾਂ 'ਚ ਨਮੀ ਲਿਆ ਦਿੰਦਾ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਇਸ ਡਰਾਮੇ ਨੇ ਕਈ ਨਾਮਵਰ ਕਲਾਕਾਰਾਂ ਨੂੰ ਜਨਮ ਦਿੱਤਾ। ਸੁਲਤਾਨ ਦੇ ਕਿਰਦਾਰ ਵਿੱਚ ਇੱਕ ਅਜਿਹੀ ਕੱਚੀ ਪਰ ਦ੍ਰਿੜ ਊਰਜਾ ਸੀ ਜਿਵੇਂ ਕੋਈ ਸ਼ੇਰ ਦਾ ਬੱਚਾ ਉੱਡਣਾ ਸਿੱਖ ਰਿਹਾ ਹੋਵੇ।
ਉਸ ਦੀਆਂ ਅੱਖਾਂ ਵਿੱਚ ਇੱਕ ਅਜਿਹੀ ਚਮਕ ਸੀ ਜੋ ਦਰਸ਼ਕ ਨੂੰ ਕਹਿ ਰਹੀ ਸੀ, ਮੈਂ ਹਾਰਾਂਗਾ ਨਹੀਂ। ਪਰ ਅਸਲੀ ਜਾਦੂ ਸੀ ਪਾਪਾਕੂ ਦੇ ਕਿਰਦਾਰ ਵਿੱਚ। ਉਹ ਬੁੱਢਾ, ਥੱਕਿਆ, ਟੁੱਟਿਆ ਪਰ ਕਦੇ ਵੀ ਹਾਰ ਨਾ ਮੰਨਣ ਵਾਲਾ ਪਿਤਾ। ਉਸਦਾ ਹਰ ਸੰਵਾਦ ਸਿਰਫ ਡਾਇਲਾਗ ਨਹੀਂ ਸੀ, ਸਗੋਂ ਇੱਕ ਤਜਰਬੇ ਦੀ ਆਵਾਜ਼ ਸੀ। ਜਦੋਂ ਉਹ ਕਹਿੰਦਾ, ਪੁੱਤਰ, ਤੂੰ ਮੇਰੀ ਉਮੀਦ ਦਾ ਦਰਿਆ ਹੈ, ਮੈਂ ਤਾਂ ਰੇਤ ਦਾ ਕਿਨਾਰਾ ਹਾਂ, ਤਾਂ ਘਰ ਘਰ ਵਿੱਚ ਖਾਮੋਸ਼ੀ ਛਾ ਜਾਂਦੀ ਸੀ। ਡਰਾਮੇ ਦਾ ਸੰਗੀਤ ਵੀ ਇਸ ਦੀ ਕਾਮਯਾਬੀ ਦਾ ਇੱਕ ਵੱਡਾ ਕਾਰਨ ਸੀ। ਹਰ ਐਪੀਸੋਡ ਦੇ ਪਿੱਛੇ ਲੱਗੇ ਗੀਤ, ਖਾਸ ਕਰਕੇ ਉਹ ਗੀਤ ਜਦੋਂ ਸੁਲਤਾਨ ਅਸਮਾਨ ਵੱਲ ਦੇਖ ਕੇ ਸੁਪਨਾ ਦੇਖਦਾ ਹੈ, ਮੈਂ ਉੱਡਣਾ ਹਾਂ ਭਾਵੇਂ ਖੰਭ ਨਾ ਹੋਣ, ਅੱਜ ਵੀ ਪੰਜਾਬੀ ਯੂਥ ਦੇ ਕੰਨਾਂ 'ਚ ਗੂੰਜਦਾ ਹੈ। ਬੈਕਗਰਾਉਂਡ ਸਕੋਰ ਨੇ ਹਰ ਦ੍ਰਿਸ਼ ਦੀ ਭਾਵਨਾ ਨੂੰ ਦੁੱਗਣਾ ਕਰ ਦਿੱਤਾ। ਖੁਸ਼ੀ ਦੇ ਸੀਨ ਵਿੱਚ ਢੋਲਕੀ ਦੀਆਂ ਥਾਪੀਆਂ, ਗਮ ਦੇ ਸੀਨ ਵਿੱਚ ਅਲਗੋਜ਼ੇ ਦਾ ਰੋਣਾ ਅਤੇ ਜੰਗ ਦੇ ਸੀਨ ਵਿੱਚ ਨਗਾਰਿਆਂ ਦੀ ਗਰਜ, ਸਭ ਕੁਝ ਸੰਪੂਰਨ ਸੀ। ਨਿਰਦੇਸ਼ਕ ਦੀ ਪ੍ਰਤਿਭਾ ਵੀ ਕਾਬਿਲ ਇਹ ਤਾਰੀਫ ਹੈ। ਉਸਨੇ ਹਰ ਦ੍ਰਿਸ਼ ਨੂੰ ਇੱਕ ਪੇਂਟਿੰਗ ਵਾਂਗ ਸਜਾਇਆ ਹੈ। ਪਿੰਡ ਦੀਆਂ ਗਲੀਆਂ, ਖੇਤਾਂ ਵਿੱਚ ਸ਼ਾਮ ਦੀ ਧੁੱਪ, ਸੁਲਤਾਨ ਦੇ ਘਰ ਦੀ ਟੁੱਟੀ ਛੱਤ, ਸਭ ਕੁਝ ਬਹੁਤ ਹੀ ਸੁਹਜਾਤਮਿਕ ਅਤੇ ਯਥਾਰਥਵਾਦੀ ਹੈ। ਇੱਕ ਖਾਸ ਸੀਨ ਹੈ ਜਦੋਂ ਸੁਲਤਾਨ ਆਪਣੇ ਪਿਤਾ ਦੀ ਸਵਾਰੀ ਕਰਕੇ ਸ਼ਹਿਰ ਜਾਂਦਾ ਹੈ ਅਤੇ ਰਸਤੇ ਵਿੱਚ ਉਹ ਇੱਕ ਮਿਰਗ ਦੇ ਬੱਚੇ ਨੂੰ ਆਪਣੀ ਮਾਂ ਤੋਂ ਵਿਛੜਦੇ ਦੇਖਦਾ ਹੈ। ਇਹ ਦ੍ਰਿਸ਼ ਦੱਸਦਾ ਹੈ ਕਿ ਨਿਰਦੇਸ਼ਕ ਨੇ ਕਿਸ ਕਦਰ ਕਹਾਣੀ ਦੇ ਅੰਦਰਲੇ ਸੰਦੇਸ਼ ਨੂੰ ਸਮਝਿਆ। ਡਰਾਮੇ ਦੀ ਲਿਖਤ ਵੀ ਬਹੁਤ ਮਜ਼ਬੂਤ ਹੈ। ਸੰਵਾਦ ਪੰਜਾਬੀ ਦੇ ਅਸਲੀ ਲਹਿੰਦੇ ਅਤੇ ਮਾਝੇ ਦੇ ਮਿਸ਼ਰਣ ਵਿੱਚ ਲਿਖੇ ਗਏ ਹਨ, ਪਰ ਇੰਨੇ ਸਾਫ਼ ਕਿ ਕੋਈ ਵੀ ਪੰਜਾਬੀ ਉਨ੍ਹਾਂ ਨੂੰ ਸਮਝ ਸਕੇ। ਹਾਸੇ ਰਸ ਦੇ ਸੀਨ ਵਿੱਚ ਉਨ੍ਹਾਂ ਨੇ ਪਿੰਡ ਦੇ ਠੱਠੇ ਮਖੌਲ ਨੂੰ ਵਰਤਿਆ, ਜਦਕਿ ਗੰਭੀਰ ਸੀਨ ਵਿੱਚ ਉਨ੍ਹਾਂ ਨੇ ਬੁੱਲੇ ਸ਼ਾਹ ਅਤੇ ਵਾਰਿਸ ਸ਼ਾਹ ਦੇ ਅਰਥਾਂ ਨੂੰ ਆਮ ਭਾਸ਼ਾ ਵਿੱਚ ਢਾਲ ਦਿੱਤਾ। ਇੱਕ ਮਹੱਤਵਪੂਰਨ ਸੰਵਾਦ ਹੈ, ਸੁਲਤਾਨ ਉਹ ਨਹੀਂ ਜੋ ਤਖ਼ਤ ਤੇ ਬੈਠੇ, ਸੁਲਤਾਨ ਉਹ ਹੈ ਜੋ ਆਪਣੇ ਪਿਤਾ ਦੀ ਸੇਜ ਤੇ ਆਪਣਾ ਸਿਰ ਰੱਖ ਸਕੇ। ਡਰਾਮੇ ਦੇ ਦੁਸ਼ਮਣ ਵੀ ਇੱਕ ਅਯਾਮੀ ਨਹੀਂ ਹਨ। ਮੁੱਖ ਖਲਨਾਇਕ, ਜਿਸ ਦਾ ਨਾਂ ਸੀ ਮਿਰਜ਼ਾ ਕੁੱਤਾ, ਇੱਕ ਅਜਿਹਾ ਵਿਅਕਤੀ ਹੈ ਜਿਸ ਨੂੰ ਪਿਆਰ ਨਾ ਮਿਲਿਆ ਹੋਵੇ, ਇਸ ਲਈ ਉਹ ਦੂਜਿਆਂ ਦਾ ਪਿਆਰ ਤੋੜਨਾ ਚਾਹੁੰਦਾ ਹੈ। ਉਸ ਦਾ ਕਿਰਦਾਰ ਇੱਕ ਸਬਕ ਹੈ ਕਿ ਜਦੋਂ ਬੱਚੇ ਨੂੰ ਪਿਤਾ ਤੋਂ ਪਿਆਰ ਨਹੀਂ ਮਿਲਦਾ ਤਾਂ ਉਹ ਅੱਗ ਬਣ ਜਾਂਦਾ ਹੈ। ਪਰ ਸੁਲਤਾਨ ਅਤੇ ਪਾਪਾਕੂ ਦਾ ਰਿਸ਼ਤਾ ਉਸ ਅੱਗ ਤੇ ਪਾਣੀ ਦਾ ਕੰਮ ਕਰਦਾ ਹੈ। ਪੰਜਾਬੀ ਸੱਭਿਆਚਾਰ ਦੀ ਨੁਮਾਇੰਦਗੀ ਵੀ ਇਸ ਡਰਾਮੇ ਵਿੱਚ ਬਹੁਤ ਸੁਹਜ ਨਾਲ ਕੀਤੀ ਗਈ ਹੈ। ਲੋਕ ਗੀਤ, ਤੰਦਰੁਸਤੀ ਦੇ ਲੋਕ ਉਪਚਾਰ, ਪਿੰਡ ਦੀ ਪੰਚਾਇਤ, ਸੱਦਰਾਂ ਦੀਆਂ ਰਸਮਾਂ ਅਤੇ ਇੱਥੋਂ ਤੱਕ ਕਿ ਫਸਲਾਂ ਦੀ ਕਟਾਈ ਦੇ ਸੀਨ, ਹਰ ਪਹਿਲੂ ਨੂੰ ਬੜੇ ਸਜੀਵਤਾ ਨਾਲ ਦਿਖਾਇਆ ਗਿਆ ਹੈ। ਪਰ ਇਹ ਸਿਰਫ ਦਿਖਾਵਾ ਨਹੀਂ ਹੈ, ਸਗੋਂ ਕਹਾਣੀ ਦਾ ਹਿੱਸਾ ਹੈ। ਜਦੋਂ ਸੁਲਤਾਨ ਆਪਣੇ ਪਿਤਾ ਨਾਲ ਖੇਤਾਂ ਵਿੱਚ ਗੱਡੀ ਚਲਾਉਂਦਾ ਹੈ, ਉਸ ਸਮਾਂ ਉਸ ਨੂੰ ਜ਼ਿੰਦਗੀ ਦੇ ਅਸਲੀ ਸਬਕ ਸਿਖਾਉਂਦਾ ਹੈ, ਮਿਹਨਤ, ਸਬਰ ਅਤੇ ਧਰਤੀ ਦਾ ਸਤਿਕਾਰ। ਡਰਾਮੇ ਦੀ ਸਭ ਤੋਂ ਮਾਰਕੀਟਿੰਗ ਪਹਿਲੂ ਇਸ ਦਾ ਪ੍ਰਚਾਰ ਨਹੀਂ ਸੀ, ਸਗੋਂ ਮੂੰਹੋਂ ਮੂੰਹ ਸੀ। ਇੱਕ ਵਿਅਕਤੀ ਨੇ ਦੂਜੇ ਨੂੰ ਦੱਸਿਆ, ਫਿਰ ਉਸਨੇ ਦੂਜੇ ਨੂੰ, ਅਤੇ ਜਲਦੀ ਹੀ ਇਹ ਅੱਗ ਵਾਂਗ ਫੈਲ ਗਿਆ। ਲੋਕ ਐਤਵਾਰ ਦੀ ਸ਼ਾਮ ਇਸ ਡਰਾਮੇ ਦੀ ਉਡੀਕ ਕਰਦੇ ਸਨ। ਦੁਕਾਨਾਂ ਬੰਦ ਹੋ ਜਾਂਦੀਆਂ ਸਨ, ਪਰਿਵਾਰ ਇਕੱਠੇ ਬੈਠ ਕੇ ਡਰਾਮਾ ਦੇਖਦੇ ਸਨ। ਹਰ ਐਪੀਸੋਡ ਦੇ ਅੰਤ ਤੇ ਅਗਲੇ ਹਫ਼ਤੇ ਦਾ ਪ੍ਰੋਮੋ ਦਿਖਾਇਆ ਜਾਂਦਾ ਅਤੇ ਲੋਕਾਂ ਦੇ ਦਿਲ ਧੜਕਣ ਲੱਗ ਪੈਂਦੇ ਸਨ। ਇਹ ਡਰਾਮਾ ਸਿਰਫ ਮਨੋਰੰਜਨ ਨਹੀਂ ਸੀ, ਸਗੋਂ ਇੱਕ ਸਮਾਜਕ ਦਸਤਾਵੇਜ਼ ਸੀ। ਇਸਨੇ ਦਿਖਾਇਆ ਕਿ ਇੱਕ ਗਰੀਬ ਪਰ ਪਿਆਰ ਕਰਨ ਵਾਲਾ ਪਿਤਾ ਆਪਣੇ ਪੁੱਤਰ ਨੂੰ ਕਿਵੇਂ ਦੁਨੀਆ ਦਾ ਸਭ ਤੋਂ ਵੱਡਾ ਸੁਲਤਾਨ ਬਣਾ ਸਕਦਾ ਹੈ। ਇਸਨੇ ਉਹਨਾਂ ਲਈ ਆਵਾਜ਼ ਬੁਲੰਦ ਕੀਤੀ ਜਿਹੜੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਅਧੂਰਾ ਛੱਡ ਕੇ ਸ਼ਹਿਰਾਂ ਵੱਲ ਭੱਜ ਗਏ। ਇਸਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਸੁਪਨੇ ਸਿਰਫ ਪੈਸੇ ਅਤੇ ਸ਼ੋਹਰਤ ਦੇ ਨਹੀਂ ਹੁੰਦੇ, ਸਗੋਂ ਉਸ ਵਿਅਕਤੀ ਦੀ ਮੁਸਕਰਾਹਟ ਦੇ ਵੀ ਹੁੰਦੇ ਹਨ ਜਿਸਨੇ ਤੁਹਾਨੂੰ ਉਠਾਇਆ। ਨਕਾਰਾਤਮਕ ਪੱਖਾਂ ਦੀ ਗੱਲ ਕਰੀਏ ਤਾਂ ਹਰ ਰਚਨਾ ਵਾਂਗ ਇਸ ਵਿੱਚ ਵੀ ਕੁਝ ਖਾਮੀਆਂ ਸਨ। ਕੁਝ ਐਪੀਸੋਡ ਵਿੱਚ ਕਹਾਣੀ ਥੋੜੀ ਖਿੱਚੀ ਹੋਈ ਲੱਗਦੀ ਸੀ, ਜਿਵੇਂ ਨਿਰਮਾਤਾ ਸੀਰੀਅਲ ਨੂੰ ਲੰਮਾ ਕਰਨ ਲਈ ਵਾਧੂ ਸੀਨ ਜੋੜ ਰਹੇ ਹੋਣ। ਇੱਕ ਖਾਸ ਟਰੈਕ ਜਿੱਥੇ ਸੁਲਤਾਨ ਇੱਕ ਸਾਲ ਲਈ ਗੁੰਮ ਹੋ ਜਾਂਦਾ ਹੈ, ਉਹ ਹੱਦੋਂ ਵੱਧ ਨਾਟਕੀ ਲੱਗਿਆ। ਇਸ ਤੋਂ ਇਲਾਵਾ ਕੁਝ ਸਹਾਇਕ ਕਿਰਦਾਰਾਂ ਦੀ ਅਦਾਕਾਰੀ ਓਨੀ ਪੱਕੀ ਨਹੀਂ ਸੀ ਜਿੰਨੀ ਮੁੱਖ ਕਿਰਦਾਰਾਂ ਦੀ ਸੀ। ਥੋੜੇ ਬਹੁਤੇ ਪਲਾਂ ਵਿੱਚ ਡਾਇਲਾਗ ਡਿਲੀਵਰੀ ਕਮਜ਼ੋਰ ਲੱਗੀ, ਪਰ ਇਹ ਖਾਮੀਆਂ ਮੁੱਖ ਪ੍ਰਭਾਵ ਦੇ ਅੱਗੇ ਬਹੁਤ ਛੋਟੀਆਂ ਸਨ। ਡਰਾਮੇ ਦਾ ਸਭ ਤੋਂ ਤਾਕਤਵਰ ਮੁਕਾਬਲਾ ਇਸ ਦੀ ਸਮਾਪਤੀ ਵਿੱਚ ਹੈ। ਜਦੋਂ ਸੁਲਤਾਨ ਸਾਰੀਆਂ ਮੁਸ਼ਕਿਲਾਂ ਪਾਰ ਕਰਕੇ ਆਪਣੇ ਪਿਤਾ ਦੇ ਖੁੰਡੇ ਹੋਏ ਪੈਰਾਂ ਕੋਲ ਬੈਠਦਾ ਹੈ ਅਤੇ ਕਹਿੰਦਾ ਹੈ, ਪਾਪਾਕੂ, ਮੈਂ ਤੁਹਾਡਾ ਸੁਲਤਾਨ ਨਹੀਂ, ਮੈਂ ਤੁਹਾਡਾ ਪੁੱਤਰ ਹਾਂ, ਤਾਂ ਡਰਾਮਾ ਦੇਖਣ ਵਾਲੇ ਹਰ ਵਿਅਕਤੀ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਹਨ। ਇਹ ਦ੍ਰਿਸ਼ ਪੰਜਾਬੀ ਟੈਲੀਵਿਜ਼ਨ ਦੇ ਸਭ ਤੋਂ ਯਾਦਗਾਰੀ ਦ੍ਰਿਸ਼ਾਂ ਵਿੱਚੋਂ ਇੱਕ ਹੈ। ਨਿਰਦੇਸ਼ਕ ਨੇ ਇਸ ਸੀਨ ਨੂੰ ਇੰਨੀ ਸ਼ਿੱਦਤ ਨਾਲ ਪੇਸ਼ ਕੀਤਾ ਕਿ ਇਹ ਸਿਰਫ ਪਰਦੇ ਤੱਕ ਸੀਮਤ ਨਾ ਰਿਹਾ, ਸਗੋਂ ਲੋਕਾਂ ਦੇ ਅਸਲ ਜੀਵਨ ਵਿੱਚ ਉਤਰ ਆਇਆ। ਸਮਕਾਲੀ ਪੰਜਾਬੀ ਡਰਾਮਿਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਅੱਜ ਦੇ ਬਹੁਤੇ ਡਰਾਮੇ ਪੱਛਮੀ ਕਲਚਰ ਦੀ ਨਕਲ ਕਰਦੇ ਹਨ, ਵਿਦੇਸ਼ੀ ਲੋਕੇਸ਼ਨਾਂ ਤੇ ਫਿਲਮਾਏ ਜਾਂਦੇ ਹਨ ਅਤੇ ਉਹਨਾਂ ਵਿੱਚ ਡੂੰਘਾਈ ਦੀ ਘਾਟ ਹੁੰਦੀ ਹੈ।
ਸੁਲਤਾਨ ਨਿਆਮਰ ਪਾਪਾਕੂ ਇਸ ਮਾਮਲੇ ਵਿੱਚ ਬਿਲਕੁਲ ਵੱਖਰਾ ਹੈ। ਇਹ ਆਪਣੀਆਂ ਜੜ੍ਹਾਂ ਵਿੱਚ ਡੂੰਘਾ ਧੱਸਿਆ ਹੋਇਆ ਹੈ। ਇਸਨੇ ਬਿਨਾਂ ਕਿਸੇ ਸ਼ੋਆਫਟ ਦੇ ਸਿੱਧੇ ਦਿਲ ਤੇ ਵਾਰ ਕੀਤਾ। ਕਈ ਡਰਾਮੇ ਸਾਲਾਂ ਵਿੱਚ ਭੁੱਲ ਜਾਂਦੇ ਹਨ, ਪਰ ਇਸ ਦੇ ਸੰਵਾਦ ਅੱਜ ਵੀ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਜਾਂਦੇ ਹਨ। ਇਸ ਦੇ ਮੀਮਸ ਬਣਦੇ ਹਨ, ਇਸ ਦੇ ਗੀਤ ਰੀਮਿਕਸ ਹੁੰਦੇ ਹਨ ਅਤੇ ਨਵੀਂ ਪੀੜ੍ਹੀ ਵੀ ਇਸ ਨੂੰ ਖੋਜ ਕੇ ਦੇਖਦੀ ਹੈ। ਸਿੱਖਿਆ ਦੇ ਦ੍ਰਿਸ਼ਟੀਕੋਣ ਤੋਂ ਵੀ ਇਹ ਡਰਾਮਾ ਬਹੁਤ ਆਮ ਹੈ। ਅੱਜ ਦੇ ਸਮੇਂ ਵਿੱਚ ਜਦੋਂ ਬੱਚੇ ਮਾਪਿਆਂ ਦੀ ਕਦਰ ਨਹੀਂ ਕਰਦੇ, ਜਦੋਂ ਮੋਬਾਈਲ ਫੋਨਾਂ ਨੇ ਗੱਲਬਾਤ ਨੂੰ ਖਤਮ ਕਰ ਦਿੱਤਾ ਹੈ, ਇਹ ਡਰਾਮਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਇੱਕ ਪਿਤਾ ਦੀ ਕੁਰਬਾਨੀ ਕਦੇ ਵੀ ਬੇਅਸਰ ਨਹੀਂ ਹੁੰਦੀ। ਇਹ ਡਰਾਮਾ ਹਰ ਸਕੂਲ ਵਿੱਚ ਦਿਖਾਇਆ ਜਾਣਾ ਚਾਹੀਦਾ ਹੈ ਤਾਂ ਜੋ ਬੱਚੇ ਸਮਝ ਸਕਣ ਕਿ ਉਹਨਾਂ ਦੇ ਮਾਪੇ ਹੀ ਉਹਨਾਂ ਦੇ ਅਸਲੀ ਸੁਲਤਾਨ ਹਨ। ਜੇਕਰ ਅਸੀਂ ਇਸ ਡਰਾਮੇ ਦੇ ਪ੍ਰਭਾਵ ਨੂੰ ਮਾਪੀਏ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਨੇ ਪੰਜਾਬੀ ਡਰਾਮੇ ਨੂੰ ਇੱਕ ਨਵੀਂ ਪਛਾਣ ਦਿੱਤੀ। ਇਸ ਤੋਂ ਪਹਿਲਾਂ ਪੰਜਾਬੀ ਡਰਾਮੇ ਜਾਂ ਤਾਂ ਬਹੁਤ ਘੱਟ ਗੁਣਵੱਤਾ ਵਾਲੇ ਹੁੰਦੇ ਸਨ ਜਾਂ ਫਿਰ ਹਿੰਦੀ ਦੀ ਪੈਰੋਡੀ। ਸੁਲਤਾਨ ਨਿਆਮਰ ਪਾਪਾਕੂ ਨੇ ਸਾਬਤ ਕੀਤਾ ਕਿ ਪੰਜਾਬੀ ਵਿੱਚ ਵੀ ਗੰਭੀਰ, ਸੁਹਜਾਤਮਿਕ ਅਤੇ ਸੰਦੇਸ਼ਯੁਕਤ ਡਰਾਮੇ ਬਣ ਸਕਦੇ ਹਨ। ਇਸ ਨੇ ਨਵੇਂ ਲੇਖਕਾਂ, ਨਿਰਦੇਸ਼ਕਾਂ ਅਤੇ ਅਦਾਕਾਰਾਂ ਨੂੰ ਪ੍ਰੇਰਿਤ ਕੀਤਾ। ਇਸ ਡਰਾਮੇ ਨੇ ਇੱਕ ਹੋਰ ਆਮ ਕੰਮ ਕੀਤਾ, ਇਸ ਨੇ ਪੰਜਾਬੀ ਬੋਲੀ ਦੇ ਵੱਖ-ਵੱਖ ਲਹਿਜਿਆਂ ਨੂੰ ਇੱਕ ਸਾਂਝੇ ਮੰਚ ਤੇ ਪੇਸ਼ ਕੀਤਾ। ਮਾਲਵਈ, ਦੁਆਬੀ, ਪੁਆਧੀ ਅਤੇ ਮਾਝੇ ਦਾ ਸੁਮੇਲ ਇਸ ਡਰਾਮੇ ਨੂੰ ਇੱਕ ਅਜਿਹੀ ਸਾਂਝੀ ਪੰਜਾਬੀਅਤ ਬਣਾ ਦਿੰਦਾ ਹੈ। ਇੱਕ ਕਿਰਦਾਰ ਬਿਲਕੁਲ ਫਿਰੋਜ਼ਪੁਰ ਦਾ ਲੱਗਦਾ ਹੈ ਤਾਂ ਦੂਜਾ ਗੁਰਦਾਸਪੁਰ ਦਾ। ਇਹ ਵਿਭਿੰਨਤਾ ਡਰਾਮੇ ਦੀ ਜਾਨ ਹੈ। ਆਲੋਚਨਾ ਦੇ ਨਿਸ਼ਾਨੇ ਤੇ ਇੱਕ ਬਿੰਦੂ ਹੋਰ ਹੈ, ਡਰਾਮੇ ਦਾ ਸੈਕੰਡਰੀ ਟਰੈਕ, ਜਿਸ ਵਿੱਚ ਸੁਲਤਾਨ ਦੀ ਪ੍ਰੇਮਿਕਾ ਦੀ ਕਹਾਣੀ ਸੀ। ਉਹ ਕਿਰਦਾਰ ਬਹੁਤ ਘੱਟ ਸਕਰੀਨ ਟਾਈਮ ਮਿਲਣ ਕਾਰਨ ਅਧੂਰਾ ਰਹਿ ਗਿਆ। ਦਰਸ਼ਕਾਂ ਨੂੰ ਕਦੇ ਸਮਝ ਨਹੀਂ ਆਇਆ ਕਿ ਉਹ ਸੁਲਤਾਨ ਨੂੰ ਇੰਨਾ ਪਿਆਰ ਕਿਉਂ ਕਰਦੀ ਹੈ, ਸਿਰਫ ਇਸ ਲਈ ਕਿ ਉਹ ਸੁੰਦਰ ਹੈ। ਇਹ ਬਿੰਦੂ ਥੋੜਾ ਕੱਚਾ ਰਹਿ ਗਿਆ, ਪਰ ਮੁੱਖ ਕਹਾਣੀ ਇੰਨੀ ਸ਼ਕਤੀਸ਼ਾਲੀ ਹੈ ਕਿ ਇਹ ਕਮਜ਼ੋਰੀ ਨਜ਼ਰਅੰਦਾਜ਼ ਕੀਤੀ ਜਾ ਸਕਦੀ ਹੈ। ਡਰਾਮੇ ਦੀ ਲੰਬਾਈ ਵੀ ਇੱਕ ਆਮ ਪਹਿਲੂ ਹੈ। ਤਕਰੀਬਨ 40 ਐਪੀਸੋਡਾਂ ਵਿੱਚ ਫੈਲਿਆ ਇਹ ਡਰਾਮਾ ਕਈ ਵਾਰੀ ਕਹਾਣੀ ਨੂੰ ਘੁਮਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਆਖਰਕਾਰ ਹਰ ਮੋੜ ਨਵਾਂ ਅਰਥ ਲੈ ਕੇ ਆਉਂਦਾ ਹੈ। ਜੇਕਰ ਇਸ ਨੂੰ 25 ਤੋਂ 30 ਐਪੀਸੋਡਾਂ ਵਿੱਚ ਸਮੇਟਿਆ ਜਾਂਦਾ ਤਾਂ ਸ਼ਾਇਦ ਇਸ ਦਾ ਪ੍ਰਭਾਵ ਹੋਰ ਵੀ ਤੇਜ਼ ਹੁੰਦਾ। ਪਰ ਫਿਰ ਵੀ ਪੰਜਾਬੀ ਦਰਸ਼ਕ ਨੇ ਸਾਰੇ ਐਪੀਸੋਡਾਂ ਨੂੰ ਉਸੇ ਸ਼ਿੱਦਤ ਨਾਲ ਦੇਖਿਆ ਜਿਵੇਂ ਪਹਿਲੇ ਐਪੀਸੋਡ ਨੂੰ। ਅੱਜ ਜਦੋਂ ਅਸੀਂ ਇਸ ਡਰਾਮੇ ਨੂੰ YouTube ਜਾਂ ਔਨਲਾਈਨ ਪਲੇਟਫਾਰਮਾਂ ਤੇ ਵਾਪਸ ਦੇਖਦੇ ਹਾਂ ਤਾਂ ਇਹ ਅਜੇ ਵੀ ਤਾਜ਼ਾ ਲੱਗਦਾ ਹੈ। ਇਸ ਦੇ ਵਿਜ਼ੂਅਲ ਇਫੈਕਟਸ ਅਤੇ ਪ੍ਰੋਡਕਸ਼ਨ ਕੁਆਲਿਟੀ ਮੌਜੂਦਾ ਸਮੇਂ ਦੇ ਹਿਸਾਬ ਨਾਲ ਪੁਰਾਣੀ ਲੱਗ ਸਕਦੀ ਹੈ, ਪਰ ਇਸ ਦੀ ਭਾਵਨਾ ਅਤੇ ਕਹਾਣੀ ਸਮੇਂ ਤੋਂ ਉੱਪਰ ਹੈ। ਅਦਾਕਾਰਾਂ ਨੇ ਆਪਣੇ ਕਿਰਦਾਰਾਂ ਵਿੱਚ ਇੰਨੀ ਜਾਨ ਪਾ ਦਿੱਤੀ ਕਿ ਅਸੀਂ ਅੱਜ ਵੀ ਪਾਪਾਕੂ ਨੂੰ ਉਸਦੀ ਲਾਠੀ ਅਤੇ ਪੱਗ ਨਾਲ ਅਤੇ ਸੁਲਤਾਨ ਨੂੰ ਉਸਦੀ ਚਮਕਦਾਰ ਅੱਖਾਂ ਨਾਲ ਪਛਾਣਦੇ ਹਾਂ। ਸਮੀਖਿਆ ਦੇ ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਸੁਲਤਾਨ ਨਿਆਮਰ ਪਾਪਾਕੂ ਸੰਗ ਲੈਜੈਂਡਾ ਕੇਵਲ ਇੱਕ ਡਰਾਮਾ ਨਹੀਂ ਹੈ, ਸਗੋਂ ਇੱਕ ਅਨੁਭਵ ਹੈ। ਇਸਨੇ ਸਾਨੂੰ ਰੋਣਾ, ਹੱਸਣਾ, ਗੁੱਸਾ ਹੋਣਾ ਅਤੇ ਸਭ ਤੋਂ ਵੱਧ ਆਪਣੇ ਪਿਤਾ ਨੂੰ ਗਲੇ ਲਾਉਣ ਦੀ ਪ੍ਰੇਰਣਾ ਦਿੱਤੀ। ਜੇਕਰ ਤੁਸੀਂ ਪੰਜਾਬੀ ਹੋ ਤਾਂ ਤੁਹਾਨੂੰ ਇਹ ਡਰਾਮਾ ਜ਼ਰੂਰ ਦੇਖਣਾ ਚਾਹੀਦਾ ਹੈ। ਜੇਕਰ ਤੁਸੀਂ ਕਿਸੇ ਹੋਰ ਭਾਸ਼ਾ ਦੇ ਦਰਸ਼ਕ ਹੋ ਤਾਂ ਵੀ ਇਹ ਡਰਾਮਾ ਤੁਹਾਡੇ ਦਿਲ ਨੂੰ ਛੂਹ ਜਾਵੇਗਾ, ਕਿਉਂਕਿ ਪਿਤਾ ਪੁੱਤਰ ਦਾ ਪਿਆਰ ਸਾਰੀਆਂ ਭਾਸ਼ਾਵਾਂ ਵਿੱਚ ਇੱਕੋ ਜਿਹਾ ਹੁੰਦਾ ਹੈ। ਅਤੇ ਹਾਂ, ਜਦੋਂ ਤੁਸੀਂ ਇਸ ਨੂੰ ਦੇਖੋ ਤਾਂ ਆਪਣੇ ਪਾਪਾ ਨੂੰ ਇੱਕ ਵਾਰ ਜ਼ਰੂਰ ਗਲੇ ਲਾਉਂਦੇ, ਕਿਉਂਕਿ ਇਹੀ ਇਸ ਡਰਾਮੇ ਦਾ ਅਸਲੀ ਸੰਦੇਸ਼ ਹੈ। ਸੁਲਤਾਨ ਨਿਆਮਰ ਪਾਪਾਕੂ ਸੰਗ ਲੈਜੈਂਡਾ ਡਰਾਮਾ ਇੱਕ ਸੰਪੂਰਨ ਸਮੀਖਿਆ। ਪੰਜਾਬੀ ਰੰਗਮੰਚ ਅਤੇ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਕਈ ਅਜਿਹੇ ਡਰਾਮੇ ਆਏ ਹਨ ਜਿਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ਤੇ ਆਪਣੀ ਛਾਪ ਛੱਡੀ ਹੈ, ਪਰ ਕੁਝ ਡਰਾਮੇ ਅਜਿਹੇ ਹੁੰਦੇ ਹਨ ਜੋ ਸਮੇਂ ਦੀਆਂ ਸੀਮਾਵਾਂ ਨੂੰ ਪਾਰ ਕਰ ਜਾਂਦੇ ਹਨ। ਸੁਲਤਾਨ ਨਿਆਮਰ ਪਾਪਾਕੂ ਸੰਗ ਲੈਜੈਂਡਾ ਅਜਿਹਾ ਹੀ ਇੱਕ ਅਦੁੱਤੀ ਡਰਾਮਾ ਹੈ ਜਿਸ ਨੇ ਨਾ ਸਿਰਫ ਪੰਜਾਬੀ ਸੱਭਿਆਚਾਰ ਨੂੰ ਇੱਕ ਨਵੀਂ ਪਛਾਣ ਦਿੱਤੀ, ਸਗੋਂ ਪਿਤਾ ਪੁੱਤਰ ਦੇ ਰਿਸ਼ਤੇ, ਵਫ਼ਾਦਾਰੀ, ਬਲੀਦਾਨ ਅਤੇ ਸੁਪਨਿਆਂ ਦੀ ਤਾਕਤ ਨੂੰ ਵੀ ਇੱਕ ਨਵੀਂ ਉਚਾਈ ਦਿਖਾਈ। ਇਹ ਲਿਖਤ ਉਸੇ ਡਰਾਮੇ ਦੀ ਸੰਪੂਰਨ ਸਮੀਖਿਆ ਹੈ ਜਿਸ ਨੂੰ ਪੰਜਾਬੀ ਦਰਸ਼ਕ ਅੱਜ ਵੀ ਲੈਜੈਂਡਾ ਕਹਿ ਕੇ ਯਾਦ ਕਰਦੇ ਹਨ। ਡਰਾਮੇ ਦੀ ਕਹਾਣੀ ਇੱਕ ਛੋਟੇ ਜਿਹੇ ਪਿੰਡ 'ਚੋਂ ਸ਼ੁਰੂ ਹੁੰਦੀ ਹੈ ਜਿੱਥੇ ਇੱਕ ਗਰੀਬ ਪਰ ਇਮਾਨਦਾਰ ਬੁੱਢੇ ਪਿਤਾ, ਪਾਪਾਕੂ, ਦੀ ਇੱਕੋ ਇੱਕ ਔਲਾਦ ਹੈ, ਸੁਲਤਾਨ ਨਿਆਮਰ। ਪਾਪਾਕੂ ਖੁਦ ਕਦੀ ਇੱਕ ਮਹਾਨ ਕਲਾਕਾਰ ਸੀ, ਪਰ ਸਮੇਂ ਦੀਆਂ ਮਾਰਾਂ ਅਤੇ ਲੋਕਾਂ ਦੀ ਬੇਰੁਖੀ ਨੇ ਉਸ ਨੂੰ ਤੋੜ ਦਿੱਤਾ ਸੀ। ਉਹ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਉਹ ਸਭ ਕੁਝ ਹਾਸਲ ਕਰੇ ਜੋ ਉਹ ਨਹੀਂ ਕਰ ਸਕਿਆ। ਸੁਲਤਾਨ ਇੱਕ ਅਜਿਹਾ ਸੁਪਨਾ ਦੇਖਦਾ ਹੈ, ਇੱਕ ਅਜਿਹਾ ਸੁਲਤਾਨ ਬਣਨ ਦਾ ਜੋ ਸਿਰਫ ਤਾਜ ਅਤੇ ਤਖਤ ਲਈ ਨਹੀਂ, ਸਗੋਂ ਆਪਣੇ ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ। ਪਰ ਇਹ ਰਾਹ ਆਸਾਨ ਨਹੀਂ ਸੀ। ਡਰਾਮੇ ਵਿੱਚ ਸੁਲਤਾਨ ਨੂੰ ਅਨੇਕਾਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸ਼ਕਤੀਸ਼ਾਲੀ ਦੁਸ਼ਮਣ, ਝੂਠੇ ਰਿਸ਼ਤੇ ਅਤੇ ਇੱਥੋਂ ਤੱਕ ਕਿ ਆਪਣੇ ਅੰਦਰਲੇ ਸ਼ੱਕ ਅਤੇ ਡਰ। ਪਰ ਹਰ ਵਾਰ
ਉਸਦੇ ਪਿਤਾ ਪਾਪਾਕੂ ਦੀ ਸਿੱਖਿਆ ਅਤੇ ਪਿਆਰ ਉਸਨੂੰ ਮੁੜ ਤੋਂ ਖੜ੍ਹਾ ਕਰ ਦਿੰਦਾ ਹੈ। ਡਰਾਮੇ ਦੀ ਸਭ ਤੋਂ ਵੱਡੀ ਤਾਕਤ ਇਸ ਦਾ ਮੂਲ ਸੰਦੇਸ਼ ਹੈ, ਪਿਤਾ ਹੀ ਅਸਲੀ ਸੁਲਤਾਨ ਹੁੰਦਾ ਹੈ, ਜੋ ਆਪਣੇ ਪੁੱਤਰ ਨੂੰ ਉੱਚਾ ਚੁੱਕਣ ਲਈ ਆਪਣੀਆਂ ਹੱਡੀਆਂ ਦਾ ਮਹਿਲ ਬਣਾ ਦਿੰਦਾ ਹੈ। ਇਹ ਡਰਾਮਾ ਕੇਵਲ ਮਨੋਰੰਜਨ ਨਹੀਂ ਕਰਦਾ, ਸਗੋਂ ਦਰਸ਼ਕ ਨੂੰ ਆਪਣੇ ਮਾਪਿਆਂ ਦੀ ਕੁਰਬਾਨੀ ਨੂੰ ਸਮਝਣ ਦੀ ਪ੍ਰੇਰਣਾ ਦਿੰਦਾ ਹੈ। ਹਰ ਐਪੀਸੋਡ ਵਿੱਚ ਸੁਲਤਾਨ ਦਾ ਸੰਘਰਸ਼ ਅਤੇ ਪਾਪਾਕੂ ਦਾ ਮੌਨ ਸਮਰਥਨ ਦਰਸ਼ਕਾਂ ਦੀਆਂ ਅੱਖਾਂ 'ਚ ਨਮੀ ਲਿਆ ਦਿੰਦਾ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਇਸ ਡਰਾਮੇ ਨੇ ਕਈ ਨਾਮਵਰ ਕਲਾਕਾਰਾਂ ਨੂੰ ਜਨਮ ਦਿੱਤਾ। ਸੁਲਤਾਨ ਦੇ ਕਿਰਦਾਰ ਵਿੱਚ ਇੱਕ ਅਜਿਹੀ ਕੱਚੀ ਪਰ ਦ੍ਰਿੜ ਊਰਜਾ ਸੀ, ਜਿਵੇਂ ਕੋਈ ਸ਼ੇਰ ਦਾ ਬੱਚਾ ਉੱਡਣਾ ਸਿੱਖ ਰਿਹਾ ਹੋਵੇ। ਉਸ ਦੀਆਂ ਅੱਖਾਂ ਵਿੱਚ ਇੱਕ ਅਜਿਹੀ ਚਮਕ ਸੀ, ਜੋ ਦਰਸ਼ਕ ਨੂੰ ਕਹਿ ਰਹੀ ਸੀ, ਮੈਂ ਹਾਰਾਂਗਾ ਨਹੀਂ। ਪਰ ਅਸਲੀ ਜਾਦੂ ਸੀ ਪਾਪਾਕੂ ਦੇ ਕਿਰਦਾਰ ਵਿੱਚ। ਉਹ ਬੁੱਢਾ, ਥੱਕਿਆ, ਟੁੱਟਿਆ ਪਰ ਕਦੇ ਵੀ ਹਾਰ ਨਾ ਮੰਨਣ ਵਾਲਾ ਪਿਤਾ। ਉਸਦਾ ਹਰ ਸੰਵਾਦ ਸਿਰਫ ਡਾਇਲਾਗ ਨਹੀਂ ਸੀ, ਸਗੋਂ ਇੱਕ ਤਜਰਬੇ ਦੀ ਆਵਾਜ਼ ਸੀ। ਜਦੋਂ ਉਹ ਕਹਿੰਦਾ, ਪੁੱਤਰ, ਤੂੰ ਮੇਰੀ ਉਮੀਦ ਦਾ ਦਰਿਆ ਹੈ, ਮੈਂ ਤਾਂ ਰੇਤ ਦਾ ਕਿਨਾਰਾ ਹਾਂ, ਤਾਂ ਘਰ-ਘਰ ਵਿੱਚ ਖਾਮੋਸ਼ੀ ਛਾ ਜਾਂਦੀ ਸੀ। ਡਰਾਮੇ ਦਾ ਸੰਗੀਤ ਵੀ ਇਸ ਦੀ ਕਾਮਯਾਬੀ ਦਾ ਇੱਕ ਵੱਡਾ ਕਾਰਨ ਸੀ। ਹਰ ਐਪੀਸੋਡ ਦੇ ਪਿੱਛੇ ਲੱਗੇ ਗੀਤ, ਖਾਸ ਕਰਕੇ ਉਹ ਗੀਤ ਜਦੋਂ ਸੁਲਤਾਨ ਅਸਮਾਨ ਵੱਲ ਦੇਖ ਕੇ ਸੁਪਨਾ ਦੇਖਦਾ ਹੈ, ਮੈਂ ਉੱਡਣਾ ਹਾਂ, ਭਾਵੇਂ ਖੰਭ ਨਾ ਹੋਣ, ਅੱਜ ਵੀ ਪੰਜਾਬੀ ਯੂਥ ਦੇ ਕੰਨਾਂ 'ਚ ਗੂੰਜਦਾ ਹੈ। ਬੈਕਗਰਾਉਂਡ ਸਕੋਰ ਨੇ ਹਰ ਦ੍ਰਿਸ਼ ਦੀ ਭਾਵਨਾ ਨੂੰ ਦੁੱਗਣਾ ਕਰ ਦਿੱਤਾ। ਖੁਸ਼ੀ ਦੇ ਸੀਨ ਵਿੱਚ ਢੋਲਕੀ ਦੀਆਂ ਥਾਪੀਆਂ, ਗਮ ਦੇ ਸੀਨ ਵਿੱਚ ਅਲਗੋਜ਼ੇ ਦਾ ਰੋਣਾ ਅਤੇ ਜੰਗ ਦੇ ਸੀਨ ਵਿੱਚ ਨਗਾਰਿਆਂ ਦੀ ਗਰਜ, ਸਭ ਕੁਝ ਸੰਪੂਰਨ ਸੀ। ਨਿਰਦੇਸ਼ਕ ਦੀ ਪ੍ਰਤਿਭਾ ਵੀ ਕਾਬਿਲ ਇਹ ਤਾਰੀਫ ਹੈ। ਉਸਨੇ ਹਰ ਦ੍ਰਿਸ਼ ਨੂੰ ਇੱਕ ਪੇਂਟਿੰਗ ਵਾਂਗ ਸਜਾਇਆ ਹੈ। ਪਿੰਡ ਦੀਆਂ ਗਲੀਆਂ, ਖੇਤਾਂ ਵਿੱਚ ਸ਼ਾਮ ਦੀ ਧੁੱਪ, ਸੁਲਤਾਨ ਦੇ ਘਰ ਦੀ ਟੁੱਟੀ ਛੱਤ, ਸਭ ਕੁਝ ਬਹੁਤ ਹੀ ਸੁਹਜਾਤਮਿਕ ਅਤੇ ਯਥਾਰਥਵਾਦੀ ਹੈ। ਇੱਕ ਖਾਸ ਸੀਨ ਹੈ ਜਦੋਂ ਸੁਲਤਾਨ ਆਪਣੇ ਪਿਤਾ ਦੀ ਸਵਾਰੀ ਕਰਕੇ ਸ਼ਹਿਰ ਜਾਂਦਾ ਹੈ ਅਤੇ ਰਸਤੇ ਵਿੱਚ ਉਹ ਇੱਕ ਮਿਰਗ ਦੇ ਬੱਚੇ ਨੂੰ ਆਪਣੀ ਮਾਂ ਤੋਂ ਵਿਛੜਦੇ ਦੇਖਦਾ ਹੈ। ਇਹ ਦ੍ਰਿਸ਼ ਦੱਸਦਾ ਹੈ ਕਿ ਨਿਰਦੇਸ਼ਕ ਨੇ ਕਿਸ ਕਦਰ ਕਹਾਣੀ ਦੇ ਅੰਦਰਲੇ ਸੰਦੇਸ਼ ਨੂੰ ਸਮਝਿਆ। ਡਰਾਮੇ ਦੀ ਲਿਖਤ ਵੀ ਬਹੁਤ ਮਜ਼ਬੂਤ ਹੈ। ਸੰਵਾਦ ਪੰਜਾਬੀ ਦੇ ਅਸਲੀ ਲਹਿੰਦੇ ਅਤੇ ਮਾਝੇ ਦੇ ਮਿਸ਼ਰਣ ਵਿੱਚ ਲਿਖੇ ਗਏ ਹਨ, ਪਰ ਇੰਨੇ ਸਾਫ਼ ਕਿ ਕੋਈ ਵੀ ਪੰਜਾਬੀ ਉਨ੍ਹਾਂ ਨੂੰ ਸਮਝ ਸਕੇ। ਹਾਸੇ ਰਸ ਦੇ ਸੀਨ ਵਿੱਚ ਉਨ੍ਹਾਂ ਨੇ ਪਿੰਡ ਦੇ ਠੱਠੇ ਮਖੌਲ ਨੂੰ ਵਰਤਿਆ, ਜਦਕਿ ਗੰਭੀਰ ਸੀਨ ਵਿੱਚ ਉਨ੍ਹਾਂ ਨੇ ਬੁੱਲੇ ਸ਼ਾਹ ਅਤੇ ਵਾਰਿਸ ਸ਼ਾਹ ਦੇ ਅਰਥਾਂ ਨੂੰ ਆਮ ਭਾਸ਼ਾ ਵਿੱਚ ਢਾਲ ਦਿੱਤਾ। ਇੱਕ ਮਹੱਤਵਪੂਰਨ ਸੰਵਾਦ ਹੈ, ਸੁਲਤਾਨ ਉਹ ਨਹੀਂ ਜੋ ਤਖ਼ਤ 'ਤੇ ਬੈਠੇ, ਸੁਲਤਾਨ ਉਹ ਹੈ ਜੋ ਆਪਣੇ ਪਿਤਾ ਦੀ ਸੇਜ 'ਤੇ ਆਪਣਾ ਸਿਰ ਰੱਖ ਸਕੇ। ਡਰਾਮੇ ਦੇ ਦੁਸ਼ਮਣ ਵੀ ਇੱਕ ਅਯਾਮੀ ਨਹੀਂ ਹਨ। ਮੁੱਖ ਖਲਨਾਇਕ, ਜਿਸ ਦਾ ਨਾਂ ਸੀ ਮਿਰਜ਼ਾ ਕੁੱਤਾ, ਇੱਕ ਅਜਿਹਾ ਵਿਅਕਤੀ ਹੈ ਜਿਸ ਨੂੰ ਪਿਆਰ ਨਾ ਮਿਲਿਆ ਹੋਵੇ, ਇਸ ਲਈ ਉਹ ਦੂਜਿਆਂ ਦਾ ਪਿਆਰ ਤੋੜਨਾ ਚਾਹੁੰਦਾ ਹੈ। ਉਸ ਦਾ ਕਿਰਦਾਰ ਇੱਕ ਸਬਕ ਹੈ ਕਿ ਜਦੋਂ ਬੱਚੇ ਨੂੰ ਪਿਤਾ ਤੋਂ ਪਿਆਰ ਨਹੀਂ ਮਿਲਦਾ ਤਾਂ ਉਹ ਅੱਗ ਬਣ ਜਾਂਦਾ ਹੈ। ਪਰ ਸੁਲਤਾਨ ਅਤੇ ਪਾਪਾਕੂ ਦਾ ਰਿਸ਼ਤਾ ਉਸ ਅੱਗ 'ਤੇ ਪਾਣੀ ਦਾ ਕੰਮ ਕਰਦਾ ਹੈ। ਪੰਜਾਬੀ ਸੱਭਿਆਚਾਰ ਦੀ ਨੁਮਾਇੰਦਗੀ ਵੀ ਇਸ ਡਰਾਮੇ ਵਿੱਚ ਬਹੁਤ ਸੁਹਜ ਨਾਲ ਕੀਤੀ ਗਈ ਹੈ। ਲੋਕ ਗੀਤ, ਤੰਦਰੁਸਤੀ ਦੇ ਲੋਕ ਉਪਚਾਰ, ਪਿੰਡ ਦੀ ਪੰਚਾਇਤ, ਸੱਦਰਾਂ ਦੀਆਂ ਰਸਮਾਂ ਅਤੇ ਇੱਥੋਂ ਤੱਕ ਕਿ ਫਸਲਾਂ ਦੀ ਕਟਾਈ ਦੇ ਸੀਨ, ਹਰ ਪਹਿਲੂ ਨੂੰ ਬੜੇ ਸਜੀਵਤਾ ਨਾਲ ਦਿਖਾਇਆ ਗਿਆ ਹੈ। ਪਰ ਇਹ ਸਿਰਫ ਦਿਖਾਵਾ ਨਹੀਂ ਹੈ, ਸਗੋਂ ਕਹਾਣੀ ਦਾ ਹਿੱਸਾ ਹੈ। ਜਦੋਂ ਸੁਲਤਾਨ ਆਪਣੇ ਪਿਤਾ ਨਾਲ ਖੇਤਾਂ ਵਿੱਚ ਗੱਡੀ ਚਲਾਉਂਦਾ ਹੈ, ਉਸ ਸਮਾਂ ਉਸ ਨੂੰ ਜ਼ਿੰਦਗੀ ਦੇ ਅਸਲੀ ਸਬਕ ਸਿਖਾਉਂਦਾ ਹੈ, ਮਿਹਨਤ, ਸਬਰ ਅਤੇ ਧਰਤੀ ਦਾ ਸਤਿਕਾਰ। ਡਰਾਮੇ ਦੀ ਸਭ ਤੋਂ ਮਾਰਕੀਟਿੰਗ ਪਹਿਲੂ ਇਸ ਦਾ ਪ੍ਰਚਾਰ ਨਹੀਂ ਸੀ, ਸਗੋਂ ਮੂੰਹੋਂ-ਮੂੰਹ ਸੀ। ਇੱਕ ਵਿਅਕਤੀ ਨੇ ਦੂਜੇ ਨੂੰ ਦੱਸਿਆ, ਫਿਰ ਉਸਨੇ ਦੂਜੇ ਨੂੰ, ਅਤੇ ਜਲਦੀ ਹੀ ਇਹ ਅੱਗ ਵਾਂਗ ਫੈਲ ਗਿਆ। ਲੋਕ ਐਤਵਾਰ ਦੀ ਸ਼ਾਮ ਇਸ ਡਰਾਮੇ ਦੀ ਉਡੀਕ ਕਰਦੇ ਸਨ। ਦੁਕਾਨਾਂ ਬੰਦ ਹੋ ਜਾਂਦੀਆਂ ਸਨ, ਪਰਿਵਾਰ ਇਕੱਠੇ ਬੈਠ ਕੇ ਡਰਾਮਾ ਦੇਖਦੇ ਸਨ। ਹਰ ਐਪੀਸੋਡ ਦੇ ਅੰਤ 'ਤੇ ਅਗਲੇ ਹਫ਼ਤੇ ਦਾ ਪ੍ਰੋਮੋ ਦਿਖਾਇਆ ਜਾਂਦਾ ਅਤੇ ਲੋਕਾਂ ਦੇ ਦਿਲ ਧੜਕਣ ਲੱਗ ਪੈਂਦੇ ਸਨ। ਇਹ ਡਰਾਮਾ ਸਿਰਫ ਮਨੋਰੰਜਨ ਨਹੀਂ ਸੀ, ਸਗੋਂ ਇੱਕ ਸਮਾਜਕ ਦਸਤਾਵੇਜ਼ ਸੀ। ਇਸਨੇ ਦਿਖਾਇਆ ਕਿ ਇੱਕ ਗਰੀਬ ਪਰ ਪਿਆਰ ਕਰਨ ਵਾਲਾ ਪਿਤਾ ਆਪਣੇ ਪੁੱਤਰ ਨੂੰ ਕਿਵੇਂ ਦੁਨੀਆ ਦਾ ਸਭ ਤੋਂ ਵੱਡਾ ਸੁਲਤਾਨ ਬਣਾ ਸਕਦਾ ਹੈ। ਇਸਨੇ ਉਹਨਾਂ ਲਈ ਆਵਾਜ਼ ਬੁਲੰਦ ਕੀਤੀ ਜਿਹੜੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਅਧੂਰਾ ਛੱਡ ਕੇ ਸ਼ਹਿਰਾਂ ਵੱਲ ਭੱਜ ਗਏ। ਇਸਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਸੁਪਨੇ ਸਿਰਫ ਪੈਸੇ ਅਤੇ ਸ਼ੋਹਰਤ ਦੇ ਨਹੀਂ ਹੁੰਦੇ, ਸਗੋਂ ਉਸ ਵਿਅਕਤੀ ਦੀ ਮੁਸਕਰਾਹਟ ਦੇ ਵੀ ਹੁੰਦੇ ਹਨ ਜਿਸਨੇ ਤੁਹਾਨੂੰ ਉਠਾਇਆ। ਨਕਾਰਾਤਮਕ ਪੱਖਾਂ ਦੀ ਗੱਲ ਕਰੀਏ ਤਾਂ ਹਰ ਰਚਨਾ